ਹੁਣ ਮੈਨੂੰ ਪਤਾ ਲੱਗਦਾ ਆਪਣੇ ਬੱਚੇ ਲੜਕੇ ਲੜਕੀਆਂ ਜੋ ਵੀ ਹੈ ਕਿੰਨੇ ਪ੍ਰੋਫੈਸ਼ਨਲ ਹੈਗੇ ਨੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਮੈਂ ਜਸਪਾਲ ਜਾਲੀ ਹਮੇਸ਼ਾ ਦੇ ਤੁਹਾਡਾ ਸਵਾਗਤ ਹੈ ਲੇਟ ਸ਼ੋ। ਅਗਰ ਯੂਕੇ ਦੇ ਜਾਂ ਕਿਸੇ ਵੀ ਦੁਨੀਆ ਕੋਨੇ 'ਚ ਦੇਖਦੇ ਹੋ ਬਹੁਤ ਬਹੁਤ ਨਿੱਘਾ ਸਵਾਗਤ ਤੁਹਾਨੂੰ ਕਰਦੇ ਹਾਂ। ਲੋਟ ਤਾਂ ਤੁਹਾਨੂੰ ਮੈਂ ਕਹਿੰਦਾ ਮੈਨੂੰ ਗੈਸਟ ਲੱਭਣੇ ਬੜੇ ਮੁਸ਼ਕਿਲ ਹੁੰਦੇ ਨੇ, ਇੰਟੈਲੈਕਚੁਅਲ ਗੈਸਟ। ਮੇਰੇ ਸ਼ੋਅ ਮੇਰਾ ਮਕਸਦ ਸ਼ੋਅ ਦਾ ਹੁੰਦਾ ਕਿ ਤੁਹਾਡੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਹੋ ਸਕੇ। ਕਈ ਦਫਾ ਡਿਫਰੈਂਟ ਸ਼ੋਅ ਆਉਂਦੇ ਉੱਥੇ ਜਸਟ ਟੌਪਿਕ ਹੀ ਹੁੰਦਾ ਕੋਈ ਇੰਸਪਾਇਰ ਕਰਨ ਨੂੰ ਕਿ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਕੀ ਕੀਤਾ ਹੈਗਾ। ਕਈ ਦਫਾ ਮੈਨੂੰ ਪ੍ਰੋਫੈਸ਼ਨਲ ਮਿਲਦੇ ਨੇ। ਅੱਜ ਆਮ ਸੋ ਲੱਕੀ, ਸੋ ਪ੍ਰਿਵਿਲੇਜ ਟੂ ਹੈਵ ਸਮਬਡੀ ਵੈਰੀ ਇੱਕ ਜਦੋਂ ਹੁਣ ਮੈਂ ਗੈਸਟਾਂ ਨੂੰ ਲੈ ਕੇ ਆਉਂਦਾ, ਹੁਣ ਮੈਨੂੰ ਪਤਾ ਲੱਗਦਾ ਆਪਣੇ ਬੱਚੇ ਲੜਕੇ ਲੜਕੀਆਂ ਜੋ ਵੀ ਹੈ ਕਿੰਨੇ ਪ੍ਰੋਫੈਸ਼ਨਲ ਹੈਗੇ ਨੇ ਕਿਹੜੇ ਕਿਹੜੇ ਫੀਲਡ ਦੇ ਵਿੱਚ। ਅਕਾਲ ਚੈਨਲ ਦੇਖੋਗੇ ਤੁਹਾਨੂੰ ਪਤਾ ਲੱਗੇਗਾ। ਔਰ ਮੈਂ ਤੁਹਾਨੂੰ ਹਰ ਦਫਾ ਕਹਿੰਦਾ ਸ਼ੋਅ ਦੇ ਵਿੱਚ ਕਿ ਪਲੀਜ਼ ਮੈਨੂੰ ਕਾਲ ਕਰਿਆ ਕਰੋ। ਆਈਲ ਬੀ ਮੋਰ ਦੈਨ ਹੈਪੀ ਟੂ ਆਫਰ ਯੂ ਪਲੇਟਫਾਰਮ ਬਿਕੋਜ਼ ਮੈਂ ਇੱਕ ਜਿਹੜੇ ਬੰਦੇ ਨੇ ਕੁਛ ਅਚੀਵ ਕੀਤਾ ਉਹਨੂੰ ਇੰਸਪਾਇਰ ਕਰਦਾ। ਐਂਡ ਦੂਸਰਾ ਜਿਹੜੇ ਤੁਸੀਂ ਘਰ ਬੈਠੇ ਹੋ, ਅਗਰ ਕੋਈ ਬਿਮਾਰੀਆਂ ਦਾ ਟੌਪਿਕ ਹੈ ਤੁਹਾਨੂੰ ਬਿਮਾਰੀਆਂ ਦੀ ਮਦਦ ਹੋਏਗੀ। ਅਗਰ ਬੱਚੇ ਉਹ ਪ੍ਰੋਫੈਸ਼ਨ ਪਿਕ ਕਰਨਾ ਚਾਹੁੰਦੇ ਉਹਨਾਂ ਦੀ ਮਦਦ ਹੋਏਗੀ। ਕੋਈ ਵੀ ਕੁਐਸਚਨ ਹੁੰਦਾ ਤੁਸੀਂ ਕਰ ਸਕਦੇ ਹੋ। ਅੱਜ ਮੇਰੇ ਪਾਸ ਵੈਰੀ ਪ੍ਰੋਫੈਸ਼ਨਲ ਯੰਗ ਲੇਡੀ ਵੀਰਪਾਲ ਸੰਧੂ। ਸ਼ੀ ਇਜ਼ ਅ ਕਲੀਨਿਕਲ ਫਾਰਮਾਸਿਸਟ ਇਨ ਮੈਂਟਲ ਹੈਲਥ ਦੇ ਵਿੱਚ। ਬੜਾ ਪ੍ਰੋਬਲਮ ਮੈਂਟਲ ਹੈਲਥ ਦਾ। ਪਲੀਜ਼ ਸ਼ੋਅ ਦੇਖਿਓ। ਮੇਰਾ ਬੇਸ਼ੱਕ ਬੜਾ ਐਜੂਕੇਸ਼ਨ ਹੁੰਦੇ ਨੇ। ਵੂਮਨ ਹੈਲਥ ਐਂਡ ਮੈਨੋਪੌਜ਼ ਦੀ ਗੱਲਬਾਤ ਕਰਾਂਗੇ ਅਤੇ ਬਹੁਤ ਉਮੀਦ ਰੱਖਦਾ ਕਿ ਤੁਸੀਂ ਸ਼ੋਅ ਕਰੋਗੇ। ਚਲੋ ਮੈਂ ਬਹੁਤ ਆਪਣਾ ਟਾਈਮ ਵੇਸਟ ਨਹੀਂ ਕਰਦਾ। ਮੇਰੇ ਆਪਣੇ ਗੈਸਟ ਨੂੰ ਸਵਾਗਤ ਕਰਦੇ ਅਸੀਂ ਸ਼ੋਅ ਅੱਗੇ ਲੱਗ ਜਾਂਦੇ ਹਾਂ। ਵੀਰਪਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਯੂ ਆਰ ਕਾਲ ਵੀਰਪਾਲ, ਇਜ਼ ਦੈਟ ਓਕੇ? ਹਾਂ ਵੀਰਪਾਲ ਠੀਕ। ਪਹਿਲਾਂ ਥੈਂਕ ਯੂ ਸੋ ਮਚ। ਤੁਸੀਂ ਬੜੀ ਦੂਰੋਂ ਆਉਂਦੇ ਨੇ, ਮੈਂ ਐਡਰੈਸ ਨਹੀਂ ਦੱਸਦਾ ਬਟ ਇਟਸ ਲਾਈਕ ਓਵਰ 1.5 or 2 hours ਦੀ ਰਾਈਡ ਹੁੰਦੀ ਹੈ। ਅੱਛਾ ਲੱਗਦਾ ਕਿ ਦੇਖੋ ਸਾਡੇ ਜਿਹੜੀ ਕਮਿਊਨਿਟੀ ਹੈ ਕਮਿਟਡ ਹੈਗੇ ਨੇ, ਸੇਵਾ ਕਰਨ ਆਉਂਦੇ ਨੇ ਤਾਂ ਕਿ ਕਿਸੇ ਦੀ ਮਦਦ ਹੋਵੇ। ਥੈਂਕ ਯੂ ਫॉर ਕਮਿੰਗ, ਆਈ ਰੀਅਲੀ ਐਪਰੀਸ਼ੀਏਟ। ਨਾ ਥੈਂਕ ਯੂ ਫॉर ਇਨਵਾਈਟਿੰਗ ਮੀ ਐਂਡ ਹੈਵਿੰਗ ਔਨ ਦ ਸ਼ੋ। ਤਾਂ ਬਹੁਤ ਬਹੁਤ ਤੁਹਾਡਾ ਥੈਂਕ ਯੂ ਐਂਡ ਸਤਿ ਸ਼੍ਰੀ ਅਕਾਲ ਟੂ ਸਾਰਿਆਂ ਨੂੰ ਜਿਹੜੇ ਸੁਣ ਰਹੇ ਘਰ ਬੈਠੇ। ਨਹੀਂ ਥੈਂਕ ਯੂ ਤੁਸੀਂ ਡਿਜ਼ਰਵ ਕਰਦੇ ਹੋ, ਪ੍ਰੋਫੈਸ਼ਨਲ ਹੈਗੇ ਹੋ। ਹਾਊ ਡਿਡ ਯੂ ਗੈਟ ਇਨ ਟੂ ਦਿਸ ਬਾਏ ਦ ਵੇ? ਲੈਟਸ ਟਾਕ ਸਮਥਿੰਗ ਡਿਫਰੈਂਟ ਬਿਕਾਜ਼ ਬੜਾ ਇੰਪੋਰਟੈਂਟ ਹੁੰਦਾ। ਅਸੀਂ ਥੋੜ੍ਹੀ ਬਹੁਤੀ ਗੱਲ ਕਰਦੇ ਸੀ ਨਾ, ਸਾਡੀ ਲਾਈਫ ਦੇ ਵਿੱਚ ਨਾ ਹੁੰਦਾ ਜਦੋਂ ਯੰਗ ਹੁੰਦੇ ਹੋ ਨਾ ਤੁਸੀਂ 14-15 ਸਾਲ ਦੇ ਬੜਾ ਕੁਛ ਕਰਨਾ ਹੁੰਦਾ ਪਰ ਹਰ ਚੀਜ਼ ਨਹੀਂ ਨਾ ਹੁੰਦੀ। ਹਾਂਜੀ, ਉਹ ਡ੍ਰੀਮ ਦੀ ਡ੍ਰੀਮ ਰਹਿ ਜਾਂਦੀ ਹੈ। ਹਾਂਜੀ। ਸੋ ਵਨ ਡਿਡ ਯੂ ਡਿਸਾਈਡ ਜੋ ਤੁਸੀਂ ਹੁਣ ਪ੍ਰੋਫੈਸ਼ਨ ਹੈਗਾ ਤੁਹਾਡਾ ਮੈਂਟਲ ਹੈਲਥ ਦੇ ਵਿੱਚ, ਵਨ ਡਿਡ ਯੂ ਡਿਸਾਈਡ ਯੂ ਵਾਂਟ ਟੂ ਕਮ ਐਂਡ ਵਾਈ? ਸੋ ਮੈਂ ਜੰਪਲ ਇੰਡੀਆ ਦੀ, ਪੰਜਾਬ ਦੀ। ਸੋ ਜਦੋਂ ਮੇਰੀ ਗ੍ਰੈਜੂਏਸ਼ਨ ਫਾਰਮੇਸੀ ਦੀ ਹੋਈ ਪੰਜਾਬ ਦੇ ਵਿੱਚ ਅਤੇ ਮੈਂ ਯੰਗੈਸਟ 3 ਭੈਣਾਂ ਤੋਂ ਛੋਟੀ ਸੀ ਅਤੇ ਮੇਰੇ ਮੰਮੀ ਡੈਡੀ ਨੂੰ ਹੈਗਾ ਸੀ ਵੀ ਕਿ ਇਹਦਾ ਸਾਨੂੰ ਪ੍ਰੈਸ਼ਰ ਨਹੀਂ ਮੈਰਿਜ ਕਰਨ ਦਾ, ਸੋ ਇਹ ਮਾਸਟਰਸ ਕਰੇ। ਅਤੇ ਮੈਂ ਇੰਗਲੈਂਡ ਦੇ ਵਿੱਚ ਮਾਸਟਰਸ ਫਾਰਮੇਸੀ ਕਰਨ ਆਈ 2007। ਵਾਈ ਡਿਡ ਯੂ ਡੂ ਦੈਟ? ਤੁਹਾਡੇ ਮਾਈਂਡ 'ਚ ਸੀਗਾ ਫਾਰਮੇਸੀ? ਮੇਰੇ ਮਾਈਂਡ 'ਚ ਸੀ। ਮੈਂ ਮੈਡੀਕਲ ਫੀਲਡ 'ਚ ਕਾਫੀ ਮੇਰਾ ਇੰਟਰਸਟ ਸੀ। ਆਈ ਥਿੰਕ ਮੈਡੀਕੇਸ਼ਨ ਵਿੱਚ ਮੇਰਾ ਸ਼ੁਰੂ ਤੋਂ ਕਾਫੀ ਇੰਟਰਸਟ ਸੀ। ਮੈਂ ਕਿਊਰੀਅਸ ਹੁੰਦੀ ਸੀ ਕਿ ਮੈਡੀਕੇਸ਼ਨ ਦਵਾਈਆਂ ਬਣਦੀਆਂ ਕਿੱਦਾਂ। ਅਤੇ ਫਿਰ ਮੈਂ ਜਦੋਂ ਇੱਥੇ ਮਾਸਟਰਸ ਫਾਰਮੇਸੀ ਕੀਤੀ ਐਂਡ ਦੈਨ ਮੈਂ ਇੱਥੇ ਫਾਰਮਾਸਿਸਟ ਬਣ ਗਈ ਇਸ UK ਦੇ ਵਿੱਚ। ਫਿਰ ਮੈਂ ਫਾਰਮਾਸਿਸਟ ਕਮਿਊਨਿਟੀ ਦੇ ਵਿੱਚ 12 ਸਾਲ ਕੰਮ ਕੀਤਾ, 12 ਈਅਰਸ ਲੋਕਾਂ ਨੂੰ ਸਰਵ ਕਰਨ ਦਾ। ਅਤੇ ਮੋਸਟਲੀ ਮੇਰੇ ਡਰੱਗ ਐਡਿਕਟਸ ਸੀ ਜਿਹੜੇ ਏਰੀਆ 'ਚ ਮੈਂ ਫਾਰਮਾਸਿਸਟ ਮੈਨੇਜਰ ਸੀ, ਉੱਥੇ ਜ਼ਿਆਦਾ ਡਰੱਗ ਐਡਿਕਟਸ, ਯੰਗ ਮਾਮਸ ਜਿਹੜੀਆਂ ਡਰੱਗ ਐਡਿਕਟਸ ਦੇ ਬੱਚੇ, ਉਹਨਾਂ ਦੇ ਐਲਡਰਲੀ ਜਿਨ੍ਹਾਂ ਨੂੰ ਡਿਮੈਂਸ਼ੀਆ, ਅਲਜ਼ਾਈਮਰ ਹੋਇਆ ਸੀ। ਅਤੇ ਮੈਂ ਕਾਫੀ ਕਲੋਜ਼ ਸੀ ਆਪਣੀ ਕਮਿਊਨਿਟੀ ਦੇ ਵਿੱਚ। ਮੈਨੂੰ ਕਾਫੀ ਉਂਝ ਥੋੜ੍ਹਾ ਬੜਾ ਡਿਪਰਾਈਵਡ ਗੋਰਿਆਂ ਦਾ ਇਲਾਕਾ ਸੀ ਪਰ ਮੈਨੂੰ ਮੇਰੇ ਕਮਿਊਨਿਟੀ ਕਾਫੀ ਪਿਆਰ ਕਰਦੀ ਅਤੇ ਮੈਂ ਉਹਨਾਂ ਦੀ ਹੈਲਪ ਕਰਦੀ ਸੀ ਹਮੇਸ਼ਾ। ਮੇਰੀ ਲੌਂਗ ਜੋਬ ਹੁੰਦੀ ਸੀ ਅਤੇ ਉੱਥੋਂ ਫਿਰ ਮੇਰਾ ਮੈਂਟਲ ਹੈਲਥ ਨਾਲ ਜ਼ਿਆਦਾ ਮੇਰੀ ਅਟੈਚਮੈਂਟ ਹੋ ਗਈ ਵੀ ਉਹਨਾਂ ਦੀ ਮੈਂ ਹੈਲਪ ਕਰਨੀ, ਸਰਵ ਕਰਨਾ। ਦਵਾਈਆਂ ਦੇਣਾ ਮੇਰਾ ਬਹੁਤ ਥੋੜ੍ਹਾ ਕੰਮ ਸੀ। ਅਤੇ ਫਿਰ ਮੈਂ ਕੁਆਲੀਫਿਕੇਸ਼ਨ ਅੱਗੇ ਕੀਤੀ ਜਦੋਂ ਮੇਰੇ ਫਸਟ ਬੇਟਾ ਆਇਆ। ਉਸ ਤੋਂ ਬਾਅਦ ਅੱਗੇ ਮੈਂਟਲ ਹੈਲਥ ਦਾ ਡਿਪਲੋਮਾ ਪ੍ਰਿਸਕ੍ਰਾਈਬਿੰਗ, ਸੋ ਮੈਂ ਮੈਡੀਕੇਸ਼ਨ ਵੀ ਲਿਖ ਸਕਾਂ ਅਤੇ ਉਹ ਕਰਕੇ। ਅਤੇ ਫਿਰ ਮੈਂ ਮੈਂਟਲ ਹੈਲਥ ਹੋਸਪਿਟਲ ਜੁਆਇਨ ਕਰ ਲਿਆ ਕੋਵਿਡ ਤੋਂ ਥੋੜ੍ਹੀ ਦੇਰ ਪਹਿਲਾਂ, ਜਿਹੜਾ ਸਾਡੇ ਹੈਗਾ ਗੁੱਡ ਮੇਸ ਮੈਂਟਲ ਹੈਲਥ। ਉੱਥੇ ਫਿਰ ਮੈਂ ਕਲੀਨਿਕਲ ਫਾਰਮਾਸਿਸਟ ਮੈਂਟਲ ਹੈਲਥ ਦੀ ਬਣੀ ਅਤੇ ਉੱਥੋਂ ਫਿਰ ਮੈਂ ਇੰਟਰਸਟ ਜਿਵੇਂ ਵਾਰਡਸ ਵਿੱਚ ਕਰਨਾ। ਸੋ ਜਿਹੜੀਆਂ ਮੈਂਟਲ ਹੈਲਥ ਵਿੱਚ ਵਾਰਡ ਹੁੰਦੀਆਂ ਡਿਫਰੈਂਟ ਹੁੰਦੀਆਂ। ਕੁਛ ਹੁੰਦੀਆਂ ਯੰਗ ਵੂਮਨ ਦੀਆਂ, ਜਿਹੜੇ ਬਜ਼ੁਰਗ ਉਹਨਾਂ ਦੀਆਂ ਹੁੰਦੀਆਂ ਅਲਜ਼ਾਈਮਰ, ਡਿਮੈਂਸ਼ੀਆ ਦੀਆਂ, ਯੰਗ ਮੈਨ ਦੀਆਂ। ਜਦੋਂ ਤੁਹਾਡੀ ਇਹਦਾ ਕਨੈਕਸ਼ਨ ਹੋਣ ਲੱਗੀ ਤੁਸੀਂ ਜ਼ਿਆਦਾ ਇੰਟਰਸਟ ਲੈਣਾ ਸ਼ੁਰੂ ਕਰ ਦਿੱਤਾ? ਮੇਰਾ ਇੰਟਰਸਟ, ਪਰ ਆਈ ਥਿੰਕ ਮੇਰਾ ਜ਼ਿਆਦਾ ਕਨੈਕਸ਼ਨ ਸੀ ਵੀ ਲੋਕਾਂ ਨੂੰ ਹੁੰਦਾ ਕਿਉਂ ਆ, ਵੀ ਅਸੀਂ ਇਹਨੂੰ ਰੈਕੋਗਨਾਈਜ਼ ਕਿਉਂ ਨਹੀਂ ਕਰਦੇ, ਉਹਨਾਂ ਨੂੰ ਕਿਹੜੀ ਸਪੋਰਟ ਮਿਲ ਸਕਦੀ ਆ ਦਵਾਈਆਂ ਦੇ ਨਾਲ, ਕਿਹੜੀ ਆ ਅਤੇ ਉਵੇਂ ਕਿਵੇਂ। ਕਿਉਂਕਿ ਜਿਹੜੀ ਮੈਂਟਲ ਹੈਲਥ ਹੈ ਇੱਕ ਬੜੀ ਕੰਪਲੈਕਸ ਆ ਕਿ ਬੰਦੇ ਨੂੰ ਰਾਈਟ ਅਤੇ ਮੈਂਟਲ ਹੈਲਥ ਜਿਹੜੀ ਸ਼ੁਰੂ ਹੁੰਦੀ ਆ ਕੋਈ ਨਿੱਕੇ ਹੁੰਦੇ ਤੋਂ ਹੁੰਦੀ ਆ, ਕੋਈ ਕਿਸ ਸਟੇਜ ਦੇ ਵਿੱਚ। ਮੈਂਟਲ ਹੈਲਥ ਦਾ ਨਾ ਬੜੇ ਕਿਉਂਕਿ ਬੜਾ ਕੰਸਰਨਿੰਗ ਹੈਗਾ। ਹਾਂਜੀ, ਐਂਡ ਬੜਾ ਵੱਧ ਵੀ ਰਿਹਾ ਬਹੁਤ ਜਾਸਤੀ ਜੋ ਮਾਹੌਲ ਦੁਨੀਆ 'ਚ ਹੈਗਾ ਨਾ, ਕਲਾਈਮੇਟ ਇਨ ਅ ਸੈਂਸ, ਕਾਸਟ ਆਫ ਲਿਵਿੰਗ ਵਗੈਰਾ, ਜੋਬਸ ਵਗੈਰਾ, ਹਰ ਤਰੀਕੇ ਦਾ ਪੋਲੀਟਿਕਸ ਦਾ ਤੁਸੀਂ ਲੈ ਲਓ, ਕਿਸੇ ਤਰੀਕੇ ਨਾਲ ਪ੍ਰੈਸ਼ਰ ਕਰਕੇ ਲੋਕਾਂ ਨੂੰ ਇਹਦੀ ਬੜੀ ਪ੍ਰੋਬਲਮ ਹੋ ਗਈ ਹੈ। ਕਾਜ਼ ਕੀ ਹੈਗਾ ਨਹੀਂ ਹੈਗਾ, ਬੜੇ ਵੀਰੀਅਸ ਕਾਜ਼ਸ ਹੁੰਦੀਆਂ। ਲੇਕਿਨ ਇੱਕ ਬੜੀ ਸਰਪ੍ਰਾਈਜ਼ਿੰਗ ਗੱਲ ਹੈਗੀ ਹੈ ਇਹਦੇ ਵਿੱਚ। ਅਸੀਂ ਮੈਂਟਲ ਹੈਲਥ ਆਦਮੀਆਂ ਦੀ ਗੱਲ ਕਰਾਂਗੇ, ਮੈਂਟਲ ਹੈਲਥ ਵੂਮਨ ਦੀ ਗੱਲ ਕਰਾਂਗੇ,
ਐਲਡਰਲੀ ਬੰਦਿਆਂ ਨੂੰ ਮੈਂਟਲ ਹੈਲਥ ਦੀ ਹੁੰਦੀ ਹੈ, ਫਿਰ ਯੰਗਸਟਰ ਟੀਨੇਜਰ ਜਿਹੜੀ ਯੰਗ ਜਨਰੇਸ਼ਨ ਹੈਗੀ ਹੈ। ਹਾਂਜੀ। ਤੋ ਪਹਿਲਾਂ ਜਦੋਂ ਸ਼ੁਰੂ 'ਚ ਜਦੋਂ ਮੈਂ ਹੁਣ ਕਾਫੀ ਇਹਦੇ ਵਿੱਚ ਰਿਸਰਚ ਵਗੈਰਾ ਕੀਤਾ, ਇਟਸ ਨਾਟ ਕੁਆਇਟ ਏਜ ਰਿਲੇਟਡ ਇਜ਼ ਇਟ? ਨਾ, ਇਟਸ ਨੋ ਏਜ ਰਿਲੇਟਡ। ਸੋ ਕਈ ਜਦੋਂ ਸਾਨੂੰ ਮੈਂਟਲ ਹੁੰਦਾ ਵਾ, ਇੱਕ ਏਜ ਸਾਡੀ ਡੈਮੋਗ੍ਰਾਫਿਕ ਰਿਲੇਟਡ ਵੀ ਹੁੰਦਾ ਵਾ। ਕਹਿੰਦੇ ਨਾ, ਜੇ ਤੁਹਾਡਾ ਮਨ ਤੰਦਰੁਸਤ ਆ ਤੇ ਤੁਹਾਡਾ ਸਾਰਾ ਸਰੀਰ ਤੰਦਰੁਸਤ ਆ। ਸੋ ਮੈਂਟਲ ਹੈਲਥ ਸ਼ੁਰੂ ਹੁੰਦੀ ਜਿਹੜੀ ਏਜ ਰਿਲੇਟਡ। ਕਈ ਬੱਚਿਆਂ ਨੂੰ, ਹੁਣ ਸਾਡੇ ਇੱਥੇ ਬੱਚਿਆਂ ਦੇ ਵਿੱਚ ਮੈਂਟਲ ਹੈਲਥ ਬਹੁਤ ਜ਼ਿਆਦਾ ਹੈ, ਸਪੈਸ਼ਲੀ ਟੀਨੇਜਰ। ਸਪੈਸ਼ਲੀ ਜਦੋਂ ਦਾ ਕੋਵਿਡ ਹੋਇਆ, ਜਿਹੜੀਆਂ ਸਾਡੀਆਂ ਟੀਨੇਜਰ ਯੰਗ ਅਡਲਟਸ ਦੀਆਂ ਵਾਰਡਸ ਆ, ਉਹਨਾਂ 'ਚ ਸਪੇਸ ਹੀ ਨਹੀਂ ਹੈਗੀ। ਰੀਜ਼ਨ ਇਹੀ ਆ ਕਿਉਂਕਿ ਇੱਕ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਆ, ਟਾਈਮ ਨਹੀਂ ਬੱਚਿਆਂ ਨੂੰ ਉਸ ਤਰੀਕੇ ਦਾ ਮਿਲ ਰਿਹਾ, ਲਾਈਫ ਸਟਾਈਲ ਨਹੀਂ ਮਿਲ ਰਿਹਾ, ਫਰੀਡਮ ਵਾਲਾ ਜਿਹੜਾ ਸਾਡਾ ਲਾਈਫ ਸਟਾਈਲ ਸੀ ਉਹ ਡਿਫਰੈਂਟ ਸੀ, ਉਹ ਪ੍ਰੈਸ਼ਰ ਪਾ ਰਿਹਾ। ਜਾਂ ਕਈਆਂ ਦੇ ਵਿੱਚ ਫੈਮਿਲੀ ਸ਼ੌਕ, ਟਰਾਮਾ ਹੁੰਦਾ, ਉਹ ਕੋਜ਼ ਕਰਦਾ। ਜਦੋਂ ਆਪਾਂ ਯੰਗ ਹੁੰਦੇ, ਜਦੋਂ ਵੀ ਸਾਡੀ ਉਮਰ ਦੇ ਵੀ 20 ਤੋਂ ਇੱਕ ਪ੍ਰੈਸ਼ਰ, ਫਾਈਨੈਂਸ਼ੀਅਲ ਪ੍ਰੈਸ਼ਰ, ਮੈਰਿਜ ਦਾ, ਫੈਮਲੀਜ਼ ਦਾ, ਰਿਲੇਸ਼ਨਸ਼ਿਪ ਦਾ, ਉਹ ਡਿਪਰੈਸ਼ਨ। ਜਾਂ ਤੁਹਾਡੀ ਜੋਬ ਹੀ ਇੰਨੀ ਕੁ ਬਿਜ਼ੀ ਹੁੰਦੀ ਆ ਕਿ ਤੁਹਾਨੂੰ ਪਤਾ ਨਹੀਂ ਲੱਗਦਾ, ਤੁਹਾਡੀ ਲਾਈਫ 'ਚ ਕਈਆਂ ਨੂੰ ਰਸਤਾ ਨਹੀਂ ਦਿਖਦਾ ਕਿ ਉਹਨਾਂ ਲਾਈਫ ਦੇ ਵਿੱਚ ਕੀ ਕਰਨਾ, ਜਿਹਨੂੰ ਕਹਿੰਦੇ ਆਪਾਂ, ਉਹ ਪ੍ਰੈਸ਼ਰ ਪਾਉਂਦੀ ਹੈ। ਫਿਰ ਵੂਮਨ ਦੇ ਵਿੱਚ, ਕਿਉਂਕਿ ਅਸੀਂ ਬਹੁਤ ਚੇਂਜਿਸ ਤੋਂ ਜਾਂਦੀਆਂ, ਵੂਮਨ ਟੀਨੇਜਰਸ ਡਿਫਰੈਂਟ ਜਾਂਦੀਆਂ। ਫਿਰ ਜਦੋਂ ਮੈਰਿਜ ਹੁੰਦੀ, ਉਹ ਟੋਟਲੀ ਚੇਂਜ ਹੁੰਦੀ ਲਾਈਫ ਦੇ ਵਿੱਚ। ਮੈਂ ਗੱਲ ਕਰਾਂਗਾ ਬਿਕੋਜ਼ ਸਟੈਪ ਬਾਈ ਸਟੈਪ, ਕਿਉਂਕਿ ਕਾਫੀ ਸਵਾਲ ਹੈਗੇ ਮੈਨੂੰ। ਅਸੀਂ ਲੈਟਸ ਸਟਾਰਟ ਵਿਦ ਕੋਈ ਜਨਰਲ ਕੁਐਸਚਨ ਕਰਦੇ ਹਾਂ। ਇਹਦੇ ਵਿੱਚ ਨਾ ਕਾਮਨ ਹੈਲਥ ਕੰਡੀਸ਼ਨ ਕੀ ਹੁੰਦੀ ਹੈ? ਸੋ ਮੈਂਟਲ ਹੈਲਥ ਦੇ ਵਿੱਚ ਆਪਾਂ ਆਪਣੇ ਪਹਿਲਾਂ ਸਪੈਸ਼ਲੀ ਸਾਡੀ ਕਮਿਊਨਿਟੀ ਵਿੱਚ ਕਹਿੰਦੇ ਸੀ ਮੈਂਟਲ ਹੈਲਥ ਦਾ ਨਾਮ ਹੀ ਨਹੀਂ ਸੀ ਲਿਆ ਜਾਂਦਾ, ਨਹੀਂ ਕੋਈ ਨਹੀਂ, ਪਖੰਡ ਆ, ਇਹੀ ਆ। ਸੋ ਇਹੀ ਆ ਕਿ ਇੱਕ ਲਫ਼ਜ਼ ਮੈਂ ਹਮੇਸ਼ਾ ਯੂਜ਼ ਕਰਦਾ, ਡਿਨਾਇਲ। ਹਾਂ, ਡਿਨਾਇਲ ਸੀ ਇਹ, ਡਿਨਾਇਲ ਤੇ ਅਜੇ ਵੀ ਡਿਨਾਇਲ 'ਚ ਆ, ਪਰ ਹੁਣ ਥੋੜ੍ਹਾ ਜਿਹਾ ਖੁੱਲ੍ਹ ਕੇ ਆ ਰਿਹਾ ਵਾ। ਤੇ ਮੈਂਟਲ ਇੱਕ ਤੇ ਹੁੰਦਾ ਵਾ ਡਿਪਰੈਸ਼ਨ, ਲੋ ਮੂਡ ਡਿਪਰੈਸ਼ਨ, ਵੀ ਤੁਹਾਡੇ ਦਿਮਾਗ 'ਚ ਸ਼ਕਤੀ ਨਹੀਂ ਰਹਿ ਜਾਂਦੀ ਕੁਛ ਕਰਨ ਦੀ, ਤੁਸੀਂ ਜਿਹਨੂੰ ਕਹਿੰਦੇ ਨਾ ਟਿੱਗੀ ਢਾਲ ਲੈਂਦੇ। ਸੋ ਬਾਕੀ ਮੈਂਟਲ ਹੈਲਥ ਦੇ ਵਿੱਚ ਹੁੰਦੀਆਂ ਵਾ ਜਿਹੜੀਆਂ ਸਵੇਰ ਜਿਹਦੀ ਪ੍ਰੋਪਰ ਡਾਇਗਨੋਸ ਚਾਹੀਦੀ ਹੁੰਦੀ ਹੈ। ਜਦੋਂ ਲੋ ਮੂਡ ਹੋਵੇ ਜਾਂ ਡਿਪਰੈਸ਼ਨ ਹੋਵੇ, ਉਹ ਟੈਂਪਰੇਰੀ ਕਿਸੇ ਵੇ ਹੋ ਸਕਦਾ, ਤੁਹਾਡੀ ਲਾਈਫ ਚੇਂਜਿਸ ਹੋਈਆਂ ਜਾਂ ਤੁਹਾਨੂੰ ਕੁਛ ਰਸਤਾ ਨਹੀਂ ਲੱਭ ਜਾਂ ਸਟ੍ਰੈਸ ਜਾਂ ਓਵਰਵੈਲਮ ਨਾ। ਪਰ ਜਿਹੜੀਆਂ ਮੇਨ ਡਾਇਗਨੋਸ ਚਾਹੀਦੀ ਹੁੰਦੀਆਂ, ਬਾਈਪੋਲਰ, ਸਕੀਜ਼ੋਫਰੀਨੀਆ, ਪੈਰਾਨੋਇਡ, ਸਾਈਕੋਸਿਸ, ਦੋਜ਼ ਆਰ ਦ ਸੀਰੀਅਸ ਵਨਸ ਹੋ ਗਏ ਨਾ, ਉਹ ਸੀਰੀਅਸ ਆ, ਉਹ ਪ੍ਰੋਪਰ ਡਾਇਗਨੋਸ ਹੋਣੀਆਂ ਚਾਹੀਦੀਆਂ। ਫਿਰ ਉਹਦਾ ਟ੍ਰੀਟਮੈਂਟ ਪਲਾਨ ਬਹੁਤ ਡਿਫਰੈਂਟ ਹੁੰਦਾ ਵਾ। ਪਰ ਤੁਸੀਂ ਰੈਕਗਨਾਈਜ਼ ਕਿੱਦਾਂ ਕਰਦੇ ਹੋ? ਪਹਿਲਾਂ ਦੇਖੋ, ਜਿੱਦਾਂ ਮੈਂ ਤੁਹਾਨੂੰ ਸ਼ੁਰੂ 'ਚ ਕਹਿ ਕੇ ਹਟਿਆ ਨਾ, ਹਾਂਜੀ, ਪਹਿਲਾਂ ਸਟਾਰਟ ਦੇ ਵਿੱਚ ਤਾਂ ਡਿਨਾਇਲ ਹੁੰਦਾ ਆ ਆਲਵੇਜ਼। ਬੰਦਾ ਨਾ ਤੇ ਪਬਲਿਕ, ਨਾ ਖੁਦ ਤਾਂ ਬੰਦਾ ਨਹੀਂ ਨਾ ਕਰਦਾ, ਉਹਨੂੰ ਨਹੀਂ ਲੱਗਦਾ ਕਿ ਮੈਨੂੰ ਉਹਨੂੰ ਪਤਾ ਨਹੀਂ ਹੈਗਾ ਨਾ, ਕਿਉਂਕਿ ਉਹਦੇ ਸਾਈਨ ਕੀ ਹੈ ਵੈਸੇ? ਸੋ ਸਾਈਨ ਜਿਹੜਾ ਤੇ ਬੰਦਾ ਬਹੁਤ ਇਮੋਸ਼ਨਲ ਹੋਊਗਾ, ਐਂਗਜ਼ਾਇਟੀ, ਪੈਲਪੀਟੇਸ਼ਨ, ਸ਼ੇਕਿੰਗ ਕਰਨਾ, ਇੱਕਦਮ ਗੁੱਸੇ 'ਚ ਆਉਣਾ, ਆਪਣੇ ਆਪ ਤੇ ਕੰਟਰੋਲ ਨਹੀਂ ਹੋਣਾ, ਜਾਂ ਰੋਈ ਜਾਣਾ, ਗੱਲ ਤੇ ਇਮੋਸ਼ਨਲ ਹੋਣਾ। ਐਂਡ ਸੈਕੰਡਲੀ ਕਈ ਜਿਹੜਾ ਵੈਰੀ ਸਵੀਅਰ ਡਿਪਰੈਸ਼ਨ ਹੁੰਦਾ ਵਾ, ਉਹਦੇ ਵਿੱਚ ਬੈੱਡ 'ਚੋਂ ਨਹੀਂ ਨਿਕਲਣਾ, ਆਪਣਾ ਖਿਆਲ ਨਹੀਂ ਰੱਖਣਾ, ਨਹਾਉਣਾ ਨਹੀਂ, ਧੋਣਾ ਨਹੀਂ ਟਾਈਮ 'ਚ, ਜਾਂ ਖਾਈ ਜਾਣਾ ਜਾਂ ਨਹੀਂ ਖਾਈ ਜਾਣਾ। ਸੋ ਇਹਨੂੰ ਕਹਿੰਦੇ ਆਪਾਂ ਡਿਪਰੈਸ਼ਨ, ਲੋ ਮੂਡ ਜਾਂ ਐਂਗਜ਼ਾਇਟੀ ਦੇ, ਜਿਹਨੂੰ ਆਪਾਂ ਮੇਨ ਸਿੰਪਟਮ ਹੈ ਜਿਹੜਾ ਨੋਰਮਲ ਪਾਇਆ ਜਾਂਦਾ। ਜਿਹੜਾ ਦੂਜਾ ਵਾ ਉਹਦੇ ਵਿੱਚ ਜੇ ਤੇ ਬਾਈਪੋਲਰ ਆ, ਇੱਕਦਮ ਬੰਦਾ ਬਿਲਕੁਲ ਸਹੀ ਆ, ਖੜ ਰਿਹਾ, ਤੇ ਇੱਕਦਮ ਇੰਨਾ ਕੁ ਅਗਰੈਸਿਵ ਹੋ ਜਾਂਦਾ ਵੀ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਸਕਦਾ। ਸਕੀਜ਼ੋਫਰੀਨੀਆ ਦੇ ਵਿੱਚ ਵੀ ਉਹ ਸਾਈਕੋਸਿਸ ਇੰਨਾ ਕੁ ਸਵੀਅਰ ਹੁੰਦਾ ਕਿ ਬੰਦੇ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਿਹਾ ਵਾ। ਪਰ ਜੇ ਮੈਂ ਪਹਿਲਾਂ ਲਾਈਟ ਕੰਡੀਸ਼ਨ ਮੈਂ ਕਰਾਂ, ਸੋ ਸਿੰਪਟਮਸ ਨੂੰ ਨੋਟਿਸ ਕਰਨਾ ਵੀ ਚੇਂਜਿਸ ਕਿਵੇਂ ਹੋ ਰਹੀਆਂ। ਮੈਂ ਤੁਹਾਨੂੰ ਗੱਲ ਕਰਦਾ ਪਿਆ, ਅਸੀਂ ਨਾ ਇੰਨੇ ਦੇਰ ਹੋ ਗਈ, ਬੱਚੇ ਸਾਰੇ ਜਿੱਦਾਂ ਤੁਸੀਂ ਸਾਰੇ ਪੜ੍ਹੇ ਲਿਖੇ ਹੈਗੇ ਹੋ, ਤੁਹਾਡੇ ਮਦਰ ਲਾਅ, ਤੁਹਾਡੀ ਫੈਮਿਲੀ ਜਿਹਨੇ ਇਹ ਐਲਡਰਲੀ ਹੈਗੇ ਆ, ਤੁਸੀਂ ਉਹਨਾਂ ਨੂੰ ਕੁਛ ਤਾਂ ਦੱਸਦੇ ਨਾ ਥੋੜ੍ਹਾ ਬਹੁਤਾ, ਜਿੱਦਾਂ ਹੁਣ ਅਸੀਂ ਕੋਸ਼ਿਸ਼ ਕਰਦੇ ਲੋਕਾਂ ਦੀ ਮਦਦ ਹੋਵੇ। ਦਿਸ ਇਜ਼ ਦੈਟਸ ਵਾਈ ਵੀ ਡੂਇੰਗ ਦ ਸ਼ੋ। ਤੇ ਇਹਦੇ ਵਿੱਚ ਨਾ ਹੁਣ ਅਸੀਂ ਆਮ ਦੇਖਿਆ ਜਾਂਦਾ, ਲੋਕੀ ਜਦੋਂ ਬਜ਼ੁਰਗ ਆਪਣੇ ਗੱਲ ਕਰਦੇ ਨੇ, ਅੱਜ ਕੱਲ੍ਹ ਤਾਂ ਨਾ ਮੈਨੂੰ ਚੇਤਾ ਨਹੀਂ ਰਹਿੰਦਾ, ਹੈ ਨਾ, ਬੜਾ ਕਾਮਨ ਲਫ਼ਜ਼ ਹੈ ਬਜ਼ੁਰਗਾਂ ਦੇ ਵਿੱਚ। ਅੱਛਾ, ਹੁਣ ਤੁਸੀਂ ਬੜੀ ਦਫਾ ਦੇਖਦੇ ਹੋ, ਇਹ ਜਨਰਲ ਟੌਪਿਕ ਹੈਗਾ, ਕਿਉਂਕਿ ਹਰ ਇੱਕ ਨੂੰ ਹੁੰਦਾ ਨਹੀਂ। ਪਲੀਜ਼ ਫਿਕਰ ਨਹੀਂ ਕਰਨਾ, ਕਿਉਂਕਿ ਜ਼ਰੂਰੀ ਜੋ ਅਸੀਂ ਗੱਲਾਂ ਕਰ ਰਹੇ ਕਿ ਹਰ ਇੱਕ ਨੂੰ ਉਸੇ ਤਰੀਕੇ ਨਾਲ ਹੁੰਦਾ ਹੈ। ਬੋਡੀ 'ਤੇ ਡਿਪੈਂਡ ਕਰਦਾ, ਤੁਹਾਡੇ ਸਿਸਟਮ 'ਤੇ ਡਿਪੈਂਡ ਕਰਦਾ, ਤੁਸੀਂ ਆਪਣੀ ਬੋਡੀ ਨੂੰ ਕਿੱਦਾਂ ਮੇਨਟੇਨ ਕਰਕੇ ਰੱਖਿਆ, ਆਪਣੇ ਮਾਈਂਡ ਨੂੰ ਕਿੱਦਾਂ ਕੀਤਾ, ਉਹ ਚੀਜ਼ ਸਾਰੇ ਕੰਟਰੋਲ ਕਰਦੀ ਹੈ। ਅਸੀਂ ਨਾ ਕਿਸੇ ਤੁਸੀਂ ਚੀਜ਼ ਲੈਣ ਜੰਕਸ਼ਨ ਵੀ ਕਰਦੇ ਨੇ, ਦਫੜਾ ਦਫੜੀ ਤੁਸੀਂ ਉੱਪਰ ਗਏ ਕੋਈ ਚੀਜ਼ ਲੈਣ ਗਏ ਨਾ, ਸਪਲਿਟ ਸੈਕਿੰਡ ਤੁਸੀਂ ਭੁੱਲ ਜਾਂਦੇ ਮੈਂ ਕੀ ਲੈਣਾ ਆਇਆ। But that's not a sign, is it? No, that's one of the symptom, ਪਰ ਉਹ ਚੇਤਾ ਭੁੱਲਣ ਕਿੰਨੀ ਕੁ ਸਵੇਰਟੀ ਤੱਕ ਜਾਂਦਾ ਕਈ ਜਦੋਂ you remember within few minutes normally ਆਪਾਂ ਜਿੰਨੀ ਸਾਡੀ ਬਿਜ਼ੀ ਲਾਈਫ ਸਟਾਈਲ ਆ ਉਹਨਾਂ ਸਾਨੂੰ ਚੇਤਾ ਭੁੱਲ ਜਾਂਦਾ। ਪਰ ਜਿਹੜਾ ਇੰਡੀਕੇਟਰ ਹੁੰਦਾ ਵਾ, ਜਿਵੇਂ ਮੰਨ ਲਓ ਡੋਰ ਖੁੱਲ੍ਹੇ ਰਹਿਣ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਬਾਹਰ ਚਲੇ ਗਏ ਤੇ ਘਰ ਆਉਣ ਦਾ ਰਸਤਾ ਭੁੱਲ ਗਿਆ, ਜਾਂ ਕੋਈ ਇੱਦਾਂ ਦੀ ਚੀਜ਼ ਆ ਵੀ ਮੰਨ ਲਓ ਕਾਰ ਜਿਹੜੀ ਕਿਸੇ ਘਰ ਦੇ ਅੱਗੇ ਪਾਰਕ ਕਰਤੀ। ਹੁਣ ਜਿਵੇਂ ਸਾਡੇ ਕੋਲ ਮੇਰੀ ਜਿਹੜੀ ਕੈਮਿਸਟ ਉੱਥੇ ਇੱਕ ਲੇਡੀ ਸੀ ਜਿਹਨੂੰ ਮੈਂ ਡਾਇਗਨੋਸ ਕਰਨਾ ਸ਼ੁਰੂ ਕਰਤਾ ਸੀ ਜਦੋਂ ਮੈਂ ਸਿਰਫ ਫਾਰਮਾਸਿਸਟ ਸੀ। ਉਹਨੇ ਕਾਰ ਸ਼ੁਰੂ 'ਚ ਆਉਣਾ ਤੇ ਉਹਨੇ ਕਹਿਣਾ ਮੈਂ ਨਾ ਅੱਜ ਮੈਡੀਕੇਸ਼ਨ ਨਹੀਂ ਖਾਧੀ ਲੱਗਦਾ ਤੇ ਮੈਨੂੰ ਹੋਰ ਮੈਡੀਕੇਸ਼ਨ ਦਿਓ। 2-3 ਵਾਰ ਆਈ ਤੇ ਫਿਰ ਮੈਂ ਦਵਾ ਖਾ ਕੇ ਨਾ ਫਿਰ ਉਹਨਾਂ ਨੂੰ ਭੁੱਲ ਜਾਂਦੇ ਨੇ ਕਿ ਮੈਂ ਖਾ ਲਈ ਕਿ ਨਹੀਂ ਖਾ ਲਈ। ਹਾਂ,
ਸੋ ਨਾਰਮਲੀ ਫਿਰ ਉਹ ਸਾਡੇ ਕੋਲ ਬਾਹਰ ਰੋਜ਼ ਲੈਣ ਆਉਂਦੀ ਸੀ, ਪਰ ਅਸੀਂ ਉਹਦਾ ਪਿਲ ਬਾਕਸ ਬਣਾਇਆ। ਫਿਰ ਸਾਨੂੰ ਪਤਾ ਲੱਗਾ ਕਿ ਡਿਮੈਂਸ਼ੀਆ ਹੋ ਰਿਹਾ ਇਹਨੂੰ। ਫਿਰ ਜਿਵੇਂ ਕਾਰ ਪਾਰਕ ਕਰਕੇ ਆਈ ਸਾਡੇ ਕੋਲ ਤੇ ਕਹਿੰਦੀ ਮੇਰੀ ਕਾਰ ਨਹੀਂ ਲੱਭ ਰਹੀ, ਪਤਾ ਨਹੀਂ ਮੈਂ ਕਿੱਥੇ ਪਾਰਕ ਕਰ ਲਈ ਹੈ ਤੇ ਮੈਨੂੰ ਦੱਸੋ। ਫਿਰ ਉੱਥੋਂ ਪਤਾ ਲੱਗਾ, ਫਿਰ ਮੈਂ GP ਨੂੰ ਰਿਪੋਰਟ ਕੀਤਾ, ਉਹਦੀ ਫੈਮਿਲੀ ਨੂੰ। ਸੋ ਇਦਾਂ ਦੇ ਸਾਈਨ ਵੀ ਜਿਹੜੇ ਥੋੜੇ ਜਿਹੇ ਸਿਗਨੀਫੀਕੈਂਟ ਆ, ਚੇਤਾ ਭੁੱਲਣ ਦੇ ਸਾਈਨ, ਥੋੜੇ ਜਿਹੇ ਵੀ ਸਪੈਸ਼ਲ ਸਾਈਨ ਆ। ਅੱਛਾ, ਇੱਕ ਤੇ ਕੱਪੜੇ ਨਹੀਂ ਪਾ ਕੇ ਗਏ ਤੁਸੀਂ, ਨਾਈਟ ਸੂਟ 'ਚ ਹੀ ਬਾਹਰ ਚਲੇ ਗਏ, ਪਤਾ ਨਹੀਂ ਲੱਗਾ ਵੀ ਮੈਂ, ਉਹ ਤਾਂ ਫਿਰ ਕਲੀਅਰ ਸਾਈਨ ਹੋ ਗਿਆ ਨਾ। ਹਾਂ, ਫਿਰ ਉਹ ਕਲੀਅਰ ਸਾਈਨ ਹੋਣੇ ਸ਼ੁਰੂ ਹੋ ਜਾਂਦੇ। ਕਈ ਦਫਾ ਪਤਾ ਕੀ ਹੁੰਦਾ, ਦੇਖੋ ਇੱਕ ਤੇ ਸਾਈਨ ਹੋ ਗਿਆ, ਬੰਦਾ ਭੁੱਲਦਾ ਹੈ ਚੀਜ਼ਾਂ ਨੂੰ, ਫੋਰਗੇਟ ਹੋ ਜਾਂਦਾ ਹੈ, ਸ਼ਾਰਟ ਮੈਮਰੀ, ਲੇਕਿਨ ਉਹ ਵਾਪਸ ਵੀ ਆ ਜਾਂਦੀ ਹੈ ਵੈਰੀ ਕੁਇਕ। ਵੈਰੀ ਕੁਇਕ। ਇੱਕ ਹੁੰਦੀ ਹੈ ਕਿ ਯੂ ਆਰ ਵੈਰੀ ਤੁਸੀਂ ਕਿ ਮੈਂ ਲਾਈਟ ਬੰਦ ਕੀਤੀ ਹੈ, ਫਿਰ ਜਾ ਕੇ ਚੈੱਕ ਕਰਦੇ ਹੋ, ਮੈਂ ਇਹ ਕੀਤਾ, ਉਹ ਫੇਰ ਕਰਦੇ ਹੋ। ਹਾਂਜੀ, ਯੂ نو ਯੂ ਓਵਰ ਪੋਸੈਸ ਡੂਇੰਗ ਥਿੰਗਸ ਓਵਰ ਅਗੇਨ। ਹਾਂਜੀ, ਉਹ ਵੀ ਸਾਈਨ ਹੈਗਾ। ਉਹ ਵੀ ਮੈਂਟਲ ਹੈਲਥ ਦੇ ਵਿੱਚ ਆਉਂਦਾ। ਓਵਰ ਐਕਸਾਈਟਮੈਂਟ ਨੂੰ ਵੀ ਮੈਂਟਲ ਹੈਲਥ ਦੇ ਵਿੱਚ ਮੈਂ ਕਹਿੰਦਾ ਡਿਸਪਲਿਨ ਬੰਦਾ ਹੈਗਾ। ਹਾਂਜੀ, ਡਿਸਪਲਿਨ ਨਹੀਂ, ਉਹਨੂੰ ਕਹਿੰਦੇ ਆਪਾਂ OCD। ਸੋ ਕਈ ਜਿਹੜੇ ਹੁੰਦੇ ਉਹ 3-4 ਵਾਰੀ ਦਿਨ 'ਚ ਨਹਾਉਂਦੇ, ਉਹ OCD ਦੀ ਮੈਂਟਲ ਹੈਲਥ ਵਿੱਚ। ਪਰ ਉਹ ਰੇਅਰ ਕੇਸ OCD ਦੇ ਹੁੰਦੇ, ਬਹੁਤ ਕਾਮਨ ਵੀ ਨੇ, ਪਰ ਇੰਨੇ ਜ਼ਿਆਦਾ ਨਹੀਂ ਹੈਗੇ ਜਿੰਨੇ ਡਿਪਰੈਸ਼ਨ ਜਾਂ ਸਕੀਜ਼ੋਫਰੀਨੀਆ ਜਾਂ ਪੈਰਾਨੋਇਡ ਜਾਂ ਬਾਈਪੋਲਰ ਦੇ ਹੈਗੇ। ਇਹ ਬਹੁਤ ਕਾਮਨ ਸਾਡੇ ਵਿੱਚ ਪਾਏ ਜਾਂਦੇ। ਹੁਣ ਐਲਡਰਲੀ ਦੇ ਵਿੱਚ ਡਿਮੈਂਸ਼ੀਆ ਤੇ ਅਲਜ਼ਾਈਮਰ, ਪਰ ਮੇਨ ਉਹ ਵੀ ਹੁੰਦਾ ਕਿ ਜਦੋਂ ਫਿਰ ਜ਼ਿਆਦਾ ਸਵੀਅਰ ਹੋਣਾ ਸ਼ੁਰੂ ਹੋ ਜਾਂਦੇ, ਅਗਰੈਸਿਵ ਹੋਣਾ ਸ਼ੁਰੂ ਹੋ ਜਾਂਦੇ, ਜ਼ਿਆਦਾ ਗੁੱਸਾ ਬਹੁਤ ਆਉਣ ਲੱਗ ਪੈਂਦਾ ਬਜ਼ੁਰਗਾਂ ਨੂੰ, ਜਦੋਂ ਇਰੀਟੇਟ ਵੀ ਨਾਲ ਹੋਣ ਲੱਗ ਪਣ, ਜਾਂ ਖਾਣ ਦਾ ਚੇਤਾ ਭੁੱਲ ਜੇ, ਜਾਂ ਵੇਟ ਲੋਸ, ਉੱਥੋਂ ਸਾਨੂੰ ਪਤਾ ਲੱਗਦਾ ਵੀ ਇਹ ਐਲਡਰਲੀ ਥੋੜ੍ਹਾ ਜਿਹਾ ਡਿਮੈਂਸ਼ੀਆ ਵੱਲ ਜਾ ਰਿਹਾ। ਫਿਰ ਉਹਦੀ ਉਸੇ ਵੇਲੇ GP ਜਿਹੜੇ ਅਸੈਸਮੈਂਟ ਸ਼ੁਰੂ ਕਰ ਦਿੰਦੇ ਤੇ ਪਤਾ ਲੱਗਦਾ ਵੀ ਕੀ ਹੋ ਰਿਹਾ ਬੋਡੀ ਦੇ ਵਿੱਚ ਤੇ ਕੀ। ਵਾਟ ਏਜ ਗਰੁੱਪ ਡੈਮੋਗ੍ਰਾਫਿਕ ਦੇ ਵਿੱਚ ਕਿੱਥੇ ਤੁਸੀਂ ਇਹਨੂੰ ਪ੍ਰੋਪੋਰਸ਼ਨ ਕਰਦੇ ਹੋ? ਜਿਹੜੀ ਡਿਮੈਂਸ਼ੀਆ ਅਲਜ਼ਾਈਮਰ, ਜਿਹੜਾ ਡਿਮੈਂਸ਼ੀਆ ਵਾ ਹੁਣ ਤੇ 60 ਤੋਂ ਸਾਨੂੰ ਹੁੰਦਾ ਵਾ ਕਿ ਤੁਸੀਂ ਮੋਨੀਟਰ ਕਰਨਾ ਸ਼ੁਰੂ ਕਰ ਦਿਓ। ਐਸ ਸੂਨ ਐਸ ਯੂ ਸੀ 60। ਪਹਿਲਾਂ ਜ਼ਿਆਦਾ ਸੀ, ਹੁਣ ਥੋੜਾ ਯੰਗਰ ਹੈ। ਇਹਦਾ ਥੋੜਾ ਜਿਹਾ ਜੈਨੇਟਿਕ ਵੀ ਹੈਗਾ ਵਾ। ਸੋ ਕਈਆਂ ਦੇ ਜੇ ਫੈਮਿਲੀ ਦੇ ਵਿੱਚ ਹੈਗਾ ਵਾ, ਫਿਰ ਉਹਦਾ ਤੁਸੀਂ ਪ੍ਰੀਕਾਸ਼ਨ ਯੂਜ਼ ਕਰਨੀ। ਇੱਕ ਮੇਰਾ ਪਰਸਨਲ ਕੁਐਸਚਨ ਹੈ ਵੈਰੀ, ਬਿਕੋਜ਼ ਬੜੀ ਕਾਮਨ ਚੀਜ਼ ਲੋਕ ਮੰਨਦੇ ਨੇ, ਬਿਕੋਜ਼ ਮੈਂ ਨਹੀਂ ਮੰਨਦਾ ਚੀਜ਼ ਨੂੰ। ਹਾਂਜੀ, ਲੋਨਲੀਨੈਸ ਡਸ ਨਾਟ ਕਾਜ਼ ਦ ਡਿਪਰੈਸ਼ਨ, ਡਸ ਇਟ? ਯੈਸ, ਇਟਸ ਦ ਮੇਨ ਰੀਜ਼ਨ। ਲੋਨਲੀਨੈਸ ਬਹੁਤ ਵੱਡਾ, ਡਿਪਰੈਸ਼ਨ ਦਾ ਤੇ ਬਹੁਤ ਵੱਡਾ ਵਾ। ਸੋ ਜਿਹੜੇ ਉਹ ਐਲਡਰਲੀ ਦੇ ਵਿੱਚ ਡਿਪਰੈਸ਼ਨ, ਜਦੋਂ ਜੇ ਡਿਮੈਂਸ਼ੀਆ ਅਲਜ਼ਾਈਮਰ ਨਹੀਂ ਆ, ਐਲਡਰਲੀ ਦੇ ਵਿੱਚ ਲੋਨਲੀਨੈਸ ਬਹੁਤ ਆ। ਕੰਟਰੋਲ ਉਹਨਾਂ ਦਾ ਜੇ ਛੁੱਟ ਜੇ, ਉਸ ਚੀਜ਼ ਦਾ ਫਿਜ਼ੀਕਲ ਐਬਿਲਿਟੀ ਦਾ ਕੰਟਰੋਲ ਛੁੱਟਦੇ ਵੀ, ਜਦੋਂ ਬਜ਼ੁਰਗ ਹੋ ਜਾਂਦੇ ਉਹ ਚੀਜ਼ਾਂ ਨਹੀਂ ਕਰ ਸਕਦੇ ਜਿਹੜੀਆਂ ਪਹਿਲਾਂ ਉਹ ਕਰਦੇ ਸੀ, ਹੈ ਨਾ, ਵੀ ਉਹਨਾਂ ਦੀ ਬੋਡੀ। ਉਦੋਂ ਤਾਂ ਫਿਰ ਬੰਦਾ ਵਾਟਸ ਦ ਰਾਈਟ ਵਰਡ, ਇਰੀਟੇਟ ਹੁੰਦੇ ਨੇ ਨਾ। ਹਾਂ, ਇਰੀਟੇਟ ਹੋ ਕੇ ਤੇ ਫਿਰ ਉਹ ਸੈਡ ਹੋਣਾ ਸ਼ੁਰੂ, ਕਈਆਂ ਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ, ਕਹਿੰਦੇ ਨਾ ਚਿੜਿਆ ਹੋਇਆ ਵਾ ਇਹ, ਉਹਨਾਂ ਨੂੰ ਗੁੱਸਾ ਆਉਣਾ, ਉਹ ਅਗਰੈਸਿਵ ਸਾਈਡ ਤੇ ਹੋ ਜਾਂਦੇ ਆ, ਜਾਂ ਇਮੋਸ਼ਨਲ ਹੋ ਜਾਂਦੇ ਵੀ ਗੱਲ ਤੇ ਰੋਈ ਜਾਣਾ, ਜਾਂ ਗੁੱਸਾ ਆ ਗਿਆ ਫਿਰ ਰੋਣ ਲੱਗ ਪੈਣਾ, ਕੰਟਰੋਲ ਨਹੀਂ, ਉਹਨੂੰ ਐਂਗਜ਼ਾਇਟੀ ਕਹਿ ਦਿੰਦੇ ਆ। ਔਰਤਾਂ ਦੇ ਤਾਂ ਮੈਨੋਪੌਜ਼ ਹੋ ਗਈ ਨਾ, ਤੇ ਅਸੀਂ ਗੱਲ ਕਰਾਂਗੇ ਬਾਅਦ ਦੇ ਵਿੱਚ, ਵਿਲ ਕਮ ਟੂ ਦ ਵੂਮਨ ਐਜ਼ ਵੈਲ। ਇਹ ਜਦੋਂ ਬੋਡੀ ਚੇਂਜ ਹੁੰਦੀ ਇਨਸਾਨ ਦੀ, ਤੁਸੀਂ ਯੰਗ ਹੁੰਦੇ, ਤੁਸੀਂ ਫਾਸਟ ਥਿੰਕਿੰਗ ਕਰਦੇ ਹੋ, ਫਾਸਟ ਟਾਕ ਕਰਦੇ ਹੋ, ਫਾਸਟ ਵਾਕ ਕਰਦੇ ਹੋ, ਕੋਈ ਚੀਜ਼ ਦੇਖਦੇ ਹੋ ਤੁਸੀਂ ਸਪਿਰਿਟ ਸੈਕਿੰਡ ਤੋਂ ਉਹਨੂੰ ਫੜ ਲੈਂਦੇ ਹੋ। ਯੂ ਡੋਂਟ ਨੋ, ਤੁਸੀਂ ਤੁਹਾਡਾ ਜਿਹੜਾ ਇਮੋਸ਼ਨ ਹੈਗਾ ਸਲੋ ਹੋ ਜਾਂਦਾ ਹੈ, ਏਜ ਦੇ ਮੁਤਾਬਿਕ ਹੋ ਜਾਂਦਾ ਹੈ। ਫਿਰ ਤੁਸੀਂ ਦੇਖਦੇ ਹੋ ਕਿ ਮੈਂ ਉਹ ਨਹੀਂ ਕਰ ਸਕਦਾ ਜੋ ਮੈਂ ਪਹਿਲਾਂ ਕਰਦਾ ਸੀਗਾ। ਉਹ ਡਸ ਦੈਟ ਇਰੀਟੇਟ ਯੂ ਲੋਟ? ਇਰੀਟੇਟ। ਔਰ ਕਈਆਂ 'ਚ ਸੈਡ, ਜੇ ਕੋਈ ਨਾਲ ਮੈਡੀਕਲ ਕੰਡੀਸ਼ਨ ਹੋ ਜਾਏ ਐਲਡਰਲੀ ਦੇ ਵਿੱਚ, ਫਿਰ ਉਹਨਾਂ ਨੂੰ ਫਿਰ ਉਹ ਡਿਪਰੈਸ਼ਨ ਹੋ ਜਾਂਦੇ ਆ। ਕਈ ਮੋਸਟਲੀ ਡਾਇਬਟੀਜ਼ ਤੇ ਹਾਈਪਰਟੈਂਸ਼ਨ, ਜਿਹੜੇ ਹਾਰਟ ਰਿਸਕ ਵਾਲੇ ਹੁੰਦੇ ਆ, ਉਹਨਾਂ ਨੂੰ ਡਿਪਰੈਸ਼ਨ ਦਾ ਸਾਨੂੰ ਕਾਫੀ ਧਿਆਨ ਰੱਖਣਾ ਪੈਂਦਾ, ਕਿਉਂਕਿ ਉਹ ਮੈਡੀਕੇਸ਼ਨ ਇੰਨੀ ਖਾ ਰਹੇ ਆ, ਉਹ ਇਸ ਤਰ੍ਹਾਂ ਫਿਰ ਉਹ ਡਿਪਰੈਸ਼ਨ ਦੇ ਰੂਟ ਤੇ ਮੈਡੀਕੇਸ਼ਨ ਵੀ, ਕਈ ਮੈਡੀਕੇਸ਼ਨ ਹੈਗੀਆਂ ਜਿਹੜੀਆਂ ਥੋੜ੍ਹਾ ਜਿਹਾ ਕਿਸੇ ਵੇਲੇ ਕੋਜ਼ ਕਰ ਸਕਦੀਆਂ, ਪਰ ਜ਼ਿਆਦਾ ਕਿਉਂਕਿ ਉਹ ਸਮਝਦੇ ਹਾਏ ਮੈਨੂੰ ਵੀ ਬਿਮਾਰੀ ਆ ਲੱਗ ਗਈ ਆ, ਜਾਂ ਮੈਂ ਬਿਮਾਰ ਆ ਹੁਣ, ਤੇ ਓਬਵੀਅਸਲੀ ਜਿਹੜੀ ਲੋਨਲੀਨੈਸ ਆ, ਜੇ ਫੈਮਿਲੀ ਦੇ ਵਿੱਚ ਨਹੀਂ ਰਹਿੰਦੇ, ਇਕੱਲੇ ਰਹਿੰਦੇ ਬਜ਼ੁਰਗ, ਫਿਰ ਉਹ ਵੀ ਡਿਪਰੈਸ਼ਨ, ਜਿਹੜੇ ਲੋ ਮੂਡ ਤੋਂ ਫਿਰ ਹੌਲੀ ਹੌਲੀ ਡਿਪਰੈਸ਼ਨ ਚੱਲ ਜਾਂਦੇ। ਮੈਂ ਆਪਣੀ ਸੁਸਾਇਟੀ ਸਰਕਲ 'ਚ ਦੇਖਿਆ, ਨਾਮ ਨਹੀਂ ਲਵਾਂਗਾ, ਬੜੇ ਲੋਕ TV ਕਰਕੇ ਬੜੀ ਜਾਣ ਪਛਾਣ ਹੁੰਦੀ ਆ, ਲੋਕ ਰਿੰਗ ਕਰਦੇ ਨੇ, ਮਿਲਦੇ ਨੇ, ਜਦੋਂ ਤੁਸੀਂ ਬਾਹਰ ਵੀ ਕਿਤੇ ਜਾਂਦੇ ਹੋ, ਬੜੀ ਕਾਮਨ ਟਾਕ ਸੀ ਕਿ ਮੈਂ ਤੁਹਾਨੂੰ TV ਤੇ ਦੇਖਿਆ, ਅੱਛਾ ਲੱਗਦਾ ਕਿ ਲੋਕ ਗੱਲ ਕਰਦੇ ਨੇ। ਮੈਂ ਆਲਵੇਜ਼ ਕੋਸ਼ਿਸ਼ ਕਰਦਾ ਉਹਨਾਂ ਨੂੰ, ਅੱਛਾ ਮੇਰਾ ਟਾਈਮ ਦੇਵਾਂ ਉਹਨਾਂ ਨੂੰ, ਮੈਂ ਬਿਜ਼ੀ ਵੀ ਮੈਂ ਰੁਕ ਕੇ ਟਾਈਮ ਦੇਵਾਂ, ਮੈਂ ਗੱਲ ਵੀ ਸ਼ਾ ਕਰਦਾ ਗਾ। ਤੇ ਐਵਰੀ ਟਾਈਮ ਬੰਦੇ ਟਾਕ। ਹੁਣ ਇੱਕ ਅਸੀਂ ਲਫ਼ਜ਼ ਯੂਜ਼ ਕੀਤਾ, ਡਿਨਾਇਲ। ਇਹਦਾ ਟਾਈਮ ਲਿਮਿਟ ਹੁੰਦਾ ਕੋਈ। ਮੈਂ ਕਈਆਂ ਨੂੰ, ਮੈਂ ਤਾਂ ਤੁਹਾਨੂੰ ਪੁੱਛਦਾ, ਸਮਟਾਈਮਸ ਆਈਵ ਸੀਨ ਸਮ ਪੀਪਲ very quickly fall into a deep depression. Yes, especially men. Very quickly. ਮੈਂ ਤੁਸੀਂ ਲਫ਼ਜ਼ ਯੂਜ਼ ਕੀਤਾ, ਮੈਂ ਤੁਹਾਨੂੰ ਇਹਦਾ ਵੀ ਪੁੱਛਦਾ ਹੁਣੀ, because that comes a question into my mind. ਦੂਸਰਾ ਹੁੰਦਾ, it takes time. It takes time. Because ਤੁਸੀਂ denial 'ਚ ਹੈਗੇ ਹੋ। ਕੀ ਲਿਮਿਟ ਹੁੰਦਾ ਉਹਦਾ? How long? ਕਿਉਂਕਿ ਉਹਦਾ ਟਾਈਮ ਵੇਸਟ ਹੋ ਗਿਆ। ਹੁਣ ਜਿਹੜਾ ਡਿਪਰੈਸ਼ਨ ਹੈ, ਜੇ ਤੇ ਉਹ ਟੈਂਪਰੇਰੀ, ਮੰਨ ਲਓ ਹੁਣ ਜਿਵੇਂ ਅਸੀਂ ਆ, ਹੁਣ ਸਾਨੂੰ ਡਿਪਰੈਸ਼ਨ ਵੀ ਟੱਚਵੁੱਡ ਨਹੀਂ ਹੈਗਾ, ਪਰ ਮੈਂ ਬਿਜ਼ੀ ਮਾਮਾ, ਸਟ੍ਰੈਸ ਹਾਂ, ਮੈਂ ਆਪਣਾ ਖਿਆਲ ਨਹੀਂ ਰੱਖਦੀ, ਮੈਂ 올 ਦਾ ਟਾਈਮ ਰੋਲਰ ਕੋਸਟ 'ਤੇ ਚੱਲ ਰਹੀ ਹਾਂ, ਬਿਜ਼ਨਸ, ਕੰਮ, ਜੋਬ, ਬੱਚੇ, ਤੇ ਠੀਕ ਹੈ।
ਕੋਈ ਪੁਆਇੰਟ ਇਦਾਂ ਦਾ ਨਾ ਮੈਂ ਇੰਨੀ ਕੁ ਸਟ੍ਰੈਸ ਹੋ ਜੂ, ਓਵਰਵੈਲਮ ਹੋਊਂ, ਮੈਂ ਕਿਸੇ ਨਾਲ ਗੱਲ ਨਹੀਂ ਕਰ ਰਹੀ ਕਿ ਮੈਂ ਕਿੱਦਾਂ ਫੀਲ ਕਰ ਰਹੀ ਹਾਂ, ਜਾਂ ਕਿਸੇ ਤੇ ਗੁੱਸਾ ਵੀ ਨਹੀਂ ਕਰ ਰਹੀ, ਜਾਂ ਮੈਂ ਆਪਣੀ ਲਾਈਫ 'ਚ ਬ੍ਰੇਕ ਨਹੀਂ ਲੈ ਰਹੀ। ਹੌਲੀ ਹੌਲੀ ਉਹ ਬੈਲਟ ਤੇ ਚੱਲਦਿਆਂ ਮੈਂ ਹੌਲੀ ਹੌਲੀ ਮੈਨੂੰ ਉਹ ਸਿੰਪਟਮ ਹੋਣੇ ਸ਼ੁਰੂ ਹੋ ਜਾਣਗੇ। ਜੇ ਮੈਂ ਆਪਣਾ ਖਿਆਲ ਨਹੀਂ ਰੱਖੂੰ ਜਾਂ ਮੈਂ ਆਪਣੇ ਆਪ ਨੂੰ ਹੈਂਗ ਹੋਣੇ ਮਿੰਟ ਮੈਨੂੰ ਬ੍ਰੇਕ ਚਾਹੀਦੀ, ਨਹੀਂ ਤੇ ਇਹ ਮੇਰੇ ਲਈ ਠੀਕ ਨਹੀਂ। ਜੇ ਮੈਂ ਇਹ ਬੈਲਟ ਤੇ ਘੱਟੋ ਘੱਟ 3 4 5 ਸਾਲ ਚੱਲਦੀ ਰਹੀ, ਫਿਰ ਮੈਂ ਹੌਲੀ ਹੌਲੀ ਡਿਪਰੈਸ਼ਨ ਦਾ ਸ਼ਿਕਾਰ ਹਾਂ। ਉਹਨੇ ਟਾਈਮ ਤੱਕ ਸ਼ਾਇਦ ਹੋ ਸਕਦਾ ਕਿ ਮੈਂ ਟੂ ਲੇਟ ਹੋ ਜੇ ਮੇਰੇ ਲਈ, ਮੈਨੂੰ ਫਿਰ ਮੈਡੀਕੇਸ਼ਨ ਲੈਣੀ ਪਊਗੀ ਆਪਣੀਆਂ ਇਮੋਸ਼ਨਸ ਨੂੰ ਕੰਟਰੋਲ ਕਰਨ ਲਈ, ਆਪਣੀ ਐਂਗਜ਼ਾਇਟੀ ਨੂੰ ਕੰਟਰੋਲ ਕਰਨ ਲਈ, ਕਿਉਂਕਿ ਮੇਰੀ ਐਂਗਜ਼ਾਇਟੀ ਪੈਲਪੀਟੇਸ਼ਨ ਇੰਨੀਆਂ ਕੁ ਵੱਧ ਜਾਣਗੀਆਂ। ਸੋ ਇਸ ਲਈ ਜਿਹੜੀ ਬ੍ਰੇਕ ਜਾਂ ਹੌਲੀਡੇ ਤੇ ਜਾਣਾ ਵਾ ਆਪਾਂ ਫਨ ਲਈ ਨਹੀਂ ਹਮੇਸ਼ਾ ਜਿਹੜਾ ਜਾਂਦੇ ਹਾਂ ਆਪਾਂ, ਇਸ ਲਈ ਨਹੀਂ, ਕਿਉਂਕਿ ਬ੍ਰੇਕ ਦਾ ਰੀਜ਼ਨ ਹੀ ਇਹੀ ਹੈ। ਜਿਵੇਂ ਵੀਕਐਂਡ ਵੀ ਵਿੱਚ ਇਸੇ ਲਈ ਆਉਂਦਾ, ਇਹ ਨਹੀਂ ਹੁੰਦਾ ਵੀ ਤੁਸੀਂ ਸਿਰਫ ਸਫਾਈਆਂ ਹੀ ਕਰੀ ਜਾਓ ਤੇ ਸ਼ਾਪਿੰਗ ਹੀ ਕਰਨੀ। ਉਹਦਾ ਮਤਲਬ ਇਹ ਆਪਣੇ ਸਰੀਰ ਨੂੰ ਵੀ ਅਸੀਂ ਰੈਸਟ ਦਈਏ, ਭਾਵੇਂ ਮੈਨ ਆ ਵੂਮੈਨ ਆ, ਬੱਚਿਆਂ ਲਈ ਵੀ ਬਹੁਤ ਇੰਪੋਰਟੈਂਟ ਕਿ ਤੁਸੀਂ ਇੱਕ ਇਹੋ ਜਿਹੀ ਇਨਵਾਇਰਨਮੈਂਟ 'ਚ ਪਾਓ ਕਿ ਜਿੱਥੇ ਤੁਸੀਂ ਇਕੱਲਾ ਆਪਣੇ ਆਪ ਨਾਲ ਭਾਵੇਂ ਗੱਲ ਕਰੋ, ਕੁਛ ਵੀ ਕਰੋ, ਪਰ ਤੁਹਾਡੀ ਬੋਡੀ ਉਹ ਹੋ ਗਿਆ ਬਿਜ਼ੀ। ਸੋ ਉਹਦੇ ਲਈ ਟਾਈਮ ਲੱਗੂਗਾ। ਹੁਣ ਜੇ ਕਿਸੇ ਨੂੰ ਕੋਈ ਰਿਲੇਸ਼ਨਸ਼ਿਪ ਟਰਾਮਾ ਆਇਆ, ਕੋਈ ਫਾਈਨੈਂਸ਼ੀਅਲ ਦਾ ਜ਼ਿਆਦਾ ਆ ਗਿਆ, ਜਾਂ ਕੋਈ ਸ਼ੌਕ ਲੱਗਾ ਵਾ, ਉਹ ਕੁਇੱਕਰ ਜਾਣਗੇ ਡਿਪਰੈਸ਼ਨ ਵਿੱਚ, ਕਿਉਂਕਿ ਉਹ ਮੰਨ ਲਓ ਕਿਸੇ ਨੂੰ ਕੋਈ ਲਾਈਫ ਦੇ ਵਿੱਚ ਟਰਾਮਾ ਹੀ ਇੱਦਾਂ ਆ ਗਿਆ, ਕੋਈ ਇੰਜਰੀ ਆ ਗਈ, ਜਾਂ ਕਿਸੇ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਗਈ, ਜਾਂ ਕਿਸੇ ਦੀ ਟਰਾਮਾ ਬੜਾ ਇੰਟਰਸਟਿੰਗ ਹੈਗਾ। ਉਹ ਛੇਤੀ ਜਾਣਗੇ। ਦ ਰੀਜ਼ਨ ਬੀਇੰਗ ਜਦੋਂ ਬੰਦੇ ਨੂੰ ਟਰਾਮਾ ਹੁੰਦਾ, ਇੱਦਾਂ ਨਹੀਂ ਕਿ ਹੁਣ ਜਿਹੜਾ ਟਰਾਮਾ ਹੋਇਆ 6 ਮਹੀਨੇ ਹੋਇਆ, ਤੁਹਾਨੂੰ ਕੋਈ ਯੰਗ ਏਜ ਹੋਵੇ, ਉਹ ਤੁਹਾਨੂੰ ਬਾਅਦ 'ਚ ਵੀ ਹਿੱਟ ਕਰ ਸਕਦਾ ਆਫਟਰ ਮੈਨੀ ਇਅਰਸ। ਹਾਂ, ਬਾਅਦ ਵਿੱਚ ਇਸ ਤਰ੍ਹਾਂ ਹਿੱਟ ਕਰੇਗਾ ਕਿ ਜਦੋਂ ਕਿਸੇ ਵੇਲੇ ਹੁੰਦਾ, ਜਦੋਂ ਬੱਚਿਆਂ ਨਾਲ ਸਪੈਸ਼ਲੀ ਯੰਗ ਏਜ ਕੋਈ ਟਰਾਮਾ ਹੋ ਜਾਏ, ਕੁੜੀਆਂ ਨਾਲ, ਮੁੰਡਿਆਂ ਨਾਲ, ਜਾਂ ਵੈਸੇ ਵੀ ਕੋਈ ਨਾ ਫੈਮਿਲੀ 'ਚ ਕੋਈ ਇੰਸੀਡੈਂਟ ਇੱਦਾਂ ਦਾ ਵੇਖ ਲਿਆ ਹੋਵੇ, ਕੋਈ ਡੈਥ ਜਾਂ ਕੁਛ ਵੀ ਹੈ ਨਾ, ਉਹ ਉਸ ਟਾਈਮ 'ਤੇ ਹੋ ਸਕਦਾ ਉਹਨਾਂ ਨੂੰ ਸਪੋਰਟ ਮਿਲ ਗਈ ਹੋਵੇ ਅਤੇ ਉਹ ਲਾਈਫ ਉਹਨਾਂ ਦੀ ਬਿਜ਼ੀ ਰਹੀ ਹੋਵੇ, ਉਹ ਰੋਲਰ ਕੋਸਟਰ ਚਲੇ ਗਏ। ਬਿਜ਼ੀ ਮਤਲਬ ਉਹਨੂੰ ਉਸ ਟਾਈਮ 'ਤੇ ਉਹ ਨਿਕਲ ਆਏ ਉਸ, ਪਰ ਜਦੋਂ ਉਹ ਐਕਚੁਅਲੀ ਆਪਣੀ ਅਡਲਟ ਦੀ ਲਾਈਫ ਇੰਡੀਪੈਂਡੈਂਟ ਜੀਣਾ ਸ਼ੁਰੂ ਕਰਦੇ ਆ, ਫਿਰ ਉਹ ਵਾਪਸ ਆ ਜਾਂਦਾ। ਜਾਂ ਕੋਈ ਚੀਜ਼ ਇਹੋ ਜਿਹੀ ਜਿਹੜੀ ਉਹ ਰਿਪੀਟਡਲੀ ਵੇਖ ਲੈਂਦੇ ਆ। ਹੁਣ ਮੰਨ ਲਓ ਕਈਆਂ ਦੇ ਵਿੱਚ ਕੋਈ ਵੂਮਨ ਉਹਨਾਂ ਦੇ ਨਾਲ ਅਬਿਊਜ਼ ਹੋਇਆ ਹੋਵੇ, ਕੁਛ ਵੀ ਹੋਇਆ ਹੋਵੇ, ਉਸ ਟਾਈਮ 'ਤੇ ਮੇ ਬੀ ਕਿਸੇ ਉਹਨਾਂ ਐਕਸੈਪਟ ਨਾ ਕੀਤਾ ਹੋਵੇ, ਜਾਂ ਕਿਸੇ ਨੇ ਸੁਣੀ ਨਹੀਂ ਉਹਨਾਂ ਦੀ ਗੱਲ, ਪਰ ਮੈਰਿਜ ਹੋ ਗਈ, ਵੱਡੇ ਹੋ ਗਏ। ਯੂ ਆਰ ਰਾਈਟ, ਬਿਕਾਜ਼ ਓਵਰ ਦ ਇਅਰਸ ਤੁਹਾਨੂੰ ਕੌਨਫੀਡੈਂਸ ਹੋ ਜਾਂਦਾ ਹੈ, ਤੁਸੀਂ ਉਹਨੂੰ ਐਕਸੈਪਟ ਕਰ ਲਿੱਤਾ ਹੋਇਆ ਹੈ, ਪਹਿਲਾਂ ਤੁਸੀਂ ਉਹਨੂੰ ਫਿਰ ਬਾਹਰ ਲਿਆਉਣਾ ਚਾਹੁੰਦੇ ਹੋ, ਬਾਹਰ ਲਿਆਣੇ, ਫਿਰ ਉਹ ਟਰਾਮਾ ਤੁਹਾਨੂੰ ਹਿੱਟ ਕਰਦਾ। ਅੱਛਾ, ਯੂ ਨੋ, ਜਿੱਦਾਂ ਆਮ ਸੌਰੀ ਮੈਂ ਜੰਪਿੰਗ ਅਪ ਐਂਡ ਡਾਊਨ, ਬਿਕਾਜ਼ ਬਹੁਤ ਸਾਰੇ ਲੋਕਾਂ ਦੀ ਮੈਂ ਮਦਦ ਹੋਵੇ, ਕਿਉਂਕਿ ਕੋਸ਼ਿਸ਼ ਹੈਗੀ ਮੈਨੂੰ ਕਾਜ਼ ਲੱਭਣ ਦੀ, ਔਰ ਦੂਸਰਾ ਕੋਸ਼ਿਸ਼ ਕਿ ਲੋਕ ਕਿਸ ਤਰ੍ਹਾਂ ਉਹਨੂੰ ਰੈਕਗਨਾਈਜ਼ ਕਰਨ, ਉਹਨੂੰ ਕੀ ਕਰ ਸਕਣ। ਹਾਂਜੀ, ਜਿੱਦਾਂ ਡਾਇਬੀਟੀਜ਼ ਕਹਿੰਦੇ ਨੇ ਕਿ ਮਦਰ ਆਫ ਆਲ ਡਿਜ਼ੀਜ਼ਸ, ਹਾਂਜੀ, ਇਟਸ ਡਿਸਕ੍ਰਾਈਬਡ ਐਜ਼ ਦੈਟ ਵੇ। ਮੇਰੇ ਹਿਸਾਬ ਨਾਲ ਜਿਹੜਾ ਇਹ ਪ੍ਰੋਬਲਮ ਹੈਗੀ ਹੈ ਨਾ ਡਿਪਰੈਸ਼ਨ ਦੀ, ਇਹ ਹੈਗੀ ਹੈ ਸਟ੍ਰੈਸ ਮੋਰ ਕਾਮਨ ਦਾ ਫੈਕਟਰ ਸੀਗਾ। ਪਰ ਤੁਸੀਂ ਮੈਨੂੰ ਲੋਨਲੀਨੈਸ ਦੱਸਿਓ, ਮੈਨੂੰ ਆਈ ਡਿਡਨਟ ਨੋ ਬਿਫੋਰ ਕਿ ਉਹ ਵੀ ਪਾਰਟ ਪਲੇ ਕਰਦਾ ਬਹੁਤ ਆ। ਹੁਣ ਜਿਵੇਂ ਤੁਸੀਂ ਡਾਇਬੀਟੀ ਆ, ਕੋਈ ਵੀ, ਮੈਂ ਫਾਰਮਾਸਿਸਟ ਆ, ਮੈਂ ਮੈਡੀਕੇਸ਼ਨ ਦੇਣੀ, ਇਹ ਮੇਰੀ ਮੇਨ ਜੌਬ ਆ। ਕੋਈ ਵੀ ਮੈਡੀਕੇਸ਼ਨ ਆ ਨਾ, ਜਿਹੜੀ ਵੀ ਕੋਈ ਵੀ ਸਾਨੂੰ ਪ੍ਰੋਬਲਮ ਹੁੰਦੀ ਹੈ, ਜੇ ਤਾਂ ਕੋਈ ਸਰਜਰੀ ਹੋਣੀ ਹੋਵੇ ਡਿਫਰੈਂਟ ਆ, 20% ਦਵਾਈ ਦੇ ਨਾਲ ਠੀਕ ਹੁੰਦੀ ਆ, 80% ਸਾਡਾ ਲਾਈਫ ਸਟਾਈਲ ਆ ਉਹਨੂੰ ਠੀਕ ਕਰਦਾ। ਆਈ ਐਗਰੀ ਵਿਦ ਦੈਟ। ਸੋ ਡਾਇਬੀਟਿਸ ਵੀ ਜਿਹੜੀ ਪਹਿਲਾਂ ਦਵਾਈਆਂ ਨਾਲੋਂ ਤੁਸੀਂ ਖੁਦ ਤੇ ਉਹਨੂੰ ਕਿਉਂਕਿ ਦਵਾਈਆਂ ਇੱਕ ਟੈਬਲੇਟ ਨਹੀਂ ਕਰੂਗੀ, ਦੂਜੀ ਜਦੋਂ ਆਪਾਂ ਬਲੇਮ ਕਰ ਦਿੰਦੇ ਮੈਡੀਕੇਸ਼ਨਾਂ ਨੇ ਹੋਰ ਖਰਾਬ ਕਰਤਾ। ਮੈਡੀਕੇਸ਼ਨ ਜਦੋਂ ਤੁਹਾਨੂੰ ਪਤਾ ਤੁਹਾਨੂੰ ਕੋਈ ਪ੍ਰੋਬਲਮ ਹੋ ਰਹੀ, ਸੇਮ ਮੈਂਟਲ ਹੈਲਥ ਦੇ ਵਿੱਚ ਵੀ ਮੈਡੀਕੇਸ਼ਨ ਲੈਣੀ ਬਹੁਤ ਜ਼ਰੂਰੀ, ਕਿਉਂਕਿ ਉਹਨੂੰ ਉੱਥੇ ਬੈਲੈਂਸ ਜਿਹਾ ਰੱਖਦੀ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਦਵਾਈਆਂ ਮੈਜਿਕ ਵੈਂਡ ਨਹੀਂ ਹੈਗੀਆਂ, 80% ਤੁਹਾਨੂੰ ਕੰਮ ਕਰਨਾ। ਹੁਣ ਡਾਇਬੀਟਿਸ ਆ, ਉਹ ਕਾਹਦੇ ਨਾਲ ਹੋ ਰਹੀ? ਖਾਣੇ ਤੋਂ, ਸਾਡੇ ਫੂਡ ਸੈਟ, ਉਹ ਹਾਰਮੋਨ ਵੀ ਆ, ਕਿਉਂਕਿ ਹਾਰਮੋਨ ਦੇ ਨਾਲ ਐਂਡੋਕਰਾਈਨ ਦੇ ਨਾਲ ਰਿਲੀਜ਼ ਹੁੰਦੀ ਆ ਜਿਹੜੀ ਸਾਡੀ ਇਨਸੂਲਿਨ ਆ, ਅਤੇ ਹਾਰਮੋਨ ਹੀ ਸਾਰਾ ਜਿਹੜਾ ਵਾ ਸਾਡੇ ਹਾਰਮੋਨ ਸਾਡੀ ਮੈਂਟਲ ਹੈਲਥ ਨੂੰ ਕੰਟਰੋਲ ਕਰਦਾ, ਸਾਡੀ ਸਾਰੀ ਬੋਡੀ ਨੂੰ। ਸੋ ਸਟ੍ਰੈਸ ਮੇਨ ਰੀਜ਼ਨ ਆ ਡਾਇਬੀਟਿਸ ਨਾਲ ਵੀ, ਕਿਉਂਕਿ ਅਸੀਂ ਮੈਂਟਲੀ ਸਾਡਾ ਆਪਣੇ ਆਪ 'ਤੇ ਕੰਟਰੋਲ ਨਹੀਂ ਹੈਗਾ। ਜਦੋਂ ਸਾਡੇ 'ਤੇ ਕੰਟਰੋਲ ਨਹੀਂ, ਅਸੀਂ ਖਾਣੇ 'ਤੇ ਕੰਟਰੋਲ ਨਹੀਂ ਕਰਦੇ। ਜਦੋਂ ਖਾਣੇ 'ਤੇ ਕੰਟਰੋਲ ਨਹੀਂ ਕਰਦੇ ਆਪਾਂ, ਉਸ ਦੇ ਨਾਲ ਫਿਰ ਜਿਹੜੀਆਂ ਦੂਜੀਆਂ ਜਿੰਨੀਆਂ ਵੀ ਪ੍ਰੋਬਲਮਸ ਉਹ ਸਾਰੀਆਂ ਦਾ ਜਨਮ ਹੁੰਦਾ। ਸੋ ਜਿਹੜੇ ਬਿਜ਼ੀ ਲੋਕੀ ਆ, ਜਾਂ ਉਹ ਉਹਨਾਂ ਦਾ ਖਾਣ 'ਤੇ ਕੰਟਰੋਲ ਨਹੀਂ ਹੈਗਾ, ਉਹਨਾਂ ਨੂੰ ਫਿਰ ਹਾਰਟ ਦੀਆਂ ਹੋ ਗਈਆਂ ਜਾਂ ਡਾਇਬੀਟਿਸ ਦੀਆਂ ਉਹ ਪ੍ਰੋਬਲਮ ਜ਼ਿਆਦੀਆਂ ਹੋਣੀਆਂ। ਸੋ ਉਹ ਮਾਈਂਡ ਸੈੱਟ ਹੋਣਾ ਸਾਡਾ ਬਹੁਤ ਜ਼ਰੂਰੀ ਹੈ। ਅਤੇ ਸਾਡੇ ਵਿੱਚ ਕਿਹਾ ਗਿਆ ਵਾ, ਮਨ ਜੀਤੇ ਜਗਜੀਤ। ਜੇ ਤੁਸੀਂ ਆਪਣੇ ਮਨ ਨੂੰ ਜਿੱਤ ਲਿਆ, ਮਤਲਬ ਤੁਹਾਡਾ ਆਪਣੇ ਆਪ 'ਤੇ ਕੰਟਰੋਲ ਹੈਗਾ, ਕਿਸੇ ਵੀ ਖਾਣ 'ਤੇ, ਨੀਂਦ 'ਤੇ, ਕਿਸੇ ਵੀ ਹੈਬਿਟ 'ਤੇ, ਤੁਸੀਂ ਆਪਣੇ ਪੋਜ਼ੀਟਿਵ ਮਾਈਂਡ ਸੈੱਟ 'ਤੇ ਕੋਈ ਵੀ ਚੀਜ਼ 'ਚੋਂ ਨਿਕਲਣਾ ਪੋਸੀਬਲ ਆ। ਪਰ ਇਹ ਵੀ ਸਾਨੂੰ ਆਪ ਹੀ ਤੁਸੀਂ ਸਪੋਰਟ ਲਓ, ਹੈਲਪ ਲਓ, ਫਿਰ ਤੁਸੀਂ ਨਿਕਲੋ। ਇਹ ਆਪਣੇ ਸਪੈਸ਼ਲੀ ਸਾਊਥ ਏਸ਼ੀਅਨ ਕਮਿਊਨਿਟੀ ਵਿੱਚ ਅਗਰ ਤੁਸੀਂ ਬਿਮਾਰੀਆਂ ਦੇਖੋ ਨਾ, ਬਲੱਡ ਪ੍ਰੈਸ਼ਰ, ਡਾਇਬੀਟੀਜ਼, ਹਾਰਟ ਦੀ, ਕਿਉਂ ਕਾਮਨ ਨੇ? ਵਾਈ ਆਰ ਦੇ? ਪਹਿਲਾਂ ਤਾਂ ਮੈਨੂੰ ਪਤਾ ਕਿ ਥੋੜ੍ਹਾ ਬਹੁਤਾ ਡਾਇਟ ਲਾਈਫ ਸਟਾਈਲ ਹੋ ਸਕਦਾ, ਪਰ ਥੀਸ ਡੇਜ਼ ਪੀਪਲ ਆਰ ਹੋਪਫੁਲੀ ਮੋਰ ਕੌਨਸ਼ੀਅਸ ਅਬਾਊਟ ਦਾ ਡਾਇਟ। ਤੇ ਇਹ ਕਿਉਂ ਕਾਮਨ ਹੈ ਸਾਡੇ ਲੋਕਾਂ ਦੇ ਵਿੱਚ? ਸਾਡੇ ਪਹਿਲੇ ਨੰਬਰ ਤੇ ਸਾਡਾ ਮਤਲਬ ਸਾਡੀ ਡਾਈਟ ਇੰਨੀ ਮਾੜੀ ਨਹੀਂ ਹੈਗੀ। ਸਾਡੀ ਮਤਲਬ ਜੇ ਤੇ ਅਸੀਂ ਘਰ ਦੇ ਵਿੱਚ ਆਪਣਾ ਖਾਣਾ ਆਪ ਕੁੱਕ ਕਰਦੇ ਹਾਂ, ਮਾਈਂਡਫੁਲ ਆ ਉਹਦੇ ਨਾਲ, ਉਹ ਸਾਡੀ ਡਾਈਟ ਬਹੁਤ, ਜੋ ਅਸੀਂ
ਪਿੰਡ ਤੋਂ ਜਿਹੜਾ ਸਾਡਾ ਖਾਣਾ ਬਣਦਾ ਸੀ ਉਹ ਬਹੁਤ ਹੈਲਥੀ ਆ, ਕਿਉਂਕਿ ਉਹ ਤੇ ਜੇ ਆਪਾਂ ਪੁਰਾਣੀਆਂ ਜਨਰੇਸ਼ਨ ਵੇਖੀਏ ਆਪਣੀਆਂ, ਉਹਨਾਂ ਨੂੰ ਕਦੀ ਬਿਮਾਰੀਆਂ ਨਹੀਂ ਸੀ ਲੱਗੀਆਂ ਪੰਜਾਬ ਵਿੱਚ, ਆਪਣੀ ਕਦੀ ਸੁਣੀਆਂ ਨਹੀਂ ਸੀ, ਕੈਂਸਰ ਨਹੀਂ ਸੀ ਸੁਣੀ, ਡਾਇਬਟੀਸ ਨਹੀਂ ਸੀ। ਜਿਸ ਤੱਕ ਮੈਂ ਪੰਜਾਬ ਰਹਿੰਦੀ ਰਹੀ ਕੈਂਸਰ ਜਾਂ ਡਾਇਬਟੀਸ ਇੰਨੀ ਕਾਮਨ ਨਹੀਂ ਸੀ। ਸੋ ਹੁਣ ਸਾਡੇ ਕਿਉਂ ਹੋਈਆਂ ਵਾ, ਸਾਡਾ ਇੱਕ ਤੇ ਪੋਰਸ਼ਨ ਸਾਈਜ਼ ਵੱਧ ਗਿਆ, ਸਾਡਾ ਪੋਰਸ਼ਨ ਸਾਈਜ਼ ਪਹਿਲਾਂ ਨਾਲੋਂ ਜ਼ਿਆਦਾ, ਤੇ ਸਾਡੀ ਫਿਜ਼ੀਕਲ ਐਕਟੀਵਿਟੀ ਬਹੁਤ ਘੱਟ ਆ ਕੰਪੇਅਰ ਟੂ ਪਹਿਲਾਂ ਫਿਜ਼ੀਕਲ ਐਕਟੀਵਿਟੀ ਨੈਚੁਰਲ ਹੁੰਦੀ ਸੀ ਨਾ, ਹਰ ਇੱਕ ਜਗ੍ਹਾ ਅਸੀਂ ਤੁਰ ਕੇ ਜਾਂਦੇ ਸੀ, ਐਵਰੀਵੇਅਰ ਡਿਫਰੈਂਟ ਹੁੰਦੀ ਸੀ। ਤਾਂ ਉਹ ਇਹ ਦੋ ਚੀਜ਼ਾਂ ਜਿਹੜੀਆਂ ਲਿੰਕ ਆ। ਬਾਕੀ ਜੈਨੇਟਿਕ ਵੀ ਸਾਡਾ ਹੈਗਾ, ਜਿਹੜਾ ਕਲੀਨਿਕਲ ਜੈਨੇਟਿਕ ਔਰ ਡਾਇਬਟੀਸ ਦਾ ਡਿਫਰੈਂਟ ਆ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਵਿੱਚ। ਚਲੋ ਉਹ ਤਾਂ ਮੇਨ ਪ੍ਰਾਈਮ ਆ, ਪਰ ਪਹਿਲਾਂ ਵੀ ਤਾਂ ਸਾਊਥ ਏਸ਼ੀਅਨ ਕਮਿਊਨਿਟੀ ਜੀਨਸ ਪਹਿਲਾਂ ਵੀ ਸੇਮ ਸੀ, ਉਹ ਕੋਈ ਇੰਨੇ ਡਿਫਰੈਂਟ ਨਹੀਂ। ਪਰ ਪ੍ਰੋਬਲਮ ਇਹ ਸਾਡਾ ਲਾਈਫ ਸਟਾਈਲ ਸੈਡੈਂਟਰੀ, ਮੋਰ ਸੈਡੈਂਟਰੀ। ਹੁਣ TV ਆ ਗਏ ਆ, ਫੋਨ ਨੇ ਹੋਰ ਕੰਮ ਖਰਾਬ ਕਰਤਾ ਵਾ, ਆਪਾਂ ਵੀਡੀਓ ਦੇਖਦੇ ਰਹਿੰਦੇ ਹਾਂ ਸਾਰੇ, ਨੋ ਐਵਰੀਵਨ, ਇਕੱਲੇ ਬੱਚੇ ਨਹੀਂ ਹੈ, ਐਵਰੀਵਨ, ਇੱਕ ਦੂਜੇ ਲਈ ਟਾਈਮ ਨਹੀਂ ਹੈਗਾ, ਹਾਂ ਕਿਸੇ ਕੋਲ ਟਾਈਮ ਨਹੀਂ ਹੈਗਾ। ਐਂਡ ਇਟਸ ਨੋ ਵਨ ਕੈਟੇਗਰੀ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਆਪਣਾ ਸਾਰਿਆਂ ਦਾ। ਫਿਰ ਉਹ ਇਹ ਦੋ ਚੀਜ਼ਾਂ ਜਿਹੜੀਆਂ ਆਪੋਜ਼ਿਟ ਕੰਮ ਕਰ ਰਹੀਆਂ। ਸੋ ਪਹਿਲਾਂ ਖਾਣਾ ਪੋਰਸ਼ਨ ਘੱਟ ਹੁੰਦਾ ਸੀ, ਪਰ ਫਿਜ਼ੀਕਲ ਐਕਟੀਵਿਟੀ ਓਨੀ ਜ਼ਿਆਦਾ ਹੁੰਦੀ ਸੀ ਵੂਮਨ ਲਈ ਵੀ। ਹੁਣ ਇੰਡੀਆ 'ਚ ਵੀ ਸੇਮ ਇਸੇ ਹੈ, ਕਿਉਂਕਿ ਐਵਰੀਥਿੰਗ ਜਿਹੜਾ ਵਾ ਫਿਜ਼ੀਕਲ ਕੰਮ ਨਹੀਂ ਹੈਗਾ, ਤੇ ਆਪਾਂ ਅੱਗੇ ਬਾਈਕ ਤੇ ਜਾਣਾ ਜਾਂ ਤੁਰ ਕੇ ਜਾਣਾ, ਉਹ ਚੀਜ਼ਾਂ ਜਿਹੜੀਆਂ ਨਹੀਂ ਹੈਗੀਆਂ ਉਹਦੇ ਨਾਲ ਸਾਨੂੰ ਲਿੰਕ ਆ। ਪਹਿਲਾਂ ਇੱਕ ਮੈਂ ਤੁਹਾਨੂੰ ਸਵਾਲ ਪੁੱਛਦਾ ਬਿਫੋਰ ਕਮਿੰਗ ਟੂ ਦ ਕਲਚਰ, ਦਿਮਾਗ 'ਚ ਬੜੇ ਸਵਾਲ ਚੱਲੀ ਜਾ ਰਹੇ ਨੇ, ਕਿਹੜਾ ਪੁੱਛਾਂ ਕਿਹੜਾ ਨਾ। ਯੂ ਯੂਜ਼ ਦ ਵਰਡ ਇੰਪੋਰਟੈਂਟ ਫॉर ਮੈਨ। ਹਾਂਜੀ, ਉਹ ਮੈਂ ਤੇ ਆਦਮੀ ਹੋਣ ਕਰਕੇ ਬੜਾ ਫਿਕਰ ਪੈ ਗਿਆ। ਵਾਟ ਯੂ ਮੀਨ, ਉਹਦਾ ਜ਼ਰਾ ਐਲੈਬੋਰੇਟ ਕਰੋ। ਪਹਿਲੇ ਨੰਬਰ ਤੇ ਮੈਨ ਨੂੰ ਤੇ ਕਹਿੰਦੇ ਆ ਕਿ ਬਰੇਵ ਹੋਣੇ ਚਾਹੀਦੇ ਆ, ਮੈਨ ਨੂੰ ਮੈਂਟਲ ਹੈਲਥ ਹੀ ਨਹੀਂ ਹੋ ਸਕਦੀ। ਮੈਨ ਜਿਹੜਾ ਬਾਈਪੋਲਰ ਸਕੀਜ਼ੋਫਰੀਨੀਆ, ਇਹ ਤਾਂ ਚਲੋ ਡਿਫਰੈਂਟ ਆ, ਮੈਨ ਵੂਮੈਨ ਨੂੰ ਸੇਮ ਹੀ ਹੋ ਸਕਦਾ। ਪਰ ਜਿਹੜਾ ਡਿਪਰੈਸ਼ਨ ਆ, ਮੈਨ ਨੂੰ ਡਿਪਰੈਸ਼ਨ ਇਸ ਲਈ ਹੁੰਦਾ ਕਿਉਂਕਿ ਮੈਨ ਜਿਹੜੇ ਆ ਘੱਟ ਗੱਲ ਕਰਦੇ ਕਿਸੇ ਨਾਲ। ਜੇ ਉਹਨਾਂ ਨੂੰ ਕੋਈ ਰਿਲੇਸ਼ਨਸ਼ਿਪ ਪ੍ਰੋਬਲਮ ਆ, ਉਹ ਕਿਸੇ ਨਾਲ ਓਪਨ ਘੱਟ ਹੁੰਦੇ, ਆਪਣੇ ਫਰੈਂਡ ਨਾਲ। ਜਾਂ ਜਿਹੜੀਆਂ ਵੂਮੈਨ ਆ ਉਹ ਓਪਨ ਹੋ ਜਾਂਦੀਆਂ ਆਪਣੀ ਮੰਮੀ ਨਾਲ, ਆਪਣੇ ਕਿਸੇ ਨਾਲ, ਆਪਣੀ ਫਰੈਂਡ ਨਾਲ, ਆਪਣੀ ਭੈਣ ਨਾਲ। ਉਹ ਨਾ ਹੋਵੇ ਤਾਂ ਉਹ ਬੋਲ ਕੇ ਗੁੱਸਾ ਕੱਢ ਲੈਂਦੀਆਂ ਵੀ ਮੈਨੂੰ ਆਹ ਪ੍ਰੋਬਲਮ ਆ, ਵੀ ਜ਼ਿਆਦਾ ਓਪਨ ਨੇ। ਪਰ ਜਿਹੜੇ ਮੈਨ ਆ ਉਹ ਗੱਲ ਘੱਟ ਕਰਦੇ ਉੱਥੋਂ ਉਹ। ਤੇ ਬਾਕੀ ਉਹਨਾਂ ਨੂੰ ਉਹ ਅਜੇ ਵੀ ਇਹੀ ਕਿ ਪ੍ਰੋਵਾਈਡਰ ਮੰਨਿਆ ਜਾਂਦਾ ਵਾ। ਜੇ ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਦੀ ਕੋਈ ਕ੍ਰਾਈਸਿਸ ਆ ਤੇ ਉਹਨਾਂ ਨੇ ਆਪਣੇ ਅੰਦਰ ਰੱਖਣੀ, ਕਿਸੇ ਨਾਲ ਸ਼ੇਅਰ। ਈਗੋ ਵੀ ਮੈਨ ਦੇ ਵਿੱਚ ਜ਼ਿਆਦਾ ਵਾ ਕਿ ਨਹੀਂ, ਮੈਨ ਨੂੰ ਮੈਂਟਲ ਹੈਲਥ ਨਹੀਂ ਹੋ ਸਕਦੀ, ਮੈਨ ਕਰਾਏ ਨਹੀਂ ਕਰ ਸਕਦੇ, ਬੰਦੇ ਕਰਾਏ ਨਹੀਂ ਕਰ ਸਕਦੇ, ਹੈ ਨਾ। ਵੀ ਇਹ ਚੀਜ਼ਾਂ ਜਿਹੜੀਆਂ ਫਿਰ ਹੌਲੀ ਹੌਲੀ ਉਹਨਾਂ ਨੂੰ ਲੋ ਮੂਡ ਤੋਂ ਲੈ ਕੇ ਹੌਲੀ ਹੌਲੀ ਡਿਪਰੈਸ਼ਨ 'ਚ ਆ। ਮੈਨ ਜਿਹੜੇ ਆ GP ਕੋ ਬਹੁਤ ਘੱਟ ਜਾਂਦੇ, ਡਾਕਟਰ ਨੂੰ ਉਹਨਾਂ ਦੀਆਂ ਵੋਟੀਆਂ ਹੀ ਮੋਸਟਲੀ ਫੋਨ ਤੇ ਕਰਦੀਆਂ ਹੋਣੀਆਂ, ਕਿਉਂਕਿ ਉਹ ਨਹੀਂ ਕਰਦੇ ਫੋਨ। But would you think, ਤੁਹਾਡੀ ਤੁਸੀਂ ਸਰਵੇ ਵਗੈਰਾ ਕੀਤੀ ਵੀ ਹੈ perfection in this trade, ਹਾਂਜੀ, do the women suffer more than this or the men? women are more prone to emotion change. So women, ਜੇ ਆਪਾਂ ਮੰਨ ਲਓ 25 ਮੰਨਦੇ ਆ ਤੇ 25 ਆਪਾਂ women ਆ, ਹੈ ਨਾ। ਜਿਹੜੀਆਂ 25 ਆ, ਹੋ ਸਕਦਾ 20 ਦੇ ਵਿੱਚ ਜ਼ਿਆਦਾ ਰਿਸਕ, ਜ਼ਿਆਦੀਆਂ ਉਹ ਪ੍ਰੋਨ ਹੈਗੀਆਂ ਵਾ ਮੈਂਟਲ ਹੈਲਥ ਨੂੰ, ਕਿਉਂਕਿ ਉਹਨਾਂ ਦੀ ਹਾਰਮੋਨਲ ਚੇਂਜ, ਲਾਈਫ ਸਾਈਕਲ ਚੇਂਜ ਜ਼ਿਆਦਾ ਹੁੰਦਾ ਵਾ। ਜਿਹੜੇ ਮੈਨ ਆ 20 ਚੋਂ ਮੇ ਬੀ ਆਪਾਂ 10 ਤੇ 12, ਪਰ ਉਹਨਾਂ ਦੇ ਉਹ ਸਪੋਰਟ ਨਹੀਂ ਉਹਨਾਂ ਨੂੰ ਮਿਲਦੀ ਓਨੀ। ਉਹ ਨਾ ਉਹ ਲੈਂਦੇ ਆ, ਨਾ ਉਹ ਮੰਨਦੇ ਵੀ ਘੱਟ ਆਪਣੇ ਆਪ ਨੂੰ ਕਿ ਮੈਨੂੰ ਪ੍ਰੋਬਲਮ ਹੈਗੀ ਆ। ਜਿਵੇਂ ਮੰਨ ਲਓ ਕੋਈ ਫੈਮਿਲੀ 'ਚ ਡੈਥ ਹੋ ਗਈ ਆ, ਉਹ ਗਰੀਵੈਂਸ ਉਹਨਾਂ ਦੀ ਡਿਫਰੈਂਟ ਆ। ਉਹ ਅੰਦਰ ਉਹਨਾਂ ਨੂੰ ਜਿਵੇਂ ਨਾ ਅੰਦਰ ਕੋਈ ਚੀਜ਼ ਖਾਈ ਜਾਂਦੀ, ਪਰ ਉਹ ਬਾਹਰ ਨਹੀਂ ਕਿਸੇ ਨਾਲ ਗੱਲ ਕਰਨਗੇ ਬਹੁਤ। ਜਾਂ ਸ਼ੇਮ ਆ ਜਾਂਦੀ, ਜਾਂ ਈਗੋ ਆ ਜਾਂਦੀ ਵੀ ਨਾ ਬੰਦਿਆਂ ਨੂੰ ਇਹ ਚੀਜ਼ ਨਹੀਂ ਹੋ ਸਕਦੀ। ਇਸ ਲਈ ਮੈਨ ਜਿਹੜੇ ਟੋਕ ਵੀ ਘੱਟ ਕਰਦੇ ਆਪਸ 'ਚ ਕਿ ਉਹਨਾਂ ਨੂੰ। ਮੈਂ ਵੀ ਤੁਹਾਨੂੰ ਗੱਲ ਕਰਦਾ ਨਾਲ ਦੀ, ਪਲੀਜ਼ ਬਰੇ ਕਰਨ ਵਾਲੇ ਲਈ ਜ਼ਰਾ ਧਿਆਨ ਨਾਲ ਸੁਣੋ, ਗੱਲਾਂ ਬੜਾ ਇੰਟਰਸਟਿੰਗ ਹੈ। ਕਈ ਦਫਾ ਕਿ ਬੱਚਾ ਹੁੰਦਾ ਬੜਾ ਟਾਕ ਕਰਦਾ, ਜਾਸਤੀ ਬੋਲਦਾ, ਬੜਾ ਐਕਟਿਵ ਹੁੰਦਾ ਹੈ। ਹਾਂਜੀ, ਤੇ ਇੱਕ ਮਾਂ ਦੇ ਬੱਚੇ ਨੇ, ਦੋਨੋਂ ਹੀ। ਹਾਂਜੀ, ਤੇ ਦੂਸਰਾ ਹੋਏਗਾ ਜੀ ਇਹ ਤਾਂ ਬੜਾ ਅੱਧਾ ਕੁਆਇਟ ਹੈ, ਨਹੀਂ ਜ਼ਿਆਦਾ ਗੱਲ ਕਰਦਾ। ਹਾਂਜੀ, ਆਈ ਥਿੰਕ ਦੇਅਰ ਇਜ਼ ਅ ਕਾਜ਼ ਆਫ ਕੰਸਰਨ ਜੇ ਬੱਚਾ ਇੱਦਾਂ ਹੋਵੇ। ਬਿਲਕੁਲ ਨਹੀਂ, ਹਾਂ ਵੀ ਮਤਲਬ ਜੇ ਕੁਛ ਮੰਨ ਲਓ, ਜੇ ਤੂੰ ਆਪਣੇ ਆਪ ਨਾਲ ਰਹਿੰਦੇ ਆ, ਕਈ ਹੁੰਦੇ ਕਈਆਂ ਦੀ ਕਈ ਹੁੰਦੇ ਇੰਟਰੋਵਰਟ, ਕਈ ਹੁੰਦੇ ਐਕਸਟਰੋਵਰਟ। ਹਾਂ, ਉਹ ਇੱਕ ਤੇ ਜ਼ਿਆਦਾ ਬੋਲਣ ਵਾਲੇ ਹੋ ਸਕਦੇ, ਜ਼ਿਆਦਾ ਚੁਲਬਲੇ ਹੁੰਦੇ, ਕਈ ਥੋੜ੍ਹੇ ਜਿਹੇ ਰਿਜ਼ਰਵ ਹੁੰਦੇ। ਉਹ ਡਿਫਰੈਂਟ ਆ, ਮਾਂ ਪਿਓ ਨੂੰ ਪਤਾ ਹੁੰਦਾ। ਪਰ ਜੇ ਸਡਨਲੀ ਬੱਚਾ ਇੱਕਦਮ ਵੀ ਮੰਨ ਲਓ ਟੀਨਏਜਰ ਆ, ਹੁਣ ਜੇ ਟੀਨਏਜਰ ਆ ਪਹਿਲਾਂ ਠੀਕ ਸੀਗਾ, ਪਰ ਸਲੋਲੀ ਚੇਂਜ ਦੇ ਨਾਲ ਘਰ ਥੋੜ੍ਹਾ ਡਰਿਆ ਜਾਂ ਘੱਟ ਬੋਲਦਾ, ਆਪਣੇ ਆਪ 'ਚ ਰਿਜ਼ਰਵ। ਨੋਰਮਲੀ ਟੀਨਏਜਰ ਘੱਟ ਬੋਲਦੇ ਆ, ਪਰ ਜੇ ਲੱਗੇ ਵੀ ਕੋਈ ਸਾਈਨ ਉਹਨਾਂ ਦਾ ਕੋਈ ਬਾਹਰ ਫਰੈਂਡ ਸਰਕਲ ਘੱਟ ਆ, ਬਾਹਰ ਕੋਈ ਫਰੈਂਡ ਵੀ ਨਹੀਂ ਹੈਗੇ, ਆਪਣੇ ਕਮਰੇ 'ਚ ਬੰਦ ਰਹਿੰਦੇ ਆ, ਕਿਸੇ ਨਾਲ ਗੱਲਬਾਤ ਨਹੀਂ ਕਰਦੇ, ਨਹਾਉਣ ਧੋਣ ਦਾ ਧਿਆਨ ਰੱਖਦੇ ਕਿ ਨਹੀਂ, ਆਪਣੇ ਆਪ ਨੂੰ ਡਰੈਸ ਅਪ ਕਰਦੇ ਕਿ ਨਹੀਂ, ਇਹਦਾ ਮਤਲਬ ਇੱਕ ਕੰਸਰਨ ਆ। ਪਰ ਫਿਰ ਬਾਅਦ ਦੇ ਵਿੱਚ ਉਦੋਂ ਓਪਨ ਟਾਕ ਹੋਣੀ ਚਾਹੀਦੀ ਆ। ਤੇ ਹਰ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਘਰ ਫੈਮਿਲੀ 'ਚ ਬਹੁਤ ਰਿਸਪੋਂਸੀਬਿਲਿਟੀ ਕਿ ਇਨਕਰੇਜ ਕੀਤਾ ਜਾਵੇ ਟੋਕ ਨੂੰ, ਵੀ ਦਬਾਇਆ ਨਾ ਜਾਵੇ ਇਮੋਸ਼ਨਸ ਨੂੰ। ਜਿਸ ਤਰ੍ਹਾਂ ਹੁਣ ਮੇਰਾ ਬੱਚੇ ਆਉਂਦੇ ਘਰ, ਅਤੇ ਜਦੋਂ ਆਉਂਦੇ ਆ, ਜੇ ਕਿਸੇ ਟੀਚਰ ਨੇ ਸ਼ਿਕਾਇਤ ਲਾਈ ਹੋਵੇ, ਕੋਈ ਵੀ ਚੀਜ਼ ਹੋਵੇ, ਸਭ ਤੋਂ ਪਹਿਲਾਂ ਮੈਂ ਕਾਰ 'ਚ ਉਹਨਾਂ ਨੂੰ ਇਮੋਸ਼ਨਲੀ ਚੈੱਕ ਕਰਦੀ ਹਾਂ ਵੀ ਕੀ ਹੋ ਰਿਹਾ ਉਹਨਾਂ ਨੂੰ। ਉਹ ਗੁੱਸੇ 'ਚ ਨੇ, ਰੋਏ ਨੇ ਕਿ ਕੀ ਹੋਇਆ, ਜੇ ਕਿਸੇ ਨਾਲ ਕੁਛ ਹੋਇਆ ਵੀ ਹੈ ਤਾਂ ਕੀ ਰੀਜ਼ਨ ਆ, ਪਹਿਲਾਂ ਉਹਨੂੰ ਆਇਡੈਂਟੀਫਾਈ ਕੀਤਾ ਜਾਵੇ। ਫਿਰ ਹੌਲੀ ਹੌਲੀ ਉਹ ਬਾਹਰ ਆਪੇ ਆਊਗੀ। ਵੀ ਜੇ ਮੰਨ ਲਓ ਕਈ ਬੱਚੇ ਨੇ ਨਾ ਲੜਾਕਾ ਬੜਾ, ਇਹ ਮਾਰਦਾ ਬੜਾ, ਇਹਨੂੰ ਗੁੱਸਾ ਬਹੁਤ ਆਉਂਦਾ,
ਉਹਦੇ ਪਿੱਛੇ ਵੀ ਰੀਜ਼ਨ ਹੁੰਦਾ ਕਿ ਹੋ ਸਕਦਾ ਉਹਨੂੰ ਕੋਈ ਚੀਜ਼ ਇਹੋ ਜਿਹੀ ਫਰਸਟ੍ਰੇਟਡ ਕੀਤੀ ਹੋਵੇ ਪਰ ਉਹ ਆਪਣੀਆਂ ਇਮੋਸ਼ਨਸ ਦੱਸ ਨਹੀਂ ਸਕਦਾ ਕਿਸੇ ਨੂੰ। ਹੋ ਸਕਦਾ ਉਹਦੇ ਨਾਲ ਕਿਸੇ ਨੇ ਕੋਈ ਮਿਸਬਿਹੇਵ ਕੀਤਾ ਹੋਵੇ, ਕਿਸੇ ਬੁਲਿੰਗ ਹੋਈ ਹੋਵੇ, ਹੈ ਨਾ। ਉਹ ਚੀਜ਼ ਜਿਹੜੀ ਆ ਫਿਰ ਉੱਥੋਂ ਆਇਡੈਂਟੀਫਾਈ ਕੀਤੀ ਜਾਂਦੀ ਵੀ ਜ਼ਿਆਦਾ ਚੁੱਪ ਤੇ ਜ਼ਿਆਦਾ ਗੁੱਸਾ ਵੀ ਉਸ ਇਨਸਾਨ ਦੇ ਵਿੱਚ ਕਿੱਥੋਂ ਆਇਆ, ਕਿਉਂ ਆਇਆ। ਜੇ ਕੋਈ ਜ਼ਿਆਦਾ ਫਰਸਟ੍ਰੇਟਡ ਆ ਤੇ ਕਿਉਂ ਫਰਸਟ੍ਰੇਟਡ ਆ, ਉਹਦੇ ਪਿੱਛੇ ਵੀ ਰੀਜ਼ਨ ਆ। ਤੇ ਜੇ ਕੋਈ ਜ਼ਿਆਦਾ ਚੁੱਪ ਇੱਕਦਮ ਸਡਨ ਹੋ ਰਿਹਾ ਵਾ, ਗੁੰਮਸੁੰਮ ਰਹਿੰਦਾ, ਤੇ ਉਹਦੇ ਪਿੱਛੇ ਉੱਥੋਂ ਹੌਲੀ ਹੌਲੀ, ਜ਼ਰੂਰੀ ਤਾਂ ਨਹੀਂ ਵੀ ਤੁਸੀਂ ਇੰਟੈਰੋਗੇਟ ਕੀ ਹੋ ਗਿਆ, ਤੈਨੂੰ ਕੀ ਹੋ ਗਿਆ, ਕਿਵੇਂ ਹੋ ਗਿਆ, ਤੁਸੀਂ ਉਹਨੂੰ ਮੋਨੀਟਰ ਕਰੋ, ਫਿਰ ਉਹਨੂੰ ਹੌਲੀ ਹੌਲੀ ਵੇਖੋ ਵੀ ਉਹ ਕੀ ਚੱਲ ਕੀ ਰਿਹਾ ਵਾ। ਤੇ ਜਦੋਂ ਤੁਸੀਂ ਕਨਵਰਸੇਸ਼ਨ ਉਸ ਤਰੀਕੇ ਨਾਲ ਹੌਲੀ ਹੌਲੀ ਕਰਦੇ ਰਹੋ, ਉਹ ਆਪੇ ਇਨਸਾਨ ਤੁਹਾਡੇ ਨਾਲ ਓਪਨ ਹੋਣਾ ਸ਼ੁਰੂ ਹੋ ਜਾਏ। ਜਿਵੇਂ ਤੁਹਾਡੀ ਕੋਈ ਫਰੈਂਡ ਵੀ ਆ, ਹੌਲੀ ਹੌਲੀ ਜੇ ਤੁਹਾਡਾ ਫੋਨ ਨਹੀਂ ਚੁੱਕਦੀ ਜਾਂ ਬਾਹਰ ਨਹੀਂ ਜਾਂਦੀ ਜਾਂ ਤੁਹਾਨੂੰ ਮਿਲਦੀ ਨਹੀਂ ਆ, ਸਪੈਸ਼ਲੀ ਅਸੀਂ ਸਕੂਲ ਮਮ 'ਚ ਬੜਾ ਧਿਆਨ ਰੱਖਦੇ ਇਸ ਚੀਜ਼ ਦਾ ਵੀ ਜੇ ਕਿਸੇ ਸਕੂਲ ਮਮ ਨੂੰ ਦੇਖਿਆ ਨਹੀਂ ਆ, ਹੈ ਨਾ, ਵੀ ਉਹਨੂੰ ਕੀ ਹੋ ਰਿਹਾ, ਫਿਰ ਉੱਥੋਂ ਪਤਾ ਲੱਗਦਾ ਵਾ ਵੀ ਕੋਈ ਲਾਈਫ 'ਚ ਕੋਈ ਚੇਂਜ ਤਾਂ ਨਹੀਂ ਆ ਰਹੀ। ਸਪੈਸ਼ਲੀ ਵੂਮਨਸ ਦੇ ਵਿੱਚ ਜ਼ਿਆਦਾ ਹੁੰਦਾ। पता है बड़ा कमाल है इन्ना कुछ पुछना टाइम बड़ी मुझे बड़ी हादसा हो चला ऑलमोस्ट वी हैविंग अ ब्रेक इन अ मिनट। हाँ जी। तो देखो बड़ी कोशिश होंदी है कि इदां दी गल्लां ਅਸੀਂ जनरल गल्लां करदे ने ਫਿਕਰ ਕਰਨ ਵਾਲੀ ਗੱਲ ਵੀ ਹੈ ਨਹੀਂ ਵੀ ਹੈਗੀ। ਮੈਂ ਆਪਣੇ ਆਪ ਨੂੰ ਕੰਟਰੋਡਿਕਟ ਕਰਦਾ ਅਗਰ ਕੁਝ ਕੋਈ ਸਾਈਨ ਹੁੰਦਾ ਉਹਦੇ ਤੁਸੀਂ ਦੇਖ ਕੇ ਉਹਦੇ ਬਾਰੇ ਤੁਸੀਂ ਕੁਝ ਨਾ ਇੰਪਲੀਮੈਂਟ ਕਰੋ, ਡਾਕਟਰ ਮਿਲੋ, ਜੀਪੀ ਮਿਲੋ, ਹੈਲਪ ਲਵੋ, ਕਿਸੇ ਨਾ ਗੱਲ ਕਰੋ। ਜਿਹੜਾ ਡਿਨਾਈਲ ਟਾਈਮ ਦੇ ਵਿੱਚ ਟਾਈਮ ਵੇਸਟ ਹੁੰਦਾ ਉਹਦਾ ਬੜਾ ਟਾਈਮ ਖਰਾਬ ਹੋ ਜਾਂਦਾ। ਚਲੋ ਅਸੀਂ ਥੋੜ੍ਹੀ ਜਿਹੀ ਵੇਸਟ ਲੈ ਕੇ ਬੜੇ ਸਵਾਲ ਬੜਾ ਕਰਾਂਗੇ ਤੇ ਉਮੀਦ ਰੱਖਦਾ ਤੁਸੀਂ ਇੰਜੋਏ ਕਰ ਦੋਗੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦਾ ਸੈਕਿੰਡ ਪਾਰਟ। ਉਮੀਦ ਰੱਖਦਾ ਤੁਸੀਂ ਵਾਚ ਕਰਦੇ ਹੋ। ਮੈਂ ਆਪਣੇ ਕੰਟਰੋਡਿਕਟ ਕਰੀ ਜਾ ਰਿਹਾ। ਪਲੀਜ਼ ਇੱਦਾਂ ਦੀ ਚੀਜ਼ਾਂ 'ਤੇ ਧਿਆਨ ਦਿਆ ਕਰੋ, ਬਹੁਤ ਇੰਪੋਰਟੈਂਟ ਹੈਗੀ ਆ। ਫਿਕਰ ਕਰਨ ਨਾਲ ਕੋਈ ਡਿਪਰੈਸ਼ਨ ਠੀਕ ਨਹੀਂ ਹੋਏਗੀ, ਉਹ ਜ਼ਿਆਦਾ ਵਧੇਗੀ ਉਹਦੇ ਨਾਲ। ਆਮ ਸ਼ੋਰ ਚੀਜ਼ ਪ੍ਰੋਫੈਸ਼ਨਲ ਤੁਹਾਨੂੰ ਐਕਸਪਲੇਨ ਕਰੇਗੀ ਸੈਕਿੰਡ ਪਾਰਟ ਦੇ ਵਿੱਚ। ਇਹ ਜਿਹੜੀ ਬਿਮਾਰੀ ਬਹੁਤ ਇਨਕਰੀਜ਼ ਉੱਪਰ ਹੈਗਾ। ਮੈਂ ਇਹ ਵੀ ਗੱਲ ਕਰਾਂਗਾ ਆਪਣੇ ਕਲਚਰ ਦਾ ਵੀ ਇੱਕ ਇੱਦਾਂ ਦਾ ਹੈਗਾ ਕਿਉਂਕਿ ਅਸੀਂ ਬਹੁਤ ਭਾਰ ਲੈ ਕੇ ਚੱਲਦੇ ਹਾਂ, ਬਹੁਤ ਜ਼ਿਆਦਾ, ਬਹੁਤ ਬੱਚਿਆਂ ਦਾ, ਰਿਸ਼ਤੇਦਾਰਾਂ ਦਾ। ਵੀ ਕੈਰੀ ਸੋ ਮਚ ਸਟ੍ਰੈਸ। ਤੁਹਾਡਾ ਉਹਨਾਂ ਆਪਣਾ ਭਾਰ ਨਹੀਂ ਹੁੰਦਾ ਜਿਹੜਾ ਤੁਸੀਂ ਸਟ੍ਰੈਸ ਲੈ ਕੇ ਚੱਕਦੇ ਹੋ। ਅਗਰ ਕੋਈ ਤਰੀਕਾ ਹੋਵੇ ਉਹਨੂੰ ਮੇਜਰ ਕਰਨ ਦਾ, you'll be shocked ਕਿ ਤੇਰਾ ਇੰਨਾ ਵੱਡਾ ਭਾਰ ਚੁੱਕਿਆ ਤੂੰ ਕੀਤਾ। ਯੂ ਅੰਡਰਸਟੈਂਡ ਵਾਟ ਆਮ ਟ੍ਰਾਈਂਗ ਟੂ ਸੇ। ਬੜਾ ਹੈਵੀ ਭਾਰ ਹੁੰਦਾ ਬ੍ਰੇਨ ਦੇ ਉੱਪਰ ਉਹਦਾ, ਐਂਡ ਆਮ ਸ਼ੋਰ ਅਫੈਕਟ ਕਰਦਾ ਹੈਗਾ। ਮੈਂ ਹੁਣ ਨਾ ਵੀਰਪਾਲ ਆਈ ਵਾਂਟ ਟੂ ਟਾਕ ਬਹੁਤ, ਅਸੀਂ ਮੈਂ ਦੀ ਵੀ ਗੱਲ ਕਰਦੇ ਹਾਂ, ਤੁਸੀਂ ਇੰਪੋਰਟੈਂਟ ਦੱਸਿਆ ਔਰਤਾਂ ਦਾ। ਹਾਂਜੀ, ਅਮਨ ਸੇ ਐਕਸੈਪਟਡ ਫੈਕਟ ਹੈਗਾ, ਲੇਕਿਨ ਹਾਂ ਹੁੰਦਾ ਕਿ ਲੇਡੀਜ਼ ਗੋ ਥਰੂ ਦ ਮੈਨੋਪੌਜ਼ ਵਗੈਰਾ ਹੁੰਦਾ ਹੈਗਾ ਤੇ ਉਹਦੇ ਕਿਉਂਕਿ ਬੋਡੀ ਚੇਂਜ ਹੁੰਦੀ ਹੈ ਉਹ 'ਤੇ ਬੜਾ ਫਰਕ ਪੈਂਦਾ ਹੈ। ਉਹਨੂੰ ਹੁਣ ਥੋੜ੍ਹਾ ਬਹੁਤ ਐਕਸਪਲੇਨ ਕਰੋ। ਹਾਂ, ਜਿਹੜੀਆਂ ਵੂਮਨ ਆ ਉਹਦਾ ਤਾਂ ਮੈਂ ਅੱਗੇ ਕਿਹਾ ਕਿ ਉਹ ਜ਼ਿਆਦਾ ਪ੍ਰੋਨ ਮੈਂਟਲ ਹੈਲਥ ਲਈ ਇਸ ਲਈ ਹੁੰਦੀਆਂ ਕਿ ਪਹਿਲਾਂ ਤਾਂ ਜਦੋਂ ਮੈਰਿਜ ਹੁੰਦੀ, ਬੱਚੇ ਜਦੋਂ ਉਹਨੂੰ ਕਹਿੰਦੇ ਆਪਾਂ ਮੈਟਰਨਲ ਮੈਂਟਲ ਹੈਲਥ, ਜਦੋਂ ਵੂਮਨ ਦਾ ਬੇਬੀ ਹੁੰਦਾ ਆਪਾਂ ਇਹ ਬਹੁਤ ਹੁਣ ਸਾਡੇ ਕਾਮਨ ਆ ਪੋਸਟਨੇਟਲ ਡਿਪਰੈਸ਼ਨ। ਜਦੋਂ ਬੱਚਾ ਹੋ ਜਾਂਦਾ ਪਹਿਲਾਂ ਕਿਉਂ ਲਫ਼ਜ਼ ਯੂਜ਼ ਕਰਦੇ ਬਿਕੋਜ਼ ਦੈਟਸ ਵੈਰੀ ਫਰਾਈਟਨਿੰਗ ਪੋਸਟਨੇਟਲ ਡਿਪਰੈਸ਼ਨ। ਹਾਂ, ਪੋਸਟਨੇਟਲ ਕਿ ਬੱਚਾ ਹੋਣ ਤੋਂ ਬਾਅਦ ਆ ਡਿਪਰੈਸ਼ਨ ਬਹੁਤ ਜ਼ਿਆਦਾ ਸਾਡੇ ਹਾਈ ਰੇਟ ਆ। ਤੇ ਤੁਸੀਂ ਕਿਤੇ ਸੁਣਿਆ ਹੀ ਹੋਊ ਕਿ ਜਿਹੜੀਆਂ ਯੰਗ ਮਮ ਬੱਚਾ ਦਿੱਤਾ ਤੇ ਉਹ ਡਿਪਰੈਸ਼ਨ ਚਲ ਗਈ ਤੇ ਉਹਨੇ ਸੁਸਾਈਡ ਕਰ ਲਿਆ। ਕਿਉਂਕਿ ਇਹ ਇੰਨਾ ਕੁ ਹੁੰਦਾ ਕਿ ਉਸ ਟਾਈਮ 'ਤੇ ਉਹ ਇਮੋਸ਼ਨ ਹੀ, ਹਾਰਮੋਨਸ ਹੀ ਇੰਨੇ ਕੁ ਸਟਰੋਂਗ ਹੁੰਦੇ ਕਿ ਉਹਨੂੰ ਜੇ ਰਾਈਟ ਸਪੋਰਟ ਨਾ ਮਿਲੇ ਉਹ ਇਮੋਸ਼ਨਲ ਇੰਨੀ ਹੋ ਜਾਂਦੀ ਆ। ਤੇ ਜੇ ਤੇ ਉਹਨੂੰ ਕੋਈ ਅੰਡਰਸਟੈਂਡ ਕਰ ਲੇ ਤੇ ਠੀਕ ਹੈ। ਤੇ ਉਹਦਾ ਜਦੋਂ ਲੱਗੇ ਕਿ ਜੇ ਤੇ ਇੱਕ ਜਿਹੜੀ ਨਵੀਂ ਮਾਂ ਵਾ ਉਹ ਬੱਚੇ ਨੂੰ ਜਨਮ ਦਿੱਤਾ, ਕਈ ਵਾਰ ਜ਼ਰੂਰੀ ਨਹੀਂ ਪਹਿਲਾ ਬੱਚੇ ਵਾਰੀ ਬਿਲਕੁਲ ਠੀਕ ਹੋਊਗੀ, ਦੂਸਰੇ ਬੱਚੇ ਵਾਰੀ ਉਹਨੂੰ ਹੋਊਗਾ। ਅੱਛਾ, ਹੋ ਸਕਦਾ ਪਹਿਲੇ ਬੱਚੇ ਵਾਰੀ ਉਹ ਬਿਲਕੁਲ ਸਟਰੋਂਗ ਆ, ਦੂਜੇ ਬੱਚੇ ਇਹਨੂੰ ਕਹਿੰਦੇ ਟਰਾਮਾ ਜਾਂ ਬਰਥ ਦੇ ਟਾਈਮ ਤੇ ਜਾਂ ਉਹਦੀਆਂ ਐਕਸਪੈਕਟੇਸ਼ਨ ਡਿਫਰੈਂਟ, ਕੋਈ ਵੀ ਚੀਜ਼ ਰੀਜ਼ਨ ਹੋ ਸਕਦਾ। ਤੇ ਇਹ ਵੈਰੀ ਕਾਮਨ ਆ ਸਾਡੀ ਵਿੱਚ ਵੀ ਤੇ ਵਾਈਟ ਸਾਰੀ ਹਰ ਇੱਕ ਐਥਨੀਸਿਟੀ 'ਚ ਇਹ ਬਹੁਤ ਕਾਮਨ ਆ। ਜੇ ਨਵੀਂ ਮਾਂ 8-9 ਵੀਕਾਂ ਤੋਂ ਬਾਅਦ ਰੋਈ ਜਾ ਰਹੀ ਆ, ਬਹੁਤ ਇਮੋਸ਼ਨਲ, ਆਪਣਾ ਖਿਆਲ ਨਹੀਂ ਰੱਖ ਰਹੀ, ਜਾਂ ਉਹਨੂੰ ਲੱਗਦਾ ਕਿ ਬੱਚੇ ਨਾਲ ਉਹਦੀ ਇੰਨੀ ਅਟੈਚਮੈਂਟ ਨਹੀਂ ਹੋ ਰਹੀ ਜਾਂ ਜਿੱਦਾਂ, ਫਸਟ ਚੀਜ਼ ਆ ਉਹਨੂੰ ਡੈਫੀਨੇਟਲੀ ਜੀਪੀ ਕੋ ਜਾਣਾ ਚਾਹੀਦਾ ਕਿਉਂਕਿ ਉਹਨੂੰ ਰਾਈਟ ਸਪੋਰਟ ਮਿਲਣੀ ਉਸ ਟਾਈਮ 'ਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਬਹੁਤ ਜ਼ਿਆਦੀਆਂ ਮਾਵਾਂ ਜਿਨ੍ਹਾਂ ਨੂੰ ਰਾਈਟ ਮਿਲਦੀ ਨਹੀਂ, ਉਹ ਬੱਚੇ ਲਈ ਵੀ ਬਹੁਤ ਜ਼ਿਆਦਾ ਮਾੜੀ ਹੁੰਦੀ ਤੇ ਮਾਂ ਲਈ ਆਪਣੇ ਲਈ ਵੀ ਮਾੜੀ ਹੁੰਦੀ ਤੇ ਇਹ ਸਾਰੀ ਫੈਮਿਲੀ ਨੂੰ ਬਹੁਤ ਅਫੈਕਟ ਕਰਦੀ। ਮੈਂ ਥੋੜ੍ਹਾ ਜਿਹਾ ਸਬਜੈਕਟ ਤੋਂ ਬਾਹਰ ਜਾਵਾਂਗਾ ਬਿਕੋਜ਼ ਜਦੋਂ ਵੀਰਪਾਲ ਗੱਲ ਕਰਦੀ ਨਾ ਕਿ ਮੇਰੇ ਦਿਮਾਗ ਇੰਨਾ ਚੱਲਣਾ ਸ਼ੁਰੂ ਹੋ ਜਾਂਦਾ ਹੈ। ਜੋ ਅੱਜ ਕੱਲ੍ਹ ਦੇ ਤੁਸੀਂ ਹਾਲਾਤ ਬੱਚਿਆਂ ਦੇ ਦੇਖਦੇ ਹੋ, ਪੇਰੈਂਟਸ ਇਕੱਲੇ ਰਹਿ ਗਏ ਨੇ। ਵਾਈ ਡੋਂਟ ਪੀਪਲ ਅੰਡਰਸਟੈਂਡ ਕਿ ਮਾਂ ਤੇ ਪਿਓ ਵਟ ਦੇ ਗੋ ਥਰੂ ਇੱਕ ਬੱਚੇ ਨੂੰ ਜਨਮ ਜਾਣ ਲਈ। ਪਹਿਲੇ ਤੇ ਤੁਸੀਂ ਜਿਹੜੀ ਗੱਲ ਕੀਤੀ ਮੈਂ ਬੜਾ ਪਕੜਦਾ ਨਿਚੋੜ ਕਰਦਾ ਹਾਂ ਗੱਲ ਦਾ। ਮਾਂ ਦਾ ਕਨੈਕਸ਼ਨ ਅੰਦਰ ਹੀ ਪਹਿਲਾਂ ਜਦੋਂ ਪ੍ਰੈਗਨੈਂਟ ਹੁੰਦੀ ਉਹਦਾ ਹੁੰਦਾ ਹੈ ਬੱਚੇ ਨੂੰ ਲਾਈਕ ਕਰਨਾ। ਜੇ ਉਹਨੂੰ ਨਾ ਲਾਈਕ ਕਰ ਸਕੇ ਫਿਰ ਪ੍ਰੋਬਲਮ ਅਰੇਂਜ ਹੋ ਗਈ ਨਾ। ਵਾਈ ਡੋਂਟ ਕਿਡਸ ਅੰਡਰਸਟੈਂਡ ਕਿ ਕਿਸ ਤਰ੍ਹਾਂ ਅਸੀਂ ਦੁਨੀਆ 'ਚ ਆਏ ਹਾਂ, ਕਿਹੜੀ ਤਕਲੀਫਾਂ ਨਾਲ ਮੈਨੂੰ ਮਾਂ ਨੇ ਜਨਮ ਦਿੱਤਾ। ਬਾਪ ਤਾਂ ਬੋਲਦਾ ਨਹੀਂ, ਉਹ ਤਾਂ ਸਾਇਲੈਂਟ ਵਿੱਚ ਸਫਰ ਕਰ ਰਿਹਾ। ਹੀ ਇਜ਼ ਇਕੁਅਲੀ ਸਫਰਿੰਗ।
ਦੇ ਇਕੁਅਲੀ ਸਫਰ। ਪਰ ਆਈ ਥਿੰਕ ਸਾਡੇ ਕਲਚਰ ਵਿੱਚ ਇੱਕ ਇਹ ਵੀ ਹੈਗਾ, ਸਾਡੇ ਕਲਚਰ 'ਚ ਰਿਲੇਸ਼ਨਸ਼ਿਪ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਵਾ। ਉਹ ਰਿਲੇਸ਼ਨਸ਼ਿਪ ਐਕਸਪੈਕਟੇਸ਼ਨ ਦੇ ਨਾਲ ਜਦੋਂ ਜਿਹੜੀ ਮਾਂ ਵੀ ਡਿਪਰੈਸ਼ਨ 'ਚ ਜਾ ਰਹੀ ਹੈ, ਇਸੇ ਕਰਕੇ ਜਾ ਰਹੀ ਕਿ ਹੋ ਸਕਦਾ ਉੱਤੇ ਐਕਸਪੈਕਟੇਸ਼ਨਸ ਜ਼ਿਆਦੀਆਂ ਹੋਣ। ਸਾਡੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਇਹ 'ਚ ਐਕਸਪੈਕਟੇਸ਼ਨਸ ਹੀ ਇੰਨੀਆਂ ਕਿ ਜ਼ਿਆਦਾ ਕਿ ਉਹਦੇ ਕਰਕੇ ਸਾਡੇ 'ਚ ਮੈਂਟਲ ਹੈਲਥ ਤੇ ਡਿਪਰੈਸ਼ਨ ਵੀ ਜ਼ਿਆਦਾ। ਜੇ ਅਸੀਂ ਬੱਚੇ ਤੇ ਮਾਂ ਰਿਲੇਸ਼ਨਸ਼ਿਪ ਬਹੁਤ ਵਧੀਆ ਬਣ ਸਕਦੇ ਜੇ ਅਸੀਂ ਸਾਰੀਆਂ ਐਕਸਪੈਕਟੇਸ਼ਨ, ਜਿਹੜੀ ਯੰਗ ਜਨਰੇਸ਼ਨ ਆਪਣੇ ਪੇਰੈਂਟਸ ਤੋਂ ਵੀ ਉਨੀਆਂ ਐਕਸਪੈਕਟੇਸ਼ਨਾਂ ਰੱਖਣ ਵੀ ਉਹ ਵੀ ਸਾਡੇ ਲਈ ਇਹ ਵੀ ਕਰਨ, ਇਹ ਵੀ ਕਰਨ, ਇਹ ਵੀ ਕਰਨ। ਅਤੇ ਜੇ ਉਹ ਰਿਲੇਸ਼ਨਸ਼ਿਪ ਨੂੰ ਇੱਦਾਂ ਸਮੂਥ ਬਣਾਇਆ ਜਾਵੇ ਨਾ, ਫਿਰ ਉਹ ਜਦੋਂ ਸਾਡੇ ਕਿਸੇ ਵੀ ਚੀਜ਼ ਵਿੱਚ ਜਿਹੜੀਆਂ ਵਾ, ਜਦੋਂ ਇੱਕ ਵੂਮਨ ਤੋਂ ਜ਼ਿਆਦਾ ਐਕਸਪੈਕਟੇਸ਼ਨ ਰੱਖੀਆਂ ਜਾਂਦੀਆਂ ਮੈਨ ਨਾਲੋਂ, ਮੈਨ ਦੀਆਂ ਡਿਫਰੈਂਟ ਐਕਸਪੈਕਟੇਸ਼ਨ ਆ, ਵੂਮਨ ਦੀਆਂ ਅਤੇ ਜੇ ਆਪਾਂ ਕਮਿੰਗ ਬੈਕ ਟੂ ਦਾ ਪੁਆਇੰਟ ਕਿ ਜਦੋਂ ਉਹਨੂੰ ਹੋ ਰਿਹਾ ਵਾ, ਉਹ ਹੋ ਸਕਦਾ ਉਹ ਬੱਚੇ ਦੇ ਨਾਲ ਉਹਦੀ ਅਟੈਚਮੈਂਟ ਇਸ ਲਈ ਨਹੀਂ ਹੋ ਰਹੀ, ਜਾਂ ਹੋ ਸਕਦਾ ਕਿ ਉਹਨੂੰ ਇਹ ਹੋ ਰਿਹਾ ਕਿ ਮੈਂ ਚੰਗੀ ਮਾਂ ਨਹੀਂ ਹਾਂ। ਇਹ ਬੜੀਆਂ ਮਾਵਾਂ ਦੇ ਵਿੱਚ ਜਿਹੜੀਆਂ ਜਦੋਂ ਮਾਂ ਜਨਮ ਦਿੰਦੀ ਨਾ, ਉਹਨੂੰ ਇਹ ਹੋ ਸਕਦਾ ਵੀ ਹਾਏ ਮੈਂ ਬੱਚੇ ਨੂੰ ਦੁੱਧ ਨਹੀਂ ਵਧੀਆ ਪਿਆ ਰਹੀ, ਮੇਰੇ ਬੱਚੇ ਨੂੰ ਹੋ ਸਕਦਾ ਬ੍ਰੈਸਟ ਫੀਡਿੰਗ ਨਹੀਂ ਹੋ ਰਹੀ, ਜਾਂ ਇਹਨੂੰ ਮੈਂ ਇਸ ਤਰ੍ਹਾਂ ਨਹੀਂ ਸਾਂਭ ਰਹੀ। ਉਹ ਹੌਲੀ ਹੌਲੀ ਉੱਤੇ ਪ੍ਰੈਸ਼ਰ ਕੋਪ ਨਹੀਂ ਕਰ ਸਕਦੀ, ਉਹ ਪ੍ਰੈਸ਼ਰ ਹੀ ਇੰਨਾ ਕੁ ਪੈ ਜਾਂਦਾ ਵਾ ਕਿ ਉਹਦੇ ਨਾਲ ਉਹ ਡਿਪਰੈਸ਼ਨ 'ਚ ਚਲੇ ਜਾਂਦੀ। ਉਸ ਟਾਈਮ 'ਤੇ ਸਾਰੀ ਫੈਮਿਲੀ ਨੂੰ ਚਾਹੀਦਾ ਉਹਨੂੰ ਮੋਨੀਟਰ ਕਰੇ, ਜੇ ਕੋਈ ਦੀ ਫਰੈਂਡ ਆ, ਉਹਦਾ ਹਸਬੈਂਡ ਸਪੈਸ਼ਲੀ, ਤੇ ਪਾਰਟਨਰ ਨੋਟਿਸ ਕਰਦਾ ਘਰ ਦੇ ਵਿੱਚ। ਮੈਨੂੰ ਇੱਕ ਗੱਲ ਦੱਸੋ ਤੁਸੀਂ, ਹਾਂਜੀ, ਮੈਡੀਕਲੀ ਕਿੰਨੀ ਐਡਵਾਂਸ ਹੈਗੀ ਆ? ਹਾਊ ਮਚ ਹੈਲਪ ਇਜ਼ ਆਊਟ ਦੇਅਰ? ਸੋ ਮਚ ਹੈਲਪ, ਕਿੰਨੀ ਐਵਰੀ ਸੈਕਿੰਡ। ਤੁਸੀਂ ਇਸੇ ਕਰਕੇ ਅਸੀਂ ਸ਼ੋਅ ਕਰਦੇ ਅਸੀਂ ਉਹਦੇ ਥੋੜ੍ਹੀ ਬਹੁਤੀ ਗੱਲ ਕਰਾਂਗੇ, ਟਾਈਮ ਬੜੀ, ਮੈਂ ਹਮੇਸ਼ਾ ਕਹਿੰਦਾ 2 ਘੰਟੇ ਦਾ ਵੀ ਹੋਵੇ ਸ਼ੋਅ ਵੀ ਥੋੜ੍ਹਾ ਹੈਗਾ, ਕਿਉਂਕਿ ਗੱਲਾਂ ਬੜੀਆਂ ਟਾਕ ਕਰਨ ਵਾਲੀਆਂ ਹੁੰਦੀਆਂ ਨੇ। ਇਹ ਪੁਰਾਣੇ ਜ਼ਮਾਨੇ ਜਦੋਂ ਸਾਡੇ ਮਾਮਾ ਸਿੱਖਿਆ ਕੋਈ ਇੱਦਾਂ ਦੀ ਬਿਮਾਰੀ ਨਹੀਂ ਸੀਗੀ, ਔਰ ਰੱਬ ਦਾ ਉਦੋਂ ਸ਼ੁਕਰ ਹੈ ਕਿ 4-4 5-5 6-6 ਬੱਚੇ ਹੁੰਦੇ ਸੀ ਕਿਤੇ, ਅੱਜ ਤੇ 2 ਹੋ ਗਏ ਤੇ ਬੰਦਾ ਕਹਿੰਦਾ ਬਸ ਮੈਂ ਉਹਦਾ ਤੀਜਾ ਬੱਚਾ ਨਹੀਂ ਕਰਨਾ, ਬਿਕੋਜ਼ ਉਹਦਾ ਦਾ ਲਾਈਫ ਸਟਾਈਲ ਹੀ ਡਿਫਰੈਂਟ ਹੋ ਗਿਆ। ਸਾਡਾ ਲਾਈਫ ਸਟਾਈਲ ਬਹੁਤ ਚੇਂਜ ਹੋ ਗਿਆ। ਹੁਣ ਇੰਡੀਆ ਦੇ ਵਿੱਚ ਵੀ ਜੇ ਆਪਾਂ ਆਪਣੀ ਕਮਿਊਨਿਟੀ 'ਚ ਜਾਈਏ, ਉੱਥੇ ਪਿੰਡਾਂ 'ਚ ਵੀ ਸੇਮ ਉਹੀ ਆ, ਬਿਜ਼ੀ ਲਾਈਫ ਆ, ਲੋਕੀ ਐਵਰੀਵਨ ਵਰਕਿੰਗ ਆ, ਟਾਈਮ ਜਿਹੜਾ ਕੁਛ ਹੈਗਾ ਵੀ ਅਸੀਂ ਡਿਫਰੈਂਟ ਚੀਜ਼ਾਂ ਨੂੰ ਪ੍ਰਾਇਰਟੀ ਦਿੰਦੇ ਹਾਂ ਰਾਦਰ ਦੈਨ ਆਪਣੇ ਆਪ ਨੂੰ ਨਰਚਰ ਕਰਨ ਲਈ, ਆਪਣੇ ਆਪ ਧਿਆਨ ਵੀ ਸਾਡੀ ਕਿਹੜੀ ਚੀਜ਼ ਨਾਲ ਸਾਡੇ ਸਰੀਰ ਨੂੰ ਥੋੜ੍ਹੀ ਰੈਸਟ ਮਿਲਦੀ, ਉਹ ਡਿਫਰੈਂਟ ਚੀਜ਼ ਆ। ਤਾਂ ਉਹੀ ਲਾਈਫ ਸਟਾਈਲ ਜਿਹੜੀ ਆ ਹਰ ਇੱਕ ਬੱਚਿਆਂ ਤੋਂ ਲੈ ਕੇ, ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ, ਉਹ ਲਾਈਫ ਸਟਾਈਲ ਚੇਂਜ ਹੋਣ ਨਾਲ ਸਾਡੀਆਂ ਜਿਹੜੀਆਂ ਕੋਈ ਜਿੰਨੀਆਂ ਵੀ ਪ੍ਰੋਬਲਮਸ ਉਹ ਵਧੀਆਂ, ਅਤੇ ਉਹ ਪ੍ਰੈਸ਼ਰ ਜਿਹੜਾ ਦਿਮਾਗ, ਜਿਵੇਂ ਤੁਸੀਂ ਹੁਣੇ ਕਿਹਾ ਨਾ, ਪੰਡ ਜਿਹੜੀ ਉਹ ਦਿਮਾਗ 'ਤੇ ਪੈ ਰਹੀ ਸਾਰੀ। ਜਦ ਤੱਕ ਬੱਚਿਆਂ ਨੂੰ ਦੱਸਿਆ ਨਾ ਜਾਏ, ਉਹਨਾਂ ਨੂੰ ਸਮਝ ਨਹੀਂ ਆਏਗੀ। ਜਿਹੜੇ ਵੀ ਤੁਸੀਂ ਬੱਚੇ ਬੈਠੇ ਘਰ ਦੇਖਦੇ ਹੋ, ਮਾਂ ਪਿਓ ਪਲੀਜ਼, ਮੈਂ ਹਮੇਸ਼ਾ ਕਹਿੰਦਾ ਨਾ, ਹਰ ਏਜ ਦਾ ਬੰਦਾ ਇਹ ਪ੍ਰੋਗਰਾਮ ਦੇਖਿਆ ਕਰੋ। ਇਹ ਹਮੇਸ਼ਾ ਮੇਰਾ ਭਲੇ ਦਾ ਪ੍ਰੋਗਰਾਮ ਹੁੰਦਾ ਕਿ ਕਿਸੇ ਇਹਦੇ ਏਜ ਲਿਮਿਟ ਨਹੀਂ ਹੈਗੀ। ਬਜ਼ੁਰਗਾਂ ਦਾ ਹੁੰਦਾ, ਮਾਵਾਂ ਦਾ, ਭਾਵੀਆਂ ਦਾ, ਆਪਣੇ ਬੱਚਿਆਂ ਦਾ, ਹਰ ਏਜ ਦਾ ਹੈਗਾ ਫੈਕਟਰ। ਅਗਰ ਜੇ ਅੱਜ ਬੱਚਾ ਬੈਠਾ ਸੁਣਦਾ ਕਿ ਮਾਂ ਕਿਹੜੀ ਤਕਲੀਫ ਜਾ ਕੇ ਇੱਕ ਬੱਚੇ ਨੂੰ ਜਨਮ ਦੇ ਕੇ ਪਾਲਦੀ ਹੈ ਨਾ, ਮੈਂ ਕਹਿੰਦਾ ਉਹਨਾਂ ਦੀ ਉਮਰ ਇੰਨੀ ਲੰਬੀ ਨਹੀਂ ਹੈਗੀ ਕਿ ਮਾਂ ਦਾ ਸ਼ੁਕਰਾਨਾ ਕਰ ਸਕਣ। ਨਹੀਂ, ਮਾਂ ਦਾ ਸ਼ੁਕਰਾਨਾ ਸਾਨੂੰ ਹਮੇਸ਼ਾ ਕਰਨਾ ਚਾਹੀਦਾ। ਯੂ ਨੋ ਦੇ ਹੈਵਨਟ ਗੋਟ ਦੈਟ ਲੌਂਗ ਲਾਈਫ। ਵੂਮਨ ਤੇ ਇੰਨੀਆਂ ਕੁ ਪਾਵਰਫੁਲ ਹੈਗੀਆਂ ਵਾ, ਵੂਮਨ 'ਚ ਪਾਵਰ ਇੱਕ ਹੋਰ ਜਨਮ ਦੇਣ ਦੀ। ਸੋ ਵੂਮਨ ਦੀ ਸਾਨੂੰ ਹਮੇਸ਼ਾ ਰਿਸਪੈਕਟ ਕਰਨੀ ਚਾਹੀਦੀ। ਪਰ ਇੱਥੋਂ ਹਿਊਮੈਨਿਟੀ ਪਰਖੀ ਜਾਂਦੀ ਆ ਵੀ ਅਸੀਂ ਜਿਹੜਾ ਰਿਲੇਸ਼ਨਸ਼ਿਪ ਆ ਉਹਨੂੰ ਕਿੰਨਾ ਕੁ ਨਰਚਰ ਕਰਦੇ। ਪਰ ਮੈਨੂੰ ਮੈਂ ਹੁਣ ਪੁਟਿੰਗ ਡਾਊਨ ਟੂ ਇਹ ਜਿਹੜੀ ਚੀਜ਼ਾਂ ਹੈਗੀਆਂ, ਔਰਤ ਹੈ, ਆਦਮੀ ਹੈ, ਹਾਂ ਧੀਮੀ ਦੇ ਬੱਚੇ ਦੇਣੇ ਨੇ, ਉਹਦਾ ਜਨਮ ਦੇਗੀ, ਐਕਸੈਪਟਡ ਫੈਕਟ ਹੈਗਾ ਨਾ। ਤੇ ਲੋਕੀ ਉਹਨੂੰ ਸੀਰੀਅਸ ਨਹੀਂ ਲੈਂਦੇ ਕਿ ਔਰਤ ਕਿਸ ਰਸਤੇ 'ਚ ਜਾ ਰਹੀ ਹੈ। ਉਹ ਇੱਕ ਜਿਸਮ ਨੂੰ ਪਾਲ ਰਹੀ ਹੈ, ਕਿਸੇ ਨੂੰ ਦੁਨੀਆ 'ਚ ਲੈ ਕੇ ਆ ਰਹੀ ਹੈ। ਯਾਰ ਬਾਡੀ ਨੂੰ ਕਿੰਨਾ ਫਰਕ ਪੈਂਦਾ ਹੋਵੇਗਾ ਮੈਂਟਲੀ, ਫਿਜ਼ੀਕਲੀ, ਹਰ ਤਰੀਕੇ ਦੇ ਨਾਲ। ਹਾਂਜੀ, ਤੇ ਉਸ ਟਾਈਮ 'ਤੇ ਜਦੋਂ ਬੱਚਾ ਹੋ ਗਿਆ, ਉਹ ਇੰਨੀ ਕੁ ਬਿਜ਼ੀ, ਜੇ ਨਹੀਂ ਕੋਈ ਪ੍ਰੋਬਲਮ ਹੋਈ, ਜਿਵੇਂ ਹੁਣ ਮੈਂ ਬਿਜ਼ੀ ਹਾਂ ਕੰਮ 'ਚ, ਤੁਸੀਂ ਆਪਣੇ ਬੱਚੇ ਨਾਲ, ਫਿਰ ਜਦੋਂ ਤੁਸੀਂ ਮੈਨੋਪੋਜ਼, ਤੁਹਾਡੇ ਹਾਰਮੋਨ ਜਿਹੜੇ ਆ ਚੇਂਜ ਹੋਣੇ ਸ਼ੁਰੂ ਹੋ ਜਾਂਦੇ, ਉਦੋਂ ਤੁਹਾਨੂੰ ਜ਼ਿਆਦਾ ਹਿੱਟ ਕਰਦਾ ਵਾ। ਅਤੇ ਜਿਹੜਾ ਮੈਨੋਪੋਜ਼ ਆ, ਜਿਸ ਤਰ੍ਹਾਂ ਤੁਸੀਂ ਹੁਣ ਕਿਹਾ ਵੀ ਜਦੋਂ ਮੈਨੋਪੋਜ਼ ਕਿਸ ਤਰ੍ਹਾਂ ਅਫੈਕਟ ਕਰਦਾ, ਉਹ ਇਕੱਲਾ ਕੋਈ ਮੈਂਟਲ ਨਹੀਂ, ਇਕੱਲੀ ਹਾਰਮੋਨ ਚੇਂਜ ਨਹੀਂ ਹੁੰਦੀ, ਉਸ ਦਾ ਸਾਡੀ ਸਕਿਨ ਨੂੰ ਵੀ ਬੜਾ ਡਿਫਰੈਂਟ ਕਰ ਦਿੰਦਾ, ਸਾਡੇ ਵਾਲਾਂ ਨੂੰ, ਤੁਹਾਡੀ ਜਿਹੜੀਆਂ ਬੋਨਸ ਆ ਬਹੁਤ ਜ਼ਿਆਦਾ ਰਿਸਕ 'ਚ ਹੁੰਦੀਆਂ ਸਾਡੀਆਂ, ਕਿਉਂਕਿ ਪਹਿਲਾਂ ਫਿਜ਼ੀਕਲ ਜਿਹੜੀ ਚੇਂਜ ਹੁੰਦੀ ਆ ਬੋਨਸ ਦੇ ਵਿੱਚ ਹੁੰਦੀ ਆ, ਉਹ ਸਾਰਾ। ਅਤੇ ਉਹ ਜਿਹੜਾ ਮੈਂਟਲ ਹੈਲਥ ਆ, ਲੋ ਮੂਡ ਜ਼ਿਆਦਾ ਹੁੰਦਾ ਵਾ, ਇਮੋਸ਼ਨਲ ਬਹੁਤ ਜ਼ਿਆਦਾ ਹੋ ਜਾਂਦੀਆਂ ਵੂਮਨ। ਅਤੇ ਆਪਾਂ ਆਪਣੀ ਪੰਜਾਬੀ 'ਚ ਤਾਂ ਇਹੋ ਕਈ ਕਹਿ ਦਿੰਦੇ ਸੱਠਿਆ ਗਈ ਜਾਂ ਮਿਡ ਲਾਈਫ ਕ੍ਰਾਈਸਿਸ ਆ ਗਿਆ। ਜਿਹੜੀ ਮੈਨੋਪੋਜ਼ ਆ, ਆਪਾਂ ਇੱਕ ਵੂਮਨ ਨੂੰ ਇਹ ਜਿਹੜੀ ਪੁਰਾਣੀ ਆਪਣੀ ਪੰਜਾਬੀ ਲੈਂਗੁਏਜ ਇਹ ਨਾਮ ਦਿੱਤਾ ਗਿਆ, ਪਰ ਇਹ ਮੈਨੋਪੋਜ਼ ਆ ਵੀ ਇਹਨੂੰ ਰੈਕੋਗਨਾਈਜ਼ ਨਹੀਂ ਕੀਤਾ ਜਾਂਦਾ ਕਿ ਵੀ ਕਹਿੰਦੇ ਇਹਦਾ ਤਾਂ ਦਿਮਾਗ ਹੁਣ ਖਰਾਬ ਹੋ ਗਿਆ, ਪਤਾ ਨਹੀਂ ਗੱਲ 'ਤੇ ਚਿੜੀ ਜਾਂਦੀ ਆ, ਉਹ ਚਿੜੀ ਜਾਂਦੀ ਜਾਂ ਐਨਗਜ਼ਾਇਟੀ ਹੋਈ ਜਾਂਦੀ ਆ। ਇਹ ਜਿਹੜੇ ਸਾਈਨ ਆ ਉਹ ਚੇਂਜ ਦੇ ਆ ਵੂਮਨ ਦੇ ਵਿੱਚ।
ਫਿਰ ਉਹ ਆਪਣੇ ਆਪਣੀ ਸਕਿਨ ਵੱਲ ਵੇਖਦੀ ਸਾਰੀ ਢਲੀ, ਕਿਉਂਕਿ ਚੇਂਜ ਜਿਹੜਾ ਵਾ ਹਾਰਮੋਨ ਇੰਨੇ ਕੁ ਚੇਂਜ ਕਰ ਉਹ ਰਹਿੰਦਾ ਨਹੀਂ ਨਾ ਚੀਜ਼ ਫਿਰ ਉਹ ਉਹਦੇ ਕੌਨਫੀਡੈਂਸ ਤੇ ਪਾ ਦਿੰਦਾ, ਉਹ ਸਾਰਾ ਆਪਣਾ ਕੌਨਫੀਡੈਂਸ ਹੀ ਲੋਸਟ ਕਰ ਜਾਂਦੀ ਵੂਮਨ, ਕਿਉਂਕਿ ਪਹਿਲਾਂ ਉਹ ਬਿਜ਼ੀ ਸੀ ਬੱਚੇ ਪਾਲਣ 'ਚ, ਹੁਣ ਬੱਚੇ ਵੱਡੇ ਹੋ ਗਏ, ਫਿਰ ਉਹਦਾ ਕੌਨਫੀਡੈਂਸ ਲੋਸਟ ਹੋ ਗਿਆ, ਉਹਦੀ ਸਕਿਨ ਨਹੀਂ ਉਹੋ ਜਿਹੀ ਰਹੀ, ਉਹਦੇ ਵਾਲ ਨਹੀਂ ਉਹੋ ਜਿਹੇ ਰਹੇ, ਉਹਦੀਆਂ ਹੱਡੀਆਂ ਇੰਨੀਆਂ ਕੁ ਕਮਜ਼ੋਰ ਹੋ ਗਈਆਂ ਵਾ, ਉਹ ਐਂਗਜ਼ਾਇਟੀ ਹੋ ਗਈ, ਜਾਂ ਉਹ ਇੰਨੀ ਕੁ ਲੋ ਮੂਡ ਡਿਪਰੈਸ਼ਨ ਚੱਲਦੀ, ਉਹਦਾ ਜੀਅ ਨਹੀਂ ਕਰਦਾ ਡਰੈਸ ਕਰਨ ਨੂੰ ਜਾਂ ਬਾਹਰ ਜਾਂ ਸੁਸਾਇਟੀ 'ਚ ਬੋਲਣ ਨੂੰ, ਫਿਰ ਉੱਥੋਂ ਲੋਨਲੀਨੈਸ ਤੇ ਡਿਪਰੈਸ਼ਨ ਸ਼ੁਰੂ ਹੋ ਜਾਂਦਾ। ਗੱਲ ਹੋ ਰਹੀ ਹੈ ਫਿਰ ਜਿਹੜੇ ਬੱਚੇ ਸਿਆਣੇ ਹੋਣ ਨਾ, ਅਗਰ ਰੈਕਗਨਾਈਜ਼ ਕਰਨ, ਫਿਰ ਉਹ ਉੱਥੇ ਫੈਮਿਲੀ ਕਰ ਸਕਦੇ ਨੇ ਨਾ। ਜੇ ਤੁਸੀਂ ਉਹਨੂੰ ਕਹੋ ਮਾਂ ਨੂੰ ਤਾਂ ਖਿਆਲ ਹੀ ਨਹੀਂ ਹੈਗਾ, ਪਤਾ ਨਹੀਂ ਕੀ ਤਿਆਰ ਵੀ ਨਹੀਂ ਹੁੰਦੀ, ਇਹ ਵੀ ਨਹੀਂ ਕਰਦੀ, ਘਰ ਦੀ ਲੜਾਈ ਕਰਕੇ ਆਰਗੂਮੈਂਟ ਕਰਕੇ ਬਾਹਰ ਚਲੇ ਜਾਂਦੇ ਨੇ, ਹੱਸਦੇ ਖੇਡਦੇ ਨੇ, ਯਾਰ ਇਹ ਚੀਜ਼ਾਂ ਬੜੀਆਂ ਸੀਰੀਅਸ ਹੈ। ਸੋ ਇਸੇ ਕਰਕੇ ਹੁਣ ਮੈਨੋਪੌਜ਼ ਇੰਨਾ ਕੁ ਜ਼ਿਆਦਾ ਹੁਣ ਅਵੇਅਰਨੈਸ ਇਸੇ ਕਰਕੇ ਕਿ ਵੂਮਨ ਨੂੰ ਫਿਰ ਖਿਆਲ ਰੱਖਣ ਲਈ ਕਿਸੇ ਦੀ ਜ਼ਰੂਰਤ ਨਹੀਂ ਆ, ਉਹ ਆਪਣਾ ਖਿਆਲ ਰੱਖਣਾ, ਆਪਣੇ ਆਪ ਨੂੰ ਪ੍ਰਾਇੋਰਟੀ ਦੇਣੀ ਸ਼ੁਰੂ ਕਰੇ ਵੀ ਮੈਂ ਆਪਣਾ ਖਿਆਲ ਰੱਖ ਸਕਦਾ। ਦੋ ਟਾਈਪ ਦੀਆਂ ਲੇਡੀਆਂ ਨੋਟ ਕਿ ਮੈਂ ਦੱਸਾਂ, ਲੇਕਿਨ ਜਨਰਲ ਜੇ ਤੁਸੀਂ ਦੇਖਦੇ ਹੋ ਰਿਸ਼ਤੇਦਾਰਾਂ ਵਿੱਚ ਸਮ ਲੇਡੀਜ਼ ਹੂ ਗਿਵ ਅ ਬਰਥ very quickly bring back their body to very normal shape ਬੜੀ ਛੇਤੀ, ਜੋ ਵੀ ਸੈਕਰੀਫਾਈਸ ਕਰਕੇ ਡਾਈਟ ਦਾ ਐਕਸਰਸਾਈਜ਼ ਦਾ ਕਰਕੇ ਐਕਸੈਪਟ ਕਰਕੇ ਸਾਰਾ ਕੁਝ, ਕਈ ਹੁੰਦੇ ਆ ਤੇ ਲੈਟ ਗੋ, ਜਦ ਦੇ ਸਟਾਰਟ ਪੁਟਿੰਗ ਇਨ ਵਾਈਟ, ਉਹ ਫਿਰ ਸਕਿਨ ਨੂੰ ਫਰਕ ਪੈ ਗਿਆ, ਵਾਲਾਂ ਨੂੰ ਫਰਕ ਪੈ ਗਿਆ, ਫਿਰ ਸਾਰਾ ਕੁਝ ਹੋ ਜਾਂਦਾ ਤੇ ਫਿਰ ਉਹ ਕੌਨਫੀਡੈਂਸ ਲੋਸਟ ਹੋ ਗਿਆ। ਜਦੋਂ ਕੌਨਫੀਡੈਂਸ ਲੋਸਟ ਹੋ ਗਿਆ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਅਸੀਂ ਕਿੱਥੋਂ ਸ਼ੁਰੂ ਕਰੀਏ। ਤੇ ਜਿਹੜਾ ਤੁਸੀਂ ਕਿਹਾ ਕਿ ਆਪਾਂ, ਕਿਉਂਕਿ ਰੀਜ਼ਨ ਇਹੀ ਸਾਡੀ ਕਮਿਊਨਿਟੀ 'ਚ ਜ਼ਿਆਦਾ ਵਾ ਕਿ ਅਸੀਂ ਡਿਨਾਈਲ 'ਚ ਰਹਿੰਦੇ ਹਾਂ, ਕਿ ਅਸੀਂ ਐਕਸੈਪਟ ਨਹੀਂ ਕਰਦੇ ਇਹਨੂੰ, ਵੀ ਜੇ ਕੋਈ ਕਹਿੰਦਾ ਵੀ ਹੈ ਨਾ ਹਾਏ ਮੈਨੂੰ ਲੱਗਦਾ ਵਾ ਵੀ ਮੈਂ ਰੋਈ ਜਾਂਦੀ ਹਾਂ ਜਾਂ ਮੈਨੂੰ ਕੁਛ ਹੈ, ਤਾਂ ਕਹਿੰਦੇ ਇਹਨੂੰ ਆਪਣੇ ਆਪ 'ਚ ਮੈਂਟਲ ਹੈਲਥ ਨੂੰ ਅਜੇ ਵੀ ਬੁਰਾ ਸਮਝਿਆ ਜਾਂਦਾ, ਟੈਬੂ ਸਬਜੈਕਟ ਮੰਨਿਆ ਜਾਂਦਾ ਵੀ ਹਾਏ ਮੈਂ ਜੇ ਕੋਈ ਕਹੇ ਨਾ ਮੈਂ ਮੈਂਟਲ ਹੈਲਥ ਦੀ ਗੋਲੀ ਖਾਣਾ ਜਾਂ ਡਿਪਰੈਸ਼ਨ ਦੀ, ਅਜੇ ਵੀ ਇਸ ਚੀਜ਼ ਨੂੰ ਮੰਨਿਆ ਜਾਂਦਾ ਵੀ ਇਹ 'ਚ ਪਤਾ ਨਹੀਂ ਕਿੰਨੀ ਕੁ ਵੱਡੀ ਪ੍ਰੋਬਲਮ ਆ ਕਿ ਇਹਨੂੰ ਮੈਂਟਲ ਹੈਲਥ ਦੀ ਦਵਾਈ। ਚਲੋ ਇਹ ਤਾਂ ਬੰਦਾ ਸੀਰੀਅਸ ਹੈ, ਬੰਦਾ ਜੇ ਬਲੱਡ ਪ੍ਰੈਸ਼ਰ ਦਿਖਾਉਂਦਾ ਜਾਂ ਡਾਇਬੀਟੀਜ਼ ਦਿਖਾਉਂਦਾ, ਉਹ ਨਹੀਂ ਲੋਕ ਦੱਸਦੇ, ਜਿਹੜੇ ਕਿ ਆਮ ਕਾਮਨ ਚੀਜ਼ ਹੈਗੀ ਆ। ਮੈਨੂੰ ਲੱਗਦਾ ਕੋਈ ਘਰ ਹੋਏਗਾ ਜਿਹੜਾ ਡਾਇਬੀਟੀਜ਼ ਤੋਂ ਬਚਿਆ ਹੋਏਗਾ ਜਾਂ ਬਲੱਡ ਪ੍ਰੈਸ਼ਰ ਤੋਂ, ਕਿਉਂਕਿ ਸਾਡਾ ਲਾਈਫ ਸਟਾਈਲ ਇੱਦਾਂ ਦੇ ਦੋਨੋਂ ਬਿਮਾਰੀਆਂ ਤਾਂ ਤੁਸੀਂ ਪੈਸਾ ਕਮਾਓ ਨਾ ਕਮਾਓ ਇਹ ਤਾਂ ਤੁਹਾਨੂੰ ਮੁਫਤ ਮਿਲ ਜਾਣੀਆਂ ਦੋਨੋਂ। ਅਪ ਟੂ ਹੁਣ ਤੇ 35 to 35 ਬਿਟਵੀਨ 40 ਐਵਰੇਜ ਹੋਣੀ ਸ਼ੁਰੂ ਹੋ ਗਈ ਹੈ ਜਿਹੜੀ ਅਸੀਂ ਹਾਰਟ ਦੀ ਬਲੱਡ ਪ੍ਰੈਸ਼ਰ ਦੀ ਮੈਡੀਕੇਸ਼ਨ। ਇੱਕ ਬੜਾ ਕੰਸਰਨਿੰਗ ਹੈਗਾ ਮੈਨੂੰ ਨਾ ਕੁਐਸਚਨ, ਅਸੀਂ ਸ਼ੁਰੂ ਗੱਲ ਕੀਤੀ ਸੀ ਏਜ ਬਾਰੇ ਸਾਰਾ ਕੁਝ, ਕਿ ਇਟਸ ਨਾਟ ਏਜ ਰਿਲੇਟਿਡ, ਓਕੇ ਹਾਂ ਏਜ ਦਾ ਫੈਕਟਰ ਹੈਗਾ ਥੋੜਾ ਬਹੁਤਾ, ਫਿਰ ਤੁਸੀਂ ਕਿੱਦਾਂ ਦਾ ਲਾਈਫ ਸਟਾਈਲ ਹੈਗਾ, ਅਗਰ ਤੁਹਾਡੀ ਜ਼ਿੰਦਗੀ 'ਚ ਕੋਈ ਟਰਾਮਾ ਹੋਇਆ, ਕਿਸੇ ਦੇ ਘਰ ਤੁਸੀਂ ਲਵਡ ਵਨ ਲੂਜ਼ ਕੀਤਾ, ਉਹ ਤੁਹਾਨੂੰ ਕਿੱਦਾਂ ਹਿੱਟ ਕੀਤਾ ਹੈਗਾ, ਕੁਝ ਫੈਮਿਲੀ ਦੀ ਪੋਲੀਟਿਕਸ ਕਰਕੇ ਤੁਹਾਨੂੰ ਕਿੰਨਾ ਹਾਰਡ ਹਿੱਟ ਕੀਤਾ ਹੈਗਾ। ਹੁਣ ਯੰਗ ਜਨਰੇਸ਼ਨ 'ਚ ਕਿਉਂ ਜ਼ਿਆਦਾ ਇਨਕਰੀਜ਼ ਹੈਗੀ? ਸੋ ਯੰਗ ਦੇ ਵਿੱਚ ਸਾਡਾ ਕੰਪੈਰੀਜ਼ਨ, ਸੋਸ਼ਲ ਮੀਡੀਆ ਸਟੇਟਸ, ਤੇ ਉਹ ਆਈ ਥਿੰਕ ਸਾਡੀ ਏਜ ਦੇ ਵਿੱਚ ਵੀ ਥੋੜ੍ਹਾ ਹੈਗਾ ਵਾ ਕਿ ਇਹਦੇ ਕੋਲ ਵੱਡਾ ਘਰ ਆ ਜਾਂ ਇਹਦੇ ਕੋਲ ਕਾਰ ਆ ਜਾਂ ਉਹਦੇ ਕੋਲ ਚੀਜ਼ ਆ। ਇਹ ਜਿਹੜੀ ਕੰਪੈਰੀਜ਼ਨ ਆ ਉਹ ਵੀ ਆ ਜਿਹੜੀ ਸਟਰੈਸ ਦਾ ਰੀਜ਼ਨ ਆ। ਐਂਡ ਯੰਗ ਜਨਰੇਸ਼ਨ ਵਿੱਚ ਜ਼ਿਆਦਾ ਸੋਸ਼ਲ ਮੀਡੀਆ, ਐਂਡ ਸੋਸ਼ਲ ਮੀਡੀਆ ਜਦੋਂ ਯੰਗ ਟੀਨਏਜਰਸ ਹੁੰਦੇ, ਕਿਉਂਕਿ ਮੈਂ ਸਕਿਨ ਦਾ ਵੀ ਕਾਫੀ ਕਰਦੀ ਹਾਂ, ਆਪਣੇ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਸਕਿਨ ਦੀ ਕੋਈ ਐਡਵਾਈਸ ਦੇਵਾਂ, ਅਤੇ ਜਿਹੜੇ ਟੀਨਏਜਰਸ ਉਹਨਾਂ ਦੇ ਵਿੱਚ ਜ਼ਿਆਦਾ ਹੁੰਦਾ, ਕਿਉਂਕਿ ਜਦੋਂ ਸੋਸ਼ਲ ਮੀਡੀਆ 'ਤੇ ਸੈਲਫੀ ਪਾਉਂਦੇ, ਫੋਟੋ ਪਾਉਂਦੇ, ਜਿਹੜੇ ਬੱਚਿਆਂ ਨੂੰ ਲੱਗਦਾ ਵਾ ਕਿ ਮੇਰਾ ਕਈਆਂ ਹੁਣ ਜਿਵੇਂ ਕਈਆਂ ਦਾ ਰੰਗ ਕਾਲਾ ਸਾਂਵਲਾ ਹੁੰਦਾ, ਜੇ ਆਪਣੀ ਕਮਿਊਨਿਟੀ ਵੱਲ ਜਾਈਏ ਮੇਰਾ ਆਪਣਾ ਰੰਗ ਬਹੁਤ ਨਿੱਕੀ ਹੁੰਦੀ ਦਾ ਸਾਂਵਲਾ ਸੀ, ਤੇ ਉਹਨੇ ਮੇਰੇ ਕੌਨਫੀਡੈਂਸ ਤੇ ਇਫੈਕਟ ਕੀਤਾ ਸੀ, ਕਿਉਂਕਿ ਆਪਣੇ 'ਚ ਕਹਿੰਦੇ ਚਿੱਟਾ ਹੋਣਾ ਚਾਹੀਦਾ, ਰੰਗ ਗੋਰਾ ਹੋਣਾ ਚਾਹੀਦਾ, ਤੇ ਮੇਰਾ ਰੰਗ ਸਾਂਵਲਾ ਸੀ ਤੇ ਮੇਰੇ ਕੌਨਫੀਡੈਂਸ ਤੇ ਬਹੁਤ ਫਰਕ ਪੈਂਦਾ ਸੀ ਉਸ ਟਾਈਪ ਤੇ, ਕਿਉਂਕਿ ਸਾਡੀ ਸਕਿਨ ਦਾ ਰੰਗ ਦਾ ਹਰ ਚੀਜ਼ ਦਾ ਆਪਾਂ ਨੋਰਮਲੀ ਆਪਣੀ ਕਮਿਊਨਿਟੀ 'ਚ ਜਾਈਏ ਤੇ ਕਹੀਏ ਜੇ ਵਿਆਹ ਤੇ ਜਾਓ ਤੇ ਕਿੱਦਾਂ ਦੀ ਸੀ ਵੀ ਮੁੰਡੇ ਦੀ ਬਰਾਈਡ ਕਿੱਦਾਂ ਸੀ, ਮੁੰਡਾ ਤੇ ਸੋਹਣਾ ਸੀ ਪਰ ਕੁੜੀ ਦਾ ਰੰਗ ਸਾਂਵਲਾ ਸੀ ਜਾਂ ਮੁੰਡੇ ਦਾ ਰੰਗ ਸਾਂਵਲਾ ਸੀ। ਸੋ ਇਹ ਚੀਜ਼ਾਂ ਜਦੋਂ we still live in that, ਅਸੀਂ ਅਜੇ ਵੀ ਉਹ ਕਾਲੇ ਤੇ ਗੋਰੇ ਰੰਗ 'ਚ ਬਹੁਤ ਜ਼ਿਆਦਾ ਰਹਿ ਰਹੇ, ਥੋੜਾ ਚੇਂਜ ਹੋ ਰਿਹਾ ਪਰ ਅਜੇ ਵੀ ਉਹ ਜ਼ਿਆਦਾ ਵਾ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ, ਉਹ ਜਿਹੜਾ ਟੀਨੇਜਰ ਨੇ ਉਹ ਗੱਲ ਸੁਣੀ ਆ, ਉਹਦੀ ਮੈਂਟਲ ਹੈਲਥ ਤੇ ਕੌਨਫੀਡੈਂਸ ਤੇ ਬਹੁਤ ਫਰਕ ਪੈਂਦਾ, ਉਹਦਾ ਕੌਨਫੀਡੈਂਸ ਲੂਜ਼ ਹੁੰਦਾ। ਸੋ ਜੇ ਆਪਾਂ ਹੁਣ ਕਹੀਏ ਉਹ ਫਿਰ ਜਦੋਂ ਕੋਈ ਸੋਸ਼ਲ ਮੀਡੀਆ ਜ਼ਿਆਦਾ ਵਾ, ਕਿਉਂਕਿ ਉਹਦੀਆਂ ਜ਼ਿਆਦੀਆਂ ਫਰੈਂਡਸ ਆ, ਉਹ ਜ਼ਿਆਦਾ ਪਾਪੂਲਰ ਆ, ਉਹਦੇ ਕੋਲ ਜ਼ਿਆਦਾ ਬ੍ਰਾਂਡਡ ਕੱਪੜੇ ਆ, ਬੱਚੇ ਜਿਹੜੇ ਪਾਉਂਦੇ ਆ ਅੱਜ ਕੱਲ੍ਹ, ਜੈਲਸੀ, ਤੇ ਜਿਹੜੇ ਫੋਨ ਆ ਜਿਵੇਂ ਆਈਫੋਨ ਹੋ ਗਿਆ ਕਿਸੇ ਕੋਲ, ਇਹ ਚੀਜ਼ਾਂ ਜਿਹੜੀਆਂ ਵਾ ਟੀਨੇਜਰਸ ਵਿੱਚ ਇਸ ਚੀਜ਼ ਨੂੰ ਜ਼ਿਆਦਾ ਦਿੱਤੀ ਜਾਂਦੀ ਆ, ਉਸ ਤੋਂ ਹੀ ਫਿਰ ਅੱਗੇ ਉਹ ਜਿਹੜੀ ਆ ਮੈਂਟਲ ਹੈਲਥ ਨੂੰ ਜਿਹੜੀ ਅੱਗੇ ਕ੍ਰਾਈਸਿਸ, ਕਿਉਂਕਿ ਫਿਰ ਕੰਪੈਰੀਜ਼ਨ ਆ ਗਿਆ ਨਾ, ਤਾਂ ਫਿਰ ਉੱਥੋਂ ਮੈਂਟਲ ਹੈਲਥ ਜਿਹੜੀ ਜ਼ਿਆਦਾ ਹੋ ਜਾਂਦੀ। ਮੈਂ ਸੌਰੀ ਮਾਫੀ ਚਾਹਾਂਗਾ, ਬੜੇ ਕਾਲ ਮੈਨੂੰ ਤੁਸੀਂ ਮੋਬਾਈਲ ਫੋਨ 'ਤੇ ਕਰਦੇ ਹੋ, ਮੈਂ ਆਨਸਰ ਨਹੀਂ ਕਰ ਪਾਵਾਂਗਾ ਅੱਜ ਦੇ ਸ਼ੋਅ 'ਤੇ। ਅਸੀਂ ਕਾਲ ਨਹੀਂ ਲੈ ਰਹੇ ਬਿਕੋਜ਼ ਸਾਡਾ ਟੌਪਿਕ ਇੱਕੋ ਹੀ ਹੈ, ਸਿਰਫ ਡਿਪਰੈਸ਼ਨ। ਅਸੀਂ ਤਰ੍ਹਾਂ ਤਰ੍ਹਾਂ ਦੀ ਬਿਮਾਰੀਆਂ ਨਹੀਂ ਡਿਸਕਸ ਕਰਦੇ, ਕਿਉਂਕਿ ਕਿਸੇ ਲੋਕਾਂ ਦੇ ਦੂਜੇ ਕਾਲ ਆ ਰਹੇ ਸੀ, ਕੋਈ ਹੋਰ ਬਿਮਾਰੀ ਦੀ ਗੱਲ ਕਰਨੀ ਸੀਗੀ। ਸੁਬਾਹ 11 ਵਜੇ ਡਾਕਟਰ ਰਾਜ ਦੇ ਨਾਲ ਮੇਰਾ ਸ਼ੋਅ ਹੁੰਦਾ, ਉੱਧਰ ਜਿੱਦਾਂ ਦਾ ਮਰਜ਼ੀ ਤੁਹਾਡੀ ਬਿਮਾਰੀ ਹੈਗੀ ਆ, ਅਸੀਂ ਟੌਪਿਕ ਤੋਂ ਬਾਹਰ ਵੀ ਜਾ ਸਕਦੇ ਹਾਂ ਉੱਥੇ, ਬਿਕੋਜ਼ ਉਹ ਸਾਰਾ ਮੈਡੀਕਲ ਹੀ ਹੁੰਦਾ। ਇਹ ਇੱਕ ਟੌਪਿਕ ਡਿਪਰੈਸ਼ਨ 'ਤੇ ਅਸੀਂ ਗੱਲ ਕਰਦੇ ਹਾਂ, ਤਾਂ ਮਾਫੀ ਚਾਹਾਂਗੇ ਅੱਜ ਸ਼ੋਅ 'ਚ ਮੈਂ ਕਾਲ ਨਹੀਂ ਲੈ ਪਾਵਾਂਗਾ। ਪਹਿਲਾਂ ਮੈਂ ਬਿਫੋਰ ਵਾਲੀ ਟਾਈਮ ਬੜੀ ਫਾਸਟ ਜਾ ਰਿਹਾ, ਬਹੁਤ ਇੰਪੋਰਟੈਂਟ ਚੀਜ਼ ਹੁੰਦਾ ਲਾਈਫ ਦੇ ਵਿੱਚ। ਦਿਸ ਇਜ਼ ਵਾਟ ਵੀ ਟਾਕਿੰਗ ਅਬਾਊਟ, ਉਹੀ ਮੈਂ ਤੁਹਾਨੂੰ ਰਿਵਾਈਜ਼ ਕਰਦਾ। ਹਾਂਜੀ,
ਆਪਣਾ ਜੇ ਤੁਹਾਨੂੰ ਜ਼ਿੰਦਗੀ 'ਚ ਕੋਈ ਮਦਦ ਕਰਦਾ ਨਾ ਉਹਨੂੰ ਕਦੇ ਭੁੱਲੋ ਨਾ, ਆਲਵੇਜ਼ ਉਹਨੂੰ ਰਿਗਾਰਡ ਕਰੋ। ਤੁਹਾਡੀ ਜਰਨੀ ਦੇ ਵਿੱਚ ਐਵਰ ਸਿੰਸ ਯੂ ਸਟਾਰਟਿਡ ਗੋਇੰਗ ਇਨਟੂ ਦਿਸ ਪ੍ਰੋਫੈਸ਼ਨ ਦੇਰ ਮਸਟ ਬੀ ਲੋਟ ਆਫ ਪੀਪਲ ਜਿਨ੍ਹਾਂ ਨੇ ਤੁਹਾਨੂੰ ਸਪੋਰਟ ਕੀਤਾ, ਫੈਮਿਲੀ ਨੇ, ਫਰੈਂਡਸ ਨੇ, ਯੂਨੀਵਰਸਿਟੀ ਕੋਲ ਜਿੱਥੇ ਵੀ ਤੁਹਾਨੂੰ ਕੀਤਾ, ਬੱਚੇ, ਹਸਬੈਂਡ, ਐਨੀਵਨ ਯੂ ਵਾਂਟ ਟੂ ਥੈਂਕ। ਆਈ ਲਾਈਕ ਯੂ ਟੂ ਲੁੱਕ ਪਹਿਲਾਂ ਤੁਸੀਂ ਸਾਰਿਆਂ ਨੂੰ ਨਾ ਐਡਵਾਈਸ ਦੇਵੋ, ਫਿਰ ਜਿਨ੍ਹਾਂ ਨੂੰ ਤੁਸੀਂ ਥੈਂਕ ਕਹਿਣਾ ਥੈਂਕ ਕਹਿ ਦਿਓ। ਪਲੀਜ਼ ਲੁੱਕ ਐਟ ਦ ਕੈਮਰਾ ਐਂਡ ਆਈ ਵਾਂਟ ਯੂ ਟੂ ਡੂ ਦੈਟ। ਹਾਂਜੀ, ਐਡਵਾਈਸ ਮੈਂ ਇਹੀ ਕਹਾਂਗੀ ਕਿ ਜੇ ਤੁਹਾਨੂੰ ਆਪਣੇ ਆਪ 'ਚ ਲੱਗਦਾ ਕਿ ਤੁਹਾਡਾ ਆਪਣੇ ਆਪ 'ਤੇ ਥੋੜ੍ਹਾ ਕੰਟਰੋਲ ਨਹੀਂ, ਜਾਂ ਤੁਸੀਂ ਜ਼ਿਆਦਾ ਸਟ੍ਰੈਸ ਰਹਿੰਦੇ ਹੋ, ਜਾਂ ਤੁਸੀਂ ਲੋਨਲੀਨੈਸ ਦੇ ਤੁਸੀਂ ਬਿਨਾਂ ਵਜ੍ਹਾ ਤੋਂ ਰੋਂਦੇ ਪਏ ਹੋ, ਇਮੋਸ਼ਨਲ ਜ਼ਿਆਦਾ ਜੇ ਤੁਹਾਡੀਆਂ ਇਮੋਸ਼ਨ ਐਂਗਜ਼ਾਇਟੀ ਜਿਹਨੂੰ ਆਪਾਂ ਕਹਿੰਦੇ ਵੀ ਜਿਵੇਂ ਦਿਲ ਧੜਕੀ ਜਾਂਦਾ, ਨਿੱਕੀ ਨਿੱਕੀ ਗੱਲ 'ਤੇ ਤੁਸੀਂ ਖਿੱਚਦੇ ਪਏ ਜੇ, ਇਹਦਾ ਮਤਲਬ ਤੁਹਾਨੂੰ ਜਾਂ ਜਿਹੜੇ ਤੁਹਾਡੇ ਕੋਈ ਫਰੈਂਡ ਫੈਮਿਲੀ ਅਰਾਊਂਡ ਹੈਗੇ ਆ ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਦੀ ਲਾਈਫ 'ਚ ਚੇਂਜ ਹੋ ਰਿਹਾ, ਕੋਈ ਜ਼ਿਆਦਾ ਚੁੱਪ ਰਹਿੰਦਾ। ਸਭ ਤੋਂ ਪਹਿਲਾਂ ਤੁਸੀਂ ਇਹ ਵੇਖੋ ਵੀ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ, ਜਾਂ ਆਪਣੇ ਆਪ ਨੂੰ ਜਿਹੜੀਆਂ ਥੋੜ੍ਹੀਆਂ ਜਿਹੀਆਂ ਟਿਪਸ ਮੈਂ ਆਪਣੇ ਪੇਸ਼ੈਂਟ ਨੂੰ ਜਦੋਂ ਮੈਂਟਲ ਹੈਲਥ 'ਤੇ ਜਦੋਂ ਮੈਂ ਉਹਨਾਂ ਨੂੰ ਕੋਈ ਮੈਡੀਕੇਸ਼ਨ ਵੀ ਦਿੰਦੀ ਹਾਂ ਅਤੇ ਉਹਨਾਂ ਨੂੰ ਮੈਂ ਟਿਪਸ ਜ਼ਰੂਰ ਦਿੰਦੀ ਹੁੰਦੀ ਹਾਂ। ਜਿਹੜੀ ਤੁਸੀਂ GP ਕੋਲ ਜ਼ਰੂਰ ਜਾਓ, ਮੈਂਟਲ ਹੈਲਥ ਦੀ ਦਵਾਈ ਦੇ ਵਿੱਚ ਕੋਈ ਖਰਾਬੀ ਨਹੀਂ ਹੈਗੀ, ਉਹ ਕੋਈ ਐਡਿਕਸ਼ਨ ਨਹੀਂ ਹੈਗੀ। ਅਸੀਂ ਥੋੜ੍ਹੀ ਜਿਹੀ ਡੋਜ਼ ਦਿੰਦੇ ਹਾਂ, ਪਹਿਲਾਂ ਪੇਸ਼ੈਂਟ ਦਾ ਰਿਸਪੌਂਸ ਦੇਖਦੇ ਹਾਂ, ਫਿਰ ਹੌਲੀ ਹੌਲੀ ਸਟੇਬਲ ਡੋਜ਼ 'ਤੇ ਜਾ ਕੇ ਫਿਰ ਜਦੋਂ ਪੇਸ਼ੈਂਟ ਨੂੰ ਲੱਗਦਾ ਕਿ ਮੈਂ ਠੀਕ ਹੋ ਰਿਹਾ, ਫਿਰ ਹੌਲੀ ਹੌਲੀ ਅਸੀਂ ਉਹਨੂੰ ਘਟਾ ਦਿੰਦੇ ਹਾਂ। ਉਸ ਦੇ ਨਾਲ ਟੌਪਿਕ ਕਈਆਂ ਨੂੰ ਤਾਂ ਕਾਉਂਸਲਿੰਗ ਦੀ ਜ਼ਰੂਰਤ ਹੁੰਦੀ, ਜੇ ਸਾਨੂੰ ਨਹੀਂ ਲੱਗੇ ਫਰਕ ਤੁਸੀਂ ਕਾਉਂਸਲਿੰਗ ਲੈ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਜਿੰਨੀ ਓਪਨਲੀ ਆਪਣੀ ਟਾਕ ਜਿੱਦਾਂ ਤੁਸੀਂ ਫੀਲ ਕਰਦੇ ਹੋ, ਚੰਗਾ ਮਾੜਾ ਕਿਸੇ ਗੱਲ 'ਚ ਕੋਈ ਸ਼ੇਮ ਨਹੀਂ ਹੈਗੀ, ਕੋਈ ਪੈਸੇ ਦੀ, ਕੋਈ ਰਿਲੇਸ਼ਨਸ਼ਿਪ ਦੀ, ਜਿੱਥੇ ਤੇ ਤੁਸੀਂ ਕਿਸੇ ਵੀ ਇਨਸਾਨ 'ਤੇ ਵਿਸ਼ਵਾਸ ਕਰਦੇ, ਜ਼ਰੂਰੀ ਨਹੀਂ ਤੁਹਾਡਾ ਰਿਸ਼ਤੇਦਾਰ ਹੋਣਾ ਚਾਹੀਦਾ, ਉਹਦੇ ਨਾਲ ਆਪਣੀ ਸ਼ੇਅਰ ਕਰੋ ਕਿ ਤੁਹਾਡੀਆਂ ਇਮੋਸ਼ਨ, ਜੇ ਤੁਹਾਨੂੰ ਰੋਣ ਨੂੰ ਵੀ ਜੀ ਕਰਦਾ ਤੁਸੀਂ ਕਰੋ, ਆਪਣੀਆਂ ਫੀਲਿੰਗਸ ਨੂੰ ਲਿਖ ਕੇ ਰੱਖਿਆ ਕਰੋ। ਜੇ ਤਾਂ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ, ਹਮੇਸ਼ਾ ਆਪਣੀਆਂ ਫੀਲਿੰਗਸ ਨੂੰ ਲਿਖੋ। ਇੱਕ ਤੁਸੀਂ ਆਪਣੀ ਰੂਟੀਨ ਬਣਾਓ ਡੇਲੀ, ਭਾਵੇਂ 5 ਮਿੰਟ ਦੀ, ਜਿੰਨੇ ਵੀ ਤੁਸੀਂ ਬਿਜ਼ੀ ਜੇ ਤੁਸੀਂ ਬਰੀਦਿੰਗ ਕਰਨੀ। ਬਰੀਦਿੰਗ ਬਹੁਤ ਇੰਪੋਰਟੈਂਟ ਆ, ਵੀ ਲੈ ਕੇ ਤੇ ਅੰਦਰ ਤੱਕ ਬਰੀਦ ਕਰਕੇ ਫਿਰ ਆਊਟ ਕਰਨਾ। 5 ਜਾਂ 10 ਬ੍ਰੈਥਸ ਬਹੁਤ ਹੈਲਪ ਕਰਦੀਆਂ ਵਾ। ਕਲੋਜ਼ ਅੱਖਾਂ ਕਰਕੇ ਬਰੀਦਿੰਗ ਕਰੋਗੇ, ਉਸ ਦਾ ਬੜੇ ਲਈ ਬੈਸਟ ਹੈ। ਜੇ ਤੁਸੀਂ ਪ੍ਰੇਅਰ ਕਰਦੇ ਜੇ ਉਦੋਂ ਵੀ ਆਪਣੀ ਕੋਈ ਬਰੀਦਿੰਗ ਕਰਨ ਦੀ ਕੋਸ਼ਿਸ਼ ਕਰੋ। ਲਿਊਕਵਾਰਮ ਵਾਟਰ ਪੀਣਾ ਬਹੁਤ ਜ਼ਰੂਰੀ ਮੈਂਟਲ ਹੈਲਥ ਲਈ। ਸਵੇਰੇ ਉੱਠ ਕੇ 1 ਜਾਂ 2 ਗਲਾਸ ਤੁਸੀਂ ਲਿਊਕਵਾਰਮ ਵਾਟਰ ਦੇ ਕਰੋ। ਨੇਚਰ ਦੇ ਵਿੱਚ ਜਾਓ, ਬਾਹਰ ਜਾ ਕੇ ਭਾਵੇਂ 5 ਮਿੰਟ ਦੀ ਵਾਕ ਕਰੋ, ਉਹ ਕਰੋ। ਆਪਣਾ ਬੈੱਡ ਬਣਾਓ, ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੋ ਡਿਪਰੈਸ਼ਨ, ਲੋ ਮੂਡ ਦੇ ਸਿੰਪਟਮਸ ਹੈਗੇ, ਆਪਣਾ ਬੈੱਡ ਬਣਾਓ। ਨਹੀਂ ਬਾਹਰ ਜਾਣ ਨੂੰ ਜੀ ਕਰਦਾ ਸੁਸਾਇਟੀ ਵਿੱਚ, ਜਾਂ ਕਈ ਵਾਰੀ ਤੁਹਾਨੂੰ ਲੱਗਦਾ ਕਿ ਮੈਂ ਲੋਕਾਂ ਦੇ ਵਿੱਚ ਜ਼ਿਆਦਾ ਨਹੀਂ ਜਾ ਸਕਦਾ, ਆਪਾਂ ਉਹਨੂੰ ਕਹਿੰਦੇ ਆ, ਸੋ ਉਹਦੇ ਵਿੱਚ ਤੁਸੀਂ ਆਪਣਾ ਬੈੱਡ ਬਣਾਓ, ਆਪਣਾ ਸ਼ਾਵਰ ਲਓ, ਆਪਣਾ ਚੇਂਜ ਕਰੋ, ਫਿਰ ਥੋੜ੍ਹੀ ਜਿਹੀ ਕੋਈ ਵੀ ਪ੍ਰੋਡਕਟਿਵ ਕੰਮ ਘਰ ਵਿੱਚ ਕਰੋ। ਕੋਈ ਗਾਰਡਨਿੰਗ ਕਰ ਲਓ, ਕੋਈ ਇੱਕ ਪੋਟ ਹੀ ਉਹਦਾ ਖਿਆਲ ਰੱਖਣ ਕਰ ਲਓ, ਕਬਰਡ ਕਲੀਨ ਕਰੋ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਬਹੁਤ ਜ਼ਿਆਦਾ ਡਿਫਰੈਂਸ ਤੁਹਾਡੀ ਡੇਲੀ ਲਾਈਫ ਵਿੱਚ ਬਣਾ ਸਕਦੀਆਂ। ਪਰ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਤਦ ਨਹੀਂ ਕੰਟਰੋਲ ਕਿਸੇ ਚੀਜ਼ ਦਾ, ਹੈਲਪ ਲਵੋ, ਜਿਹਦੀ ਵੀ ਤੁਸੀਂ ਹੈਲਪ ਲੈ ਸਕਦੇ, ਹੈਲਪ ਲਵੋ। GP ਤੁਹਾਡੇ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਨਾਲ ਕਾਲ ਕਰੋ। ਚੈਰਿਟੀਜ਼ ਬਹੁਤ ਆ, ਮੈਂ ਇੱਕ ਚੈਰਿਟੀ ਹਾਂ ਜਿਹਦੇ ਲਈ ਮੈਂ ਕੰਮ ਕਰਦੀ ਹਾਂ ਹਫ਼ਤੇ 'ਚ, ਜਿੱਥੇ ਮੈਂ ਉਹਨਾਂ ਦੀ ਕਾਲ ਲੈਣੀ ਹੁੰਦੀ ਹੈਲਪ ਕਰਨ ਲਈ। ਸੋ ਤੁਸੀਂ ਚੈਰਿਟੀ ਨੂੰ ਕਾਲ ਕਰ ਸਕਦੇ ਜੇ, ਅਨੋਨਿਮਸ ਟੈਕਸਟ ਮੈਸੇਜ ਕਰ ਸਕਦੇ ਜੇ ਤੁਸੀਂ, ਜਿੱਥੇ ਤੱਕ ਤੁਹਾਨੂੰ ਵੀ ਮੈਂ ਸ਼ਾਊਟ ਸੁਸਾਈਡ ਚੈਰਿਟੀ ਲਈ ਵੈਸੇ ਕੰਮ ਕਰਦੀ ਹਾਂ, ਪਰ ਹੋਰ ਵੀ ਬੜੀਆਂ ਜਿੱਥੇ ਤੁਸੀਂ ਉਹਨਾਂ ਨਾਲ ਗੱਲ ਹੀ ਕਰ ਸਕਦੇ ਚੈਰਿਟੀ ਵਿੱਚ, ਜਾਂ ਟੈਕਸਟ ਮੈਸੇਜ ਕਰ ਲਓ ਜਾਂ ਈਮੇਲ ਕਰ ਲਓ, ਅਤੇ ਤੁਹਾਡੀ ਕੋਈ ਹੈਲਪ ਕਰੂਗਾ। ਜਦੋਂ ਤੁਸੀਂ ਆਪਣੇ ਆਪ ਨੂੰ ਪਛਾਣ ਲਿਆ ਕਿ ਮੈਨੂੰ ਕੀ ਪ੍ਰੋਬਲਮ ਆ, ਅਤੇ ਤੁਸੀਂ ਕਿਸੇ ਕੋਲੋਂ ਹੈਲਪ ਲੈ ਲਈ, ਤੁਹਾਨੂੰ ਬਹੁਤ ਲੋਕੀ ਹੈਲਪ ਦੇਣ ਵਾਲੇ ਵੀ ਆਉਣਗੇ। ਇਹੀ ਮੇਰੇ ਟਿਪਸ ਆ। ਪਰ ਜੇ ਤੁਹਾਨੂੰ ਕਿਸੇ ਨੂੰ ਕੋਈ ਕੁਐਸਚਨ ਹੋਵੇ, ਤੁਸੀਂ ਕਾਲ ਚੈਨਲ ਨਾਲ ਕੰਟੈਕਟ ਕਰ ਸਕਦੇ ਜੇ ਤੁਹਾਨੂੰ ਕੋਈ ਵੀ ਜੇ ਕੋਈ ਤੁਹਾਨੂੰ ਲਿੰਕ ਚਾਹੀਦਾ, ਕੋਈ ਚੈਰਿਟੀ ਦਾ ਲਿੰਕ ਚਾਹੀਦਾ ਜਾਂ ਸਪੋਰਟ ਦਾ ਲਿੰਕ ਚਾਹੀਦਾ, ਅਤੇ ਇਹ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ, ਮੈਂ ਇਹਨਾਂ ਨੂੰ ਪ੍ਰੋਵਾਈਡ ਕਰ ਦਾਂਗੀ। ਅਤੇ ਬਾਕੀ ਮੈਂ ਥੈਂਕ ਯੂ, ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਸਨਨ ਦਾ। ਮੈਂ ਆਪਣੇ ਮੰਮੀ ਦਾ ਬਹੁਤ ਜ਼ਿਆਦਾ ਥੈਂਕ ਯੂ ਕਰਦੀ ਹਾਂ, ਕਿਉਂਕਿ ਉਹ ਮੇਰੇ ਮੰਮੀ ਅਤੇ ਮੇਰੇ ਡੈਡੀ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਵੀ ਮੈਨੂੰ ਐਜੂਕੇਸ਼ਨ ਦਿੱਤੀ, ਮੇਰੇ ਸਿਬਲਿੰਗਸ, ਮੇਰੀਆਂ 2 ਭੈਣਾਂ ਅਤੇ 2 ਬ੍ਰਦਰ, ਉਹਨਾਂ ਦਾ ਕਾਫੀ ਥੈਂਕ ਕਰਦੀ। ਉਹ ਮੇਰੀ ਇੰਡੀਆ ਦੀ ਫੈਮਿਲੀ ਆ। ਇੱਥੇ ਮੈਂ ਥੈਂਕ ਯੂ ਕਰਦੀ ਮੇਰੇ ਟਿਊਟਰ ਜਿਹੜੇ ਮੇਰੇ ਫਾਰਮੇਸੀ ਦੇ ਵਿੱਚ ਸੀ, ਅਤੇ ਮੇਰੇ ਹਸਬੈਂਡ ਮੇਰੀ ਕਾਫੀ ਵੱਡੀ ਸਪੋਰਟ ਆ। ਮੇਰੇ ਹਸਬੈਂਡ ਇੱਥੋਂ ਦੇ ਜੰਪਲ, ਪਰ ਮੈਨੂੰ ਮੇਰੇ ਕਰੀਅਰ ਦੇ ਵਿੱਚ ਜਾਂ ਮੇਰਾ ਇੱਥੋਂ ਤੱਕ ਪਹੁੰਚਣ 'ਤੇ ਮੇਰੇ ਹਸਬੈਂਡ ਦਾ ਬਹੁਤ ਜ਼ਿਆਦਾ ਸਪੋਰਟ ਆ। ਆਲਵੇਜ਼ ਇੰਡੀਆ ਮੇਰੇ ਡੈਡੀ ਮੈਨੂੰ ਕਹਿੰਦੇ ਹੁੰਦੇ ਸੀ, ਜੇ ਮੈਂ ਕਹਿਣਾ ਕਿ ਮੈਂ ਕੁਛ ਕਰ ਲਾਂ, ਮੈਂ ਕਰਨਾ ਚਾਹੁੰਦੀ, ਮੇਰੇ ਡੈਡੀ ਨੇ ਕਹਿਣਾ ਹਾਂ ਕਰ ਲਾ, ਤੂੰ ਕਰ ਸਕਦੀ। ਅਤੇ ਜੇ ਮੈਂ ਇੱਥੇ ਕੁਛ ਕਰਾਂ, ਮੈਂ ਕਰਨਾ ਜਿਵੇਂ, ਅਤੇ ਮੈਂ ਅੱਜ ਆਉਣਾ ਸੀ, ਮੈਂ ਕਿਹਾ ਮੈਂ ਜਾਵਾਂ ਕਿ ਨਾ ਜਾਵਾਂ, ਅਤੇ ਮੇਰੇ ਹਸਬੈਂਡ ਨੇ ਕਿਹਾ ਕਿਉਂ ਨਹੀਂ ਤੂੰ ਜਾ ਸਕਦੀ, ਤੂੰ ਜਾ ਸਕਦੀ ਹਾਂ। ਸੋ ਉਹਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ। ਬਾਕੀ ਮੇਰੇ 2 ਬੱਚੇ ਆ, ਇੱਕ 8 ਸਾਲ ਦਾ ਅਤੇ 5 ਸਾਲ ਦਾ, ਉਹ ਮੇਰੀ ਹਮੇਸ਼ਾ ਸਪੋਰਟ ਕਰਦੇ ਆ, ਮੈਨੂੰ ਕਰਦੇ। ਸ਼ਾਨਪਾਲ ਅਤੇ ਹਾਰਵੀਰ, ਉਹ ਹਮੇਸ਼ਾ ਮੇਰੀ ਸਪੋਰਟ ਕਰਦੇ। ਹੁਣ ਬੜੇ ਐਕਸਾਈਟਿਡ ਸੀ ਮੰਮੀ ਇੱਥੇ ਆਈ, ਜਾਂ ਮੇਰੇ ਪੇਸ਼ੈਂਟ ਦੀਆਂ ਕਈ ਵਾਰ ਗੱਲਾਂ ਵੀ ਸੁਣਦੇ ਆ ਵੀ ਮੰਮੀ ਕੀ ਕਰਦੀ, ਉਹਨਾਂ ਦਾ ਕਾਫੀ। ਅਤੇ ਇਹੀ ਚੀਜ਼ ਮੈਂ ਆਪਣੇ ਬੱਚਿਆਂ ਨੂੰ ਵੀ ਸਿਖਾ ਰਹੀ ਹਾਂ ਗਾਂ ਮੈਂਟਲ ਹੈਲਥ ਬਾਰੇ, ਵੀ ਲੋਕਾਂ ਨਾਲ, ਕਿਉਂਕਿ ਜਦੋਂ ਅਸੀਂ ਲੋਕਾਂ ਨੂੰ ਸਮਝਣਾ ਸ਼ੁਰੂ ਕਰ ਦਈਏ, ਲੋਕਾਂ ਦੀ ਹੈਲਪ ਕਰਨਾ ਸ਼ੁਰੂ ਕਰ ਦਈਏ, ਉਸ ਤੋਂ, ਕਿਉਂਕਿ ਇੱਕ ਇਨਸਾਨੀਅਤ ਸਭ ਤੋਂ ਯੂਨੀਕ ਰਿਸ਼ਤਾ ਵਾ। ਜਦੋਂ ਤੁਸੀਂ ਇਨਸਾਨੀਅਤ ਦਾ ਰਿਸ਼ਤਾ ਸਮਝ ਲਿਆ, ਤੁਹਾਡੇ ਰਿਸ਼ਤੇ ਜਿਹੜੇ ਆਲੇ ਦੁਆਲੇ ਆਪੇ ਸੋਲਵ ਹੋ ਜਾਣੇ ਆ, ਕਿਉਂਕਿ ਉਹ ਚੀਜ਼ ਆਪਾਂ ਆਪਣੇ ਬੱਚਿਆਂ ਨੂੰ ਸਿਖਾਉਣੀ ਸ਼ੁਰੂ ਕਰ ਸਕਦੇ ਵੀ ਹਰ ਇੱਕ ਬੱਚੇ ਨੂੰ ਤੁਸੀਂ ਹਰ ਇੱਕ ਬੰਦੇ ਨੂੰ ਇਕੁਅਲੀ ਵੇਖੋ, ਕੋਈ ਕਾਲਾ, ਕੋਈ ਗੋਰਾ, ਕੋਈ ਵੱਡਾ, ਕੋਈ ਛੋਟਾ, ਕੋਈ ਮੋਟਾ, ਕੋਈ ਪਤਲਾ।
ਜਦੋਂ ਕਿਉਂਕਿ ਉੱਥੋਂ ਐਕਸਪੈਕਟੇਸ਼ਨਸ ਖਤਮ ਹੋ ਜਾਂਦੀਆਂ, ਕੋਈ ਅਮੀਰ ਕੋਈ ਗਰੀਬ, ਜਦੋਂ ਅਸੀਂ ਐਕਸਪੈਕਟੇਸ਼ਨ ਨੂੰ ਖਤਮ ਕਰ ਦਈਏ ਅੱਧਿਓਂ ਜ਼ਿਆਦਾ ਸਾਡੀ ਮੈਂਟਲ ਹੈਲਥ ਖਤਮ ਹੋ ਸਕਦੀ। ਜਿਹੜੀਆਂ ਐਕਸਪੈਕਟੇਸ਼ਨਸ ਆ ਉਹ ਬਹੁਤ ਜ਼ਿਆਦਾ ਵੱਡਾ ਰੀਜ਼ਨ ਆ ਸਾਡੀ ਮੈਂਟਲ ਹੈਲਥ ਦਾ। ਜਦੋਂ ਸਾਰੇ ਜਣੇ ਐਕਸਪੈਕਟੇਸ਼ਨ ਨੂੰ ਖਤਮ ਕਰ ਦੇਣ ਤੇ ਸਾਡੀ ਮੈਂਟਲ ਹੈਲਥ ਅੱਧਿਓਂ ਜ਼ਿਆਦਾ ਖਤਮ ਹੋ ਸਕਦੀ ਆ। ਬਾਕੀ ਮੇਰੀਆਂ ਅਮੇਜ਼ਿੰਗ ਜਿਹੜੀਆਂ ਮੇਰੇ ਕਰੀਅਰ ਦੇ ਵਿੱਚ ਬਹੁਤ ਜ਼ਿਆਦੀਆਂ ਅਮੇਜ਼ਿੰਗ ਮੇਰੀ ਆਪਣੀ ਕਮਿਊਨਿਟੀ ਦੀਆਂ ਦੂਜੀਆਂ ਵੀ ਵੂਮਨ ਹੈਗੀਆਂ ਜਿਨ੍ਹਾਂ ਮੈਨੂੰ ਹਮੇਸ਼ਾ ਸਪੋਰਟ ਕੀਤਾ ਵੀ ਮੈਂ ਨਾਮ ਨਹੀਂ ਲੈ ਸਕਦੀ ਉਹਨਾਂ ਦੇ ਇੱਥੇ, ਤੇ ਅਸੀਂ ਸਾਰੀਆਂ ਆਪਣੇ ਜਰਨੀ ਤੇ ਆ ਕਿ ਅਸੀਂ ਸੁਸਾਇਟੀ ਨੂੰ ਅੱਗੇ ਲੈ ਕੇ ਜਾਈਏ। ਅੱਛਾ ਕੀਤਾ, ਜੇ ਕਦਾ ਨਾਮ ਮਿਸ ਹੋ ਗਿਆ ਫਿਰ ਗਿਲਾ ਹੋ ਜਾਏਗਾ ਨਾ ਉਹਦੇ ਤੇ। ਹਾਂਜੀ ਹਾਂ, ਨਹੀਂ ਬਹੁਤ ਜ਼ਿਆਦਾ ਅਮੇਜ਼ਿੰਗ ਵੂਮਨ, ਸਪੈਸ਼ਲੀ ਸਾਡੀਆਂ ਏਸ਼ੀਅਨ ਵੂਮਨ ਆਪਣੀ ਕਮਿਊਨਿਟੀ ਦੀਆਂ ਸਾਡੀਆਂ ਕਾਫੀ ਆ। ਸਾਡਾ ਇਹੀ ਆ ਕਿ ਅਸੀਂ ਇੰਡੀਪੈਂਡੈਂਟ ਕਿੱਦਾਂ ਹੋਈਏ, ਆਪਣਾ ਸੈਲਫ ਵਰਥ ਕਿੱਦਾਂ ਲਈਏ, ਕੌਨਫੀਡੈਂਸ ਅਸੀਂ ਕਿਸ ਤਰ੍ਹਾਂ ਵਧਾਈਏ, ਕਿਉਂਕਿ ਮੈਂ ਜ਼ਿਆਦਾ ਵੂਮਨਸ ਹੈਲਥ ਨਾਲ ਕੰਮ ਕਰਦੀ ਹਾਂ। ਤੇ ਜਿਸ ਤਰ੍ਹਾਂ ਕਹਿ ਦਿੰਦੇ ਨਾ ਕਿ ਇਹਨਾਂ ਤੇ ਪਲਾਟ ਹੀ ਲੋਸਟ ਕਰਤਾ, ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਉਹ ਟਿਗ ਝਾਲ ਗਏ, ਉੱਥੋਂ ਅਸੀਂ ਸਪੋਰਟ ਕਰਦੀਆਂ ਵੂਮਨ ਨੂੰ, ਅਸੀਂ ਇੱਕ ਦੂਜੀ ਨੂੰ ਬਹੁਤ ਸਪੋਰਟ ਕਰਦੀਆਂ, ਅਸੀਂ ਸ਼ੇਅਰ ਕਰਦੀਆਂ ਆਪਣੀ ਇਨਫੋਰਮੇਸ਼ਨ। ਤੁਹਾਡੀ ਐਡਵਾਈਸ ਦੇ ਨਾਲ ਤੇ ਬਾਕੀ ਜਿਹੜਾ ਤੁਸੀਂ ਥੈਂਕ ਯੂ ਕਿ ਮੈਂ ਥੋੜਾ ਬਹੁਤ ਆਪਣੇ ਵੱਲੋਂ ਐਡ ਕਰ ਦਿੰਦਾ। ਹਾਂਜੀ ਅਸੀਂ ਬੜਾ ਕੇਅਰਫੁਲ ਹੋਣਾ ਪੈਂਦਾ ਜਦੋਂ ਤੁਸੀਂ ਕਹਿੰਦੇ ਹੈਲਪ ਕਰਨੀ ਕਿਸੇ ਦੀ। ਹਾਂਜੀ, ਹੈਲਪ ਕਿੱਦਾਂ ਕਰਨੀ ਉਹਦਾ ਤਰੀਕਾ ਹੁੰਦਾ, ਤੁਸੀਂ ਕਿੱਦਾਂ ਅਪਰੋਚ ਕਰਦੇ ਹੋ ਉਹਨੂੰ। ਸਿੱਧਾ ਕਹਿਣਾ ਕਿ ਬਈ ਤੂੰ ਤਾਂ ਬਿਮਾਰ ਹੈ, ਤੂੰ ਤਾਂ ਡਿਪਰੈਸ ਹੋ ਗਿਆ, ਤੇਰਾ ਤਾਂ ਦਿਮਾਗ ਫਿਰ ਗਿਆ। ਤਾਂ ਇੱਕ ਆਈਡੀਆ ਹੁੰਦਾ, ਜਿੱਦਾਂ ਮੈਂ ਇੱਕ ਹੋਰ ਜ਼ਰਾ ਫਿਰ ਸਬਜੈਕਟ ਤੋਂ ਬਾਹਰ ਕਹਿੰਦਾ, ਇੱਕ ਆਪਾਂ ਲਫ਼ਜ਼ ਯੂਜ਼ ਕਰਦੇ, ਮਾਫੀ ਚਾਹਾਂਗਾ ਮੈਂ ਲਫ਼ਜ਼ ਦਾ। ਇੱਕ ਹੁੰਦਾ ਤੁਸੀਂ ਕਹਿ ਸਕਦੇ ਮੇਰਾ ਸਾਲਾ ਹੈ, ਜਾਂ ਤੁਸੀਂ ਕਹਿ ਸਕਦੇ ਮੇਰੀ ਵਾਈਫ ਦਾ ਭਰਾ ਹੈ। ਹਾਂਜੀ, ਮੇਰੇ ਸਮਝ ਗਏ ਨਾ, ਉਹ ਇੱਕ ਰਿਸ਼ਤਾ ਇੱਕੋ ਹੀ ਹੈ, ਲੇਕਿਨ ਉਹਨੂੰ ਤੁਸੀਂ ਕਿੱਦਾਂ ਡਿਸਕ੍ਰਾਈਬ ਕਰਦੇ ਹੋ, ਬੜਾ ਫਰਕ ਪੈਂਦਾ ਉਹਦੇ ਵਿੱਚ। ਇਸੇ ਤਰ੍ਹਾਂ ਹੈਲਪ ਤੁਸੀਂ ਤਰੀਕੇ ਨਾਲ ਕਰ ਸਕਦੇ ਹੋ ਬੰਦੇ ਦੀ, ਉਹਨੂੰ ਕਿਸ ਤਰ੍ਹਾਂ ਤੁਸੀਂ ਅਪਰੋਚ ਕਰਦੇ ਹੋ। ਸੋ ਉਸ ਤਰ੍ਹਾਂ ਅਪਰੋਚ ਕਰਦੇ। ਹੁਣ ਮੈਂ ਇੱਕ ਐਗਜ਼ਾਮਪਲ ਦੇ ਦਿੰਦੀ, ਜਿਸ ਤਰ੍ਹਾਂ ਪਹਿਲਾਂ ਮੇਰੇ ਕੋਲ ਹਰ ਕੋਈ ਮੈਂਟਲ ਹੈਲਥ ਦਾ ਪੇਸ਼ੈਂਟ ਨਹੀਂ ਸੀ ਆਉਂਦਾ ਹੁੰਦਾ ਫਾਰਮੇਸੀ 'ਚ। ਹੁਣ ਇੱਕ ਮਾਮੀ ਆ ਤੇ ਉਹ ਆਈ ਦਵਾਈ ਲੈਣ ਆਈ ਮੇਰੇ ਕੋਲ ਮੈਡੀਕੇਸ਼ਨ, ਦੋ ਮੈਂ ਐਗਜ਼ਾਮਪਲ ਦੇ ਦਿੰਦੀ ਹਾਂ, ਵੂਮੈਨ ਦੋਨੋਂ ਇੱਕ ਡਿਫਰੈਂਟ ਆ। ਉਹ ਆਈ ਜਦੋਂ ਮੈਡੀਕੇਸ਼ਨ ਫੜੀ, ਉਹਨੇ ਮੇਰੇ ਹੱਥ 'ਚੋਂ ਬੈਗ ਖੋਇਆ, ਇੰਨੀ ਗੁੱਸੇ 'ਚ ਸੀ। ਤੇ ਮੈਂ ਕੋਈ ਓਪੋਜ਼ਿਟ ਹੁੰਦੀ ਤਾਂ ਮੈਂ ਕਹਿਣਾ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਹੱਥ 'ਚੋਂ ਮੈਡੀਕੇਸ਼ਨ ਦਾ ਬੈਗ ਖੋਹਣ ਦੀ, ਹੈ ਨਾ। ਤੇ ਮੈਂ ਗਈ ਕੋਲ ਗੇਟ ਦੇ ਕੋਲ, ਡੋਰ ਦੇ ਕੋਲ, ਤੇ ਮੈਂ ਕਿਹਾ ਤੂੰ ਠੀਕ ਆ, ਕਿਉਂਕਿ ਉਹਨੇ ਪਹਿਲਾਂ ਕਦੀ ਇੱਦਾਂ ਨਹੀਂ ਸੀ ਕੀਤਾ। ਉਹਨੇ ਇੱਕਦਮ ਬੈਗ ਖੋਲ ਕੇ ਤੇ ਕਹਿੰਦੀ ਗਿਵ ਇਟ ਟੂ ਮੀ, ਤੇ ਮੈਂ ਕਿਹਾ ਤੂੰ ਠੀਕ ਆ, ਤੇ ਉਹ ਰੋਣ ਲੱਗ ਪਈ। ਤੇ ਫਿਰ ਮੈਂ ਉਹਨੂੰ ਕਮਰੇ 'ਚ ਆਪਣੇ ਰੂਮ 'ਚ ਜਿਹੜਾ ਕੰਸਲਟੇਸ਼ਨ ਰੂਮ, ਉੱਥੇ ਮੈਂ ਗੱਲ ਕੀਤੀ, ਤੇ ਉਹ ਕਾਫੀ ਕ੍ਰਾਈਸਿਸ 'ਚ ਜਾ ਰਹੀ ਸੀ। ਉਹਦਾ ਮੁੰਡੇ ਦੀ ਡਾਇਗਨੋਸ ਹੋਈ ਸੀ ਕਾਫੀ। ਫਿਰ ਉਹਨੂੰ ਮੈਂ ਹੌਲੀ ਹੌਲੀ ਗੱਲ ਕਰਨੀ ਸ਼ੁਰੂ ਕੀਤੀ, ਮੈਂ ਉਹਨੂੰ ਸਪੋਰਟ ਦਿੱਤੀ। ਸੋ ਉਹ ਮੇਰੀ ਅਪਰੋਚ ਸੀ ਉਸ ਟਾਈਮ 'ਤੇ। ਜਿਸ ਤਰੀਕੇ ਨਾਲ ਉਹਨੇ ਮੇਰੇ ਕੋਲ ਖੋਈ ਤੇ ਮੈਨੂੰ ਬੋਲੀ ਸੀ, ਮੈਂ ਉਹਨੂੰ ਗਲਤ ਬੋਲ ਸਕਦੀ ਸੀ। ਸੋ ਉਸ ਟਾਈਮ 'ਤੇ ਤੁਸੀਂ ਕਹਿੰਦੇ ਨਾ ਇੱਕ ਮਾਂ ਹੁੰਦੀ ਆਪਣੇ ਬੱਚੇ ਦੇ ਹਾਵ ਭਾਵ ਤੋਂ ਪੜ੍ਹ ਲੈਂਦੀ। ਸੋ ਐਜ਼ ਏ ਪ੍ਰੋਫੈਸ਼ਨਲ, ਜਾਂ ਜਿਹੜੇ ਰਿਸ਼ਤੇ ਨੂੰ ਤੁਸੀਂ ਪਿਆਰ ਕਰਦੇ ਜੇ, ਜਾਂ ਤੁਹਾਡਾ ਕੋਈ ਫਰੈਂਡ ਆ ਜਾਂ ਫੈਮਿਲੀ, ਉਹਦੇ ਹਾਵ ਭਾਵ ਤੋਂ ਵੇਖੋ ਵੀ ਉਹਨੂੰ ਚੇਂਜ ਕੀ ਆ ਰਹੀ। ਹਾਂ, ਉਹਨੂੰ ਅਪਰੋਚ ਕਰੋ ਹੌਲੀ ਹੌਲੀ, ਉਹਨੂੰ ਵੀ ਕੀ ਗੱਲ ਕੀ ਆ, ਤੂੰ ਠੀਕ ਆ, ਵੀ ਜ਼ਰੂਰੀ ਤਾਂ ਨਹੀਂ ਕੁਐਸਚਨ ਪੁੱਛੋ ਵੀ ਤੂੰ ਠੀਕ ਆ, ਕੁਛ ਗਲਤ ਆ, ਕੋਈ ਜੇ ਤੁਹਾਨੂੰ ਲੱਗਦਾ ਵੀ ਕੋਈ ਫਾਈਨੈਂਸ਼ੀਅਲ ਕ੍ਰਾਈਸਿਸ ਆ ਰਿਹਾ, ਰਿਲੇਸ਼ਨਸ਼ਿਪ 'ਚ ਇਹ ਸੈਡ ਆ ਜਾਂ ਗੁੱਸੇ 'ਚ ਵੀ ਆ ਰਿਹਾ, ਹੌਲੀ ਹੌਲੀ ਡਿਗ ਕਰੋ, ਤੇ ਫਿਰ ਉਹਨੇ ਬੰਦੇ ਨੇ ਕਿਉਂਕਿ ਇਨਸਾਨ ਉਹ ਢਿੱਡ ਖੋਲੂਗਾ। ਪਰ ਐਸੇ ਕਰਕੇ ਜਦੋਂ ਬੰਦਾ ਅਪਰੋਚ ਹੋਰ ਤਰ੍ਹਾਂ ਕਰਦਾ, ਬੰਦੇ ਨਹੀਂ ਹੈਲਪ ਕਰਦੇ। ਬਾਕੀ ਜਿਹੜੀ ਮੈਡੀਸਨ ਦੀ ਗੱਲ ਕੀਤੀ ਹੈ ਨਾ, ਬੜੇ ਲੋਕ ਹੈਗੇ ਖਾਓ ਨਾ ਖਾਓ, ਕਿਸੇ ਦੀ ਐਡਵਾਈਸ ਨਹੀਂ ਲੈਣੀ, ਆਪਣੇ ਜੀਪੀ ਨੂੰ ਕੰਸਲਟ ਕਰੋ, ਸਾਰੀ ਮੈਡੀਕਲ ਹਿਸਟਰੀ ਉਹਦੇ ਪਾਸ ਹੁੰਦੀ ਹੈ, ਉਹ ਤੁਹਾਨੂੰ ਐਡਵਾਈਸ ਕਰਦੇ ਨੇ ਲੋ ਡੋਜ਼ 'ਤੇ ਕਰਨਗੇ, ਕੀ ਕਰਨਾ, ਕਿੰਨੀ ਲੋੜ ਹੈਗੀ ਆ। ਆਲਵੇਜ਼ ਮੈਡੀਕਲ ਹੈਲਪ ਲਵੋ। ਜਿੱਥੇ ਮੈਡੀਸਨ ਦਾ ਹਿਸਾਬ ਆਉਂਦਾ ਪਿਆ, ਪਲੀਜ਼ ਜਾਣੇ ਖਾਣੇ ਦੀ ਐਡਵਾਈਸ ਨਾ ਲਵੋ। ਮੇਰੇ ਵਰਗੇ ਦੀ ਮੁਫਤ ਦੀ ਐਡਵਾਈਸ ਹੈ, ਕੱਲ੍ਹ ਨੂੰ ਤੁਹਾਨੂੰ ਤਕਲੀਫ ਪਹੁੰਚ ਗਈ। ਜਿਹੜੀ ਮੈਡੀਕੇਸ਼ਨ ਤੁਹਾਡੇ ਤੇ ਕੰਮ ਕੀਤੀ, ਹੋ ਸਕਦਾ ਉਹ ਇਨਸਾਨ ਲਈ ਰਾਈਟ ਨਾ ਹੋਵੇ, ਕਿਉਂਕਿ ਹਰ ਇੱਕ ਇਨਸਾਨ ਦੀ ਆਪਣੀ ਪ੍ਰੋਬਲਮ ਤੇ ਆਪਣੀ ਬੋਡੀ ਆ, ਉਹਨੂੰ ਯੂਜ਼ ਕਰਨ ਦੀ। ਸੋ ਹਰ ਇੱਕ ਮੈਂ ਬਹੁਤ ਹਰ ਸੋਚ ਕਰਨਾ ਹੁੰਦਾ, ਮੈਂ ਹਮੇਸ਼ਾ ਕਹਿਣਾ ਹੁੰਦਾ, ਆਪਣੇ ਆਪ ਨੂੰ ਲੁੱਕ ਅਫਟਰ ਕਰੋ, ਸੁਬਾਹ ਉੱਠੋ, ਇਸ਼ਨਾਨ ਕਰੋ, ਬਿਸਤਰਾ ਕਰੋ, ਮੇਕ ਯੋਰਸੈਲਫ ਫੀਲ ਬੈਟਰ। ਅਗਰ ਤੁਸੀਂ ਆਪਣੇ ਆਪ ਨੂੰ ਬੈਟਰ ਫੀਲ ਕਰੋਗੇ ਨਾ, ਫਿਰ ਤੁਸੀਂ ਲੋਕਾਂ ਨੂੰ ਜਾ ਕੇ ਗੱਲ ਕਰੋਗੇ, ਤੁਸੀਂ ਨਾ ਪ੍ਰੈਜੈਂਟੇਬਲ ਫੀਲ ਕਰਦੇ ਹੋ, ਤੁਹਾਡੇ 'ਚ ਨਾ ਤੁਸੀਂ ਤਿਆਰ ਹੁੰਦੇ ਨਾ, ਕੌਨਫੀਡੈਂਸ ਆ ਜਾਂਦਾ, ਬਹੁਤ ਆਉਂਦਾ ਹੈ। ਬਾਕੀ ਦਿਮਾਗ ਯੂਜ਼ ਕਰੋ, ਕੁਛ ਨਾ ਕੁਛ ਕਰੋ। ਜਿੱਦਾਂ ਇਹਨਾਂ ਨੇ ਕਿਹਾ, ਮੈਂ ਆਪਣੇ ਵੱਲੋਂ ਉਹਦਾ ਵੀ ਕਹਿ ਦਿੰਦਾ, ਕਹਿੰਦੇ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ। ਅਗਰ ਖਾਲੀ ਦਿਮਾਗ ਰਹੇਗਾ, ਉੱਥੇ ਸ਼ੈਤਾਨ ਬੈਠੇਗਾ ਤੇ ਗਲਤ ਭਲਾ ਸੋਚਾਂਗੇ। ਮੈਂ ਇੱਕ ਤੁਹਾਨੂੰ ਲਾਸਟ ਦਾ ਸਵਾਲ ਪੁੱਛਣਾ, ਬੜੀ ਫਾਸਟ ਜਾ ਰਿਹਾ ਟਾਈਮ, ਮਤਲਬ ਦਾ 4-5 ਮਿੰਟ ਰਹਿੰਦੇ ਨੇ, 4 ਮਿੰਟ ਰਹਿੰਦੇ। ਮੈਂ ਗੈਸਟ ਕੀਤਾ ਸੀ, ਮੈਨੂੰ ਦੱਸਤਾ ਉਹਨੇ ਫੋਨ ਕੇ 4 ਕੇ ਰਹਿੰਦੇ ਨੇ। ਇਹ ਸਾਰੀ ਚੀਜ਼ਾਂ ਦੇ ਵਿੱਚ ਨਾ, ਪਲੀਜ਼ ਮੈਨੂੰ ਬਿਲੀਵ ਕਰੋ ਕਿ ਨਾ ਕਰੋ, ਮੇਰੇ ਦਿਮਾਗ 'ਚ ਕਹਿੰਦਾ ਇੱਕ ਜੈਲਸੀ ਤੇ ਈਗੋ, ਇਹ ਬੜੀ ਮਾਰਦੀ ਹੈ। ਹਾਂਜੀ, ਇਹ ਵੀ ਇੱਕ ਰੂਟ ਕੋਜ਼ ਹੈਗੀ ਸਾਡਾ। ਰੂਟ ਕੋਜ਼ ਹੈਗਾ ਨਾ। ਹਾਂਜੀ, ਰੂਟ ਕੋਜ਼ ਬਹੁਤ। ਜਿੱਦਾਂ ਤੁਸੀਂ ਗੱਲਾਂ 'ਚ ਕਹਿ ਕੇ ਹਟਿਆ ਸੀਗਾ ਕਿ ਅਸੀਂ ਕਹਿੰਦੇ ਉਹਦਾ ਮਕਾਨ ਚੰਗਾ, ਮੈਂ ਉੱਥੋਂ ਪਕੜੀ ਗੱਲ ਫਿਰ ਹੈ। ਇਸ ਕਰਕੇ ਮੈਂ 2 ਲਫ਼ਜ਼ ਲਿਖੇ ਨੇ, ਜੈਲਸੀ ਐਂਡ ਈਗੋ। ਕਿਉਂਕਿ ਦੇਖੋ, ਜੋ ਤੁਹਾਨੂੰ ਮਿਲਣਾ, ਉਹ ਤੁਹਾਨੂੰ ਮਿਲਣਾ, ਉਹਨੂੰ ਕੋਈ ਰੋਕ ਨਹੀਂ ਸਕਦਾ।
ਜੋ ਤੁਹਾਡੀ ਕਿਸਮਤ 'ਚ ਲਿਖਿਆ ਹੈਗਾ ਤੇ ਹਰ ਇੱਕ ਨਾ ਬੰਦੇ ਤੁਹਾਡੇ ਦੇ ਕੋਲ ਕੋਈ ਖੋ ਨਹੀਂ ਸਕਦਾ। ਹਾਂਜੀ, ਤੇ ਹਰ ਇੱਕ ਬੰਦੇ ਦੇ ਆਪਣੇ ਸੁੱਖ ਤੇ ਆਪਣੇ ਦੁੱਖ, ਹਰ ਇੱਕ ਚੀਜ਼ ਹੋ ਸਕਦਾ ਕਿਸੇ ਕੋ ਵੱਡਾ ਘਰ ਤੱਕ ਵੱਡੀ ਚੀਜ਼ ਹੋਵੇ ਪਰ ਉਹਦੇ ਦੁੱਖ ਹੋਰ ਡਿਫਰੈਂਟ ਤਰੀਕੇ ਦੇ ਹੋ ਸਕਦੇ। ਉਹ ਨਹੀਂ ਨਾ ਦੇਖਦਾ ਬੰਦਾ। ਹਾਂ, ਉਹ ਨਹੀਂ, ਤੇ ਜੋ ਸਾਨੂੰ ਬਾਹਰ ਦਿਸਦਾ ਉਹ ਹਮੇਸ਼ਾ ਹੁੰਦਾ ਨਹੀਂ ਆ। ਸੋ ਇਸ ਲਈ ਜਿਹੜਾ ਤੁਹਾਡਾ ਰਸਤਾ ਬਿਲਕੁਲ ਕਲੀਅਰ ਹੋਣਾ ਚਾਹੀਦਾ। ਤੇ ਬਾਕੀ ਜੇ ਤੁਸੀਂ ਆਪਾਂ ਕੁਝ ਲਾਈਫ 'ਚ ਕਰਨਾ ਉਹ ਸਾਡਾ ਆਪਣਾ ਕਰਮ ਆ। ਤੇ ਅਸੀਂ ਜੋ ਵੀ ਚਾਹੀਏ, ਇੱਕ ਇਨਸਾਨ ਲਈ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈਗੀ। ਯਾਰ ਤੁਹਾਨੂੰ ਪਤਾ ਹਾਂਜੀ, ਜਦੋਂ ਤੁਸੀਂ ਨਾ ਕੁੱਤਾ ਬਿੱਲੀ ਆਪਣੇ ਪੈਟ ਰੱਖਦੇ ਹੋ, ਤੁਸੀਂ ਉਹਨੂੰ ਹੱਥ ਫੇਰਦੇ ਹੋ, ਉਹ ਲਾਈਕ ਕਰਦਾ। ਜਾਨਵਰ ਹੈ, ਹਾਲੇ ਅਸੀਂ ਤਾਂ ਵੀ ਉਹਨੂੰ ਜਾਨਵਰ ਕਹਿੰਦੇ ਆ, ਪਰ ਉਹਨੂੰ ਅਕਲ ਕਿੰਨੀ ਹੈ। ਤੁਹਾਡੇ ਕੋਲ ਬੈਠਦਾ, ਪੂੰਛ ਹਿਲਾਉਂਦਾ ਹੈਗਾ। ਜਦੋਂ ਇਨਸਾਨ ਕੋਈ ਤੁਹਾਨੂੰ ਦੇਖਦਾ ਨਾ ਕਿ ਅੱਛਾ ਤਿਆਰ ਹੋਇਆ, ਉਹਨੂੰ ਕੰਪਲੀਮੈਂਟ ਦੇਵੋ। ਕੋਈ ਤੁਹਾਨੂੰ ਬੱਚਾ ਦਾ ਕੋਈ ਤੁਹਾਨੂੰ ਕੋਈ ਉਹਦੇ ਬੰਦੇ ਤੇ ਅੱਛੀ ਚੀਜ਼ ਲੱਗਦੀ, ਕਾਰ ਅੱਛੀ ਲੱਗਦੀ, ਉਹਨੂੰ ਕੰਪਲੀਮੈਂਟ ਦੇਵੋ। ਉਹਨੇ ਹਾਰਡ ਵਰਕ ਕੀਤਾ, ਉਹਨੇ ਚੋਰੀ ਕੀਤਾ, ਉਹਨੇ ਕੀ ਕੀਤਾ, ਉਹ ਸਾਡਾ ਲੈਣਾ ਦੇਣਾ ਨਹੀਂ ਹੈ। ਉਹਦਾ ਮਕਾਨ ਅੱਛਾ, ਉਹਨੂੰ ਕੰਪਲੀਮੈਂਟ ਦੇਵੋ। ਜੋ ਮੇਰੇ ਪਾਸ ਨਹੀਂ ਹੈ ਉਹਦੇ ਪਾਸ ਹੈਗਾ, ਇਹ ਸਾਡੇ ਕਰਮ ਨੇ, ਇਹ ਕਰਮ ਹੈ। ਅਸੀਂ ਉਹ ਕੰਪੇਅਰ ਨਹੀਂ ਕਰ ਸਕਦੇ ਨਾ। ਕਿਸੇ ਦੀ ਖੁਸ਼ੀ 'ਚ ਖੁਸ਼ ਹੋਵੋ ਤੇ ਦੁੱਖ 'ਚ ਦੁੱਖ ਹੋ, ਕਿਉਂਕਿ ਜਿਹੜੀ ਮੈਂਟਲ ਹੈਲਥ ਉਹ ਸਾਰੀਆਂ ਇਹਨਾਂ ਚੀਜ਼ਾਂ ਤੋਂ ਹੀ ਹੁੰਦੀ ਆ। ਚਲੋ ਬਾਕੀ ਟਰਾਮਾ ਹੋਣਾ ਜਾਂ ਕੋਈ ਜਿਹੜਾ ਰੱਬ ਨੇ ਦੁੱਖ ਦਿੱਤਾ ਉਹ ਡਿਫਰੈਂਟ ਆ, ਕਿਉਂਕਿ ਉਹਦੇ ਉੱਤੇ ਸਾਡਾ ਕੁਛ ਨਹੀਂ। ਪਰ ਜਿਹੜੀਆਂ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਉਹਦੇ ਨਾਲ ਆਪਣੀ ਕਾਫੀ ਸਟਰੈਸ ਘਟਾ ਸਕਦੇ। ਉਹੀ ਜਿਹੜੀ ਐਨਰਜੀ ਉਹਨੂੰ ਆਪਣੇ ਆਪ ਤੇ ਯੂਜ਼ ਕਰੋ, ਜਿਹੜੀ ਤੁਸੀਂ ਕਿਸੇ ਦੇ ਬਾਰੇ ਸੋਚਣ ਤੇ ਲਾਉਣੀ ਆ। ਅਸੀਂ ਆਪਣੀ ਲਾਈਫ 'ਚ ਕੀ ਕਰਨਾ ਤੇ ਅਸੀਂ ਕੀ ਕਰਨਾ ਚਾਹੁੰਦੇ। ਇਹ ਜਿਹੜੀਆਂ ਗੱਲਾਂ ਛੋਟੇ ਓਨੈਸਟਲੀ ਹੈਲਥ ਤੇ ਬਹੁਤ ਹਾਰਮ ਕਰਦੀਆਂ ਨੇ, ਬਹੁਤ ਹਾਰਮ ਕਰਦੇ ਨੇ। ਕਦੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਪਲੀਜ਼ ਇਹ ਨਹੀਂ ਕਿ ਮੈਂ ਸ਼ੋਅ ਕਰਦਾ, ਤੁਸੀਂ ਦੇਖੋ ਮੇਰਾ ਸ਼ੋਅ ਐਜੂਕੇਸ਼ਨਲ ਇਨਫੋਰਮੇਟਿਵ ਹੁੰਦਾ ਹੈ। ਸੋਲਿਡ ਗੱਲਾਂ ਕਰੀਦੇ, ਹਕੀਕਤ ਗੱਲ ਕਰੀਦੀ ਹੈ। ਕਿਸੇ ਨੂੰ ਚੰਗੀ ਲੱਗਦੀ, ਕਿਸੇ ਨੂੰ ਮਾੜੀ ਲੱਗਦੀ ਹੈ। ਮਾੜੀ ਕੋਸ਼ਿਸ਼ ਹੁੰਦੀ ਹੈ, ਜਾਣੇ ਗੱਲ ਕੀਤੀ ਚਾਹਦੀ, ਮੈਂ ਮਾਫੀ ਚਾਹਾਂਗਾ। ਮਕਸਦ ਮੇਰੇ ਸ਼ੋਅ ਦਾ ਕਿ ਤੁਹਾਡੀ ਮਦਦ ਹੋ ਸਕੇ, ਇਹੀ ਮੇਰਾ ਮਕਸਦ ਹੈਗਾ। ਬਹੁਤ ਦਫਾ ਇਨਸਾਨ ਬੋਲਦਾ, ਕੋਈ ਗਲਤ ਕਹਿ ਦਿੰਦਾ, ਬੜੀ ਦਫਾ ਤੁਹਾਨੂੰ ਕੋਈ ਪਨਿਸ਼ਮੈਂਟ ਮਿਲਦੀ ਹੈ, ਰੱਬ ਵੱਲੋਂ ਕਹਿੰਦਾ ਮੈਂ ਤਾਂ ਕੁਝ ਬੁਰਾ ਕੀਤਾ ਨਹੀਂ। ਯਾਰ ਕੁਝ ਤਾਂ ਕੀਤਾ ਹੋਏਗਾ, ਜੋ ਤੁਹਾਨੂੰ। ਚਲੋ ਐਨੀਵੇ ਵੀਰਪਾਲ, ਥੈਂਕ ਯੂ ਸੋ ਮਚ। ਤੁਹਾਨੂੰ ਪਤਾ ਟਾਈਮ ਬੜੀ ਫਾਸਟ ਚਲੇ ਗਿਆ। ਥੈਂਕ ਯੂ ਤੁਹਾਡਾ ਬਹੁਤ ਬਹੁਤ ਸੁਣਨ ਦਾ, ਘਰ ਬੈਠਿਆਂ ਦਾ। ਨਹੀਂ, ਵੈਰੀ ਵੈਰੀ ਬੈਨੀਫੀਸ਼ੀਅਲ। ਆਮ ਗਲੈਡ ਤੁਸੀਂ ਕੁੜੀਆਂ ਦਾ ਪੜ੍ਹ ਕੇ ਆਣ ਕੇ ਆਪਣੀ ਨੌਲੇਜ ਲੋਕਾਂ ਨਾਲ ਸ਼ੇਅਰ ਕਰਦੇ ਹੋ। ਦੇਖੋ ਇੱਕ ਬੰਦੇ ਨੂੰ ਕੋਈ ਮਦਦ ਮਿਲ ਜਾਵੇ ਨਾ, ਤੁਹਾਡਾ ਕਾਮਯਾਬ ਹੋ ਜਾਂਦੇ ਹੋ ਤੁਸੀਂ, ਇੱਕ ਨੂੰ ਵੀ ਮਿਲੇ। ਇਸੇ ਤਰ੍ਹਾਂ ਹੌਲੀ ਹੌਲੀ ਜਦੋਂ ਤੁਸੀਂ ਕਹਿੰਦੇ ਤੁਪਕਾ ਤੁਪਕਾ ਬਾਈ ਡ੍ਰੌਪ ਸਮੁੰਦਰ ਭਰਦਾ ਹੈ, ਲੇਕਿਨ ਐਵਰੀ ਡ੍ਰੌਪ ਹੈਲਪਸ ਡੈਫੀਨਿਟਲੀ। ਤੇ ਇਸੇ ਤਰ੍ਹਾਂ ਨਿੱਕੀ ਜਿਹੜੀਆਂ ਚੇਂਜਿਸ ਅਸੀਂ ਆਪਣੀ ਲਾਈਫ 'ਚ ਜਾਂ ਆਪਣੀ ਸੋਚ ਵਿੱਚ ਲੈ ਕੇ ਆਉਂਦੇ ਹਾਂ, ਉਹਦੇ ਨਾਲ ਹੀ ਅਸੀਂ ਆਪਣੇ ਤੇ ਆਪਣੀ ਫੈਮਿਲੀ 'ਚ, ਉਸ ਤੋਂ ਬਾਅਦ ਆਪਣੀ ਸੁਸਾਇਟੀ 'ਚ ਚੇਂਜਿਸ ਲੈ ਕੇ ਆ ਸਕਦੇ। ਮੈਂ ਗੱਲਾਂ ਮਾਰਦਾ, ਲੋਕੀ ਤੁਸੀਂ ਸਮਝਣ ਕਿ ਬੜਾ ਨਹੀਂ, ਹਰ ਗਲਤੀਆਂ ਮੇਰੇ 'ਚ ਵੀ ਬੇਸ਼ੁਮਾਰ ਗਲਤੀਆਂ ਹੋਣਗੀਆਂ ਜੋ ਕਿ ਮੇਰੇ ਕੋਈ ਕਲੋਜ਼ ਫਰੈਂਡ ਉਹਨਾਂ ਨੂੰ ਪਤਾ ਹੋਵੇਗਾ। ਚਲੋ ਐਨੀਵੇ, ਉਮੀਦ ਰੱਖਦਾ ਤੁਹਾਨੂੰ ਸ਼ੋਅ ਅੱਛਾ ਲੱਗਿਆ ਹੋਵੇਗਾ। ਅਗਲੇ ਵੀਕ ਫਿਰ ਕੋਈ ਇੱਦਾਂ ਦਾ ਗੈਸਟ ਲੈ ਕੇ ਆਵਾਂਗੇ, ਅੱਛਾ ਸ਼ੋਅ ਕਰਾਂਗੇ। ਪਲੀਜ਼ ਆਪਣੀ ਫੀਡਬੈਕ ਦਿਆ ਕਰੋ, ਜਿਸ ਤਰ੍ਹਾਂ ਵੀ ਤੁਹਾਨੂੰ ਪ੍ਰੋਗਰਾਮ ਚਾਹੀਦਾ, ਕਿਹੜੀ ਵੀ ਗੱਲ ਕਰਨੀ ਹੋਗੀ। ਅਗਰ ਤੁਸੀਂ ਖੁਦ ਵੀ ਆਣਾ, ਗਿਵ ਮੀ ਅ ਕਾਲ, ਆਲ ਬੀ ਮੋਰ ਦੈਨ ਹੈਪੀ ਕਿ ਤੁਹਾਨੂੰ ਮੈਂ ਪਲੇਟਫਾਰਮ ਆਫਰ ਕਰ ਸਕਾਂ। ਕਈ ਦਫਾ ਗੈਸਟ ਬੜੇ ਮੁਸ਼ਕਿਲ ਹੁੰਦੇ ਨੇ ਮਿਲਣੇ। ਮੈਨੂੰ ਉਹਨਾਂ ਨੇ ਜੈਜ਼ ਬੰਬਰਾ ਨੇ ਮੈਨੂੰ ਰਿਕਮੈਂਡ ਕੀਤਾ ਸੀ। ਜੈਜ਼, ਥੈਂਕ ਯੂ ਸੋ ਮਚ। ਇਸੇ ਤਰ੍ਹਾਂ ਪਲੀਜ਼ ਮੇਰੀ ਮਦਦ ਕਰਦੇ ਰਹੋ, ਮੇਰਾ ਲਾਈਫ ਥੋੜ੍ਹੀ ਆਸਾਨ ਹੋ ਜਾਂਦੀ ਹੈ। ਤੇ ਅਗਲੇ ਵੀਕ ਸੇਮ ਟਾਈਮ ਸੇਮ ਪਲੇਸ ਤੋਂ ਨਾਲ ਮੁਲਾਕਾਤ ਕਰਾਂਗੇ। ਪਲੀਜ਼ ਮੈਂ ਉਮੀਦ ਰੱਖਦਾ ਕਿ ਤੁਸੀਂ ਯੂ ਵਿਲ ਕੀਪ ਇਨ ਟੱਚ। ਕੋਈ ਹੋਰ ਕਨੈਕਸ਼ਨ ਹੁੰਦੀਆਂ ਨੇ ਕਿਸੇ ਵੀ ਤਰ੍ਹਾਂ ਦੀ, ਡਾਟੇਸ਼ਨ ਵਗੈਰਾ ਹੋਣ, ਜਿੱਥੇ ਆਪਣੀ ਲੋਕਾਂ ਦੀ ਮਦਦ ਹੋ ਸਕੇ, ਤੇ ਜਦੋਂ ਮੇਰੇ ਪਾਸ ਗੈਸਟ ਲੈ ਕੇ ਆਓ। ਚਲੋ ਆਪਾਂ ਫਤਿਹ ਬੁਲਾਈਏ ਫਿਰ ਆਪਾਂ ਲੋਕਾਂ ਨੂੰ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ।